अपना साझा पंजाब टीवी ते दोस्तों तुहाडा स्वागत है। मैं हाँ भुपिंदर सिंह सज्जन। घल्लूकारा जोन 84 जोन 84 के संबंध ਵਿੱਚ ਆਪਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਹੋਈ ਆ। ਉਸ ਲੜੀ ਦੇ ਤਹਿਤ ਅਸੀਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਲੈ ਕੇ ਆ ਰਹੇ ਹੈਗੇ ਆ। ਉਹ ਲੋਕਾਂ ਨੂੰ ਵੀ ਲੈ ਕੇ ਆ ਰਹੇ ਹੈਗੇ ਆ ਜਿਨ੍ਹਾਂ ਨੇ ਉਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੋਇਆ, ਜਿਨ੍ਹਾਂ ਨੇ ਉਸ ਵੇਲੇ ਦੇ ਪੰਜਾਬ ਦੇ ਮਾਹੌਲ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਔਰ ਉਹਨਾਂ ਦੇ ਜ਼ਿਹਨ ਵਿੱਚ ਅੱਜ ਵੀ ਸਾਰੇ ਹਾਲਾਤ ਜਿਉਂਦੇ ਤਿਉਂ ਤਾਜ਼ਾ ਨੇ। ਸਿੱਖ ਕੌਮ ਮਹਿਸੂਸ ਕਰਦੀ ਹੈ ਕਿ ਜਿਹੜਾ ਘੱਲੂਘਾਰਾ ਜੂਨ 84 ਅਸੀਂ ਆਪਣੇ ਪਿੰਡੇ ਦੇ ਉੱਪਰ ਹੰਢਾਇਆ, ਭਾਵੇਂ ਕਿ ਵੱਖ-ਵੱਖ ਸਿਆਸੀ ਆਗੂਆਂ ਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਕਿਹਾ ਕਿ ਸਿੱਖਾਂ ਨੂੰ ਉਹ ਸਾਰਾ ਕੁਝ ਹੁਣ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ, ਪਰ ਸਿੱਖ ਉਸ ਸਾਕੇ ਨੂੰ ਭੁੱਲਣ ਨੂੰ ਬਿਲਕੁਲ ਵੀ ਤਿਆਰ ਨਹੀਂ ਹੈਗੇ। ਸੋ ਜਿੱਥੇ ਆਪਾਂ ਹੋਰ ਬਹੁਤ ਕੁਝ ਵਿਚਾਰਦੇ ਹੈਗੇ ਆ, ਉੱਥੇ ਸਾਡੀ ਕੋਸ਼ਿਸ਼ ਇਹ ਵੀ ਆ ਕਿ ਇਸ ਲੜੀ ਦੇ ਉਸ ਨੂੰ ਕਿ ਗਲਤੀ ਕਿਹਦੀ ਸੀ, ਕੌਣ ਸਹੀ ਸੀ ਤੇ ਕੌਣ ਗਲਤ ਹੈ, ਇਹ ਘੱਲੂਘਾਰਾ ਵਾਪਰਿਆ ਕਿਉਂ, ਇਹਦੇ ਪਿੱਛੇ ਕੀ ਕਾਰਨ ਸਨ। ਆਪਾਂ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਦੇ ਵੀ ਵਿਊ ਲੈ ਰਹੇ ਹੈਗੇ ਆ। ਸੋ ਇਸੇ ਹੀ ਲੜੀ ਤਹਿਤ ਅੱਜ ਦੀ ਜਿਹੜੀ ਸਾਡਾ ਪ੍ਰੋਗਰਾਮ ਹੈਗਾ, ਉਹਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੈਲ ਸਿੰਘ ਲਵਲੀ ਹੁਸ਼ਿਆਰਪੁਰ ਤੋਂ ਨੇ, ਫਤਿਹ ਯੂਥ ਕਲੱਬ ਦੇ ਜਨਰਲ ਸਕੱਤਰ ਨੇ। ਆਪਾਂ ਉਹਨਾਂ ਦੇ ਕੋਲੋਂ ਵੀ ਜਾਣਾਂਗੇ ਬਹੁਤ ਕੁਝ ਕਿ ਉਹਨਾਂ ਨੇ ਉਹ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਨੇ। ਲਵਲੀ ਜੀ, ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਲਵਲੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੁੰਦਾ ਹੈਗਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਕਿ ਤੁਹਾਡਾ ਬਰਥ ਕਦੋਂ ਦਾ ਹੈਗਾ। ਮੇਰਾ ਜੀ 9 ਅਕਤੂਬਰ 1987 ਦਾ ਬਰਥ ਹੈ। ਠੀਕ ਹੈ, ਮਤਲਬ ਕਿ ਤੁਹਾਡਾ ਉਸ ਵੇਲੇ ਜਨਮ ਨਹੀਂ ਸੀ ਹੋਇਆ ਜਦੋਂ 1984 ਵਿੱਚ ਇਹ ਸਾਰਾ ਕੁਝ ਵਾਪਰਿਆ। ਲਵਲੀ ਜੀ, ਸਮੇਂ ਦੀਆਂ ਹਕੂਮਤਾਂ ਜਿਨ੍ਹਾਂ ਨੇ ਇਹ ਸਾਰਾ ਕੁਝ ਉਸ ਵੇਲੇ ਕੀਤਾ ਕਰਾਇਆ ਔਰ ਉਹਨਾਂ ਨੇ ਉਹਨੂੰ ਨਾਮ ਦਿੱਤਾ ਸੀਗਾ ਆਪਰੇਸ਼ਨ ਬਲੂ ਸਟਾਰ, ਪਰ ਸਿੱਖ ਕਹਿੰਦੇ ਨੇ ਕਿ ਉਹ ਘੱਲੂਘਾਰਾ ਸੀਗਾ, ਤੀਜਾ ਵੱਡਾ ਘੱਲੂਘਾਰਾ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਕੌਮ ਸਮਝਦੀ ਹੈ ਕਿ ਅਸੀਂ ਆਪਣੇ ਪਿੰਡੇ ਦੇ ਉੱਪਰ ਹੰਢਾਇਆ। ਤੁਸੀਂ ਕੀ ਸਮਝਦੇ ਹੋ ਉਸ ਹਮਲੇ ਦੇ ਬਾਰੇ 'ਚ? ਹਾਂਜੀ ਭੁਪਿੰਦਰ ਸਿੰਘ ਜੀ, ਸਮੇਂ-ਸਮੇਂ ਦੇ ਉੱਤੇ ਸਰਕਾਰਾਂ, ਜਦੋਂ ਮੁਗਲਾਂ ਦਾ ਰਾਜ ਸੀ ਉਦੋਂ ਵੀ ਇੱਥੇ ਦੇ ਉਸ ਸਮੇਂ ਦੇ ਜਿਹੜੇ ਸਿੱਖ ਯੋਧੇ ਸੀਗੇ ਉਹਨਾਂ ਦੇ ਉੱਤੇ ਬੜਾ ਤਸ਼ੱਦਦ ਹੋਇਆ। ਕੌਮ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਕੌਮ ਦੇ ਉੱਤੇ ਜ਼ੁਲਮ ਹੋਏ ਤੇ ਉਸ ਸਮੇਂ ਵੀ ਜਿਹੜੀਆਂ ਸਰਕਾਰਾਂ ਸੀ, ਚਾਹੇ ਮੁਗਲ ਸਰਕਾਰ ਸੀ ਜਾਂ ਅਸੀਂ ਅੰਗਰੇਜ਼ਾਂ ਦੀ ਗੱਲ ਕਰੀਏ, ਉਸ ਸਮੇਂ ਵੀ ਇਹ ਜਿਹੜੀਆਂ ਸਰਕਾਰਾਂ ਸੀ ਇਹਨਾਂ ਨੇ ਉਸ ਟਾਈਮ ਦਾ ਜਿਹੜਾ ਇਹ ਤਸ਼ੱਦਦ ਵਾਲਾ ਜਿਹੜਾ ਦੌਰ ਸੀਗਾ, ਜਿਹੜਾ ਕੌਮ ਦੇ ਉੱਤੇ ਲਗਾਤਾਰ ਜ਼ੁਲਮ ਹੋਇਆ, ਉਹਨੂੰ ਵੀ ਇਹਨਾਂ ਨੇ ਵੱਖ-ਵੱਖ ਨਾਮ ਦਿੱਤੇ ਜੀ। ਪਰ ਜਦੋਂ ਜ਼ੁਲਮ ਦੇ ਖਿਲਾਫ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਦੌਰ ਰਹੇ ਆ, ਚਾਹੇ ਮੁਗਲਾਂ ਦਾ ਸਮਾਂ ਸੀ, ਚਾਹੇ ਅੰਗਰੇਜ਼ਾਂ ਦਾ ਸਮਾਂ ਸੀ, ਜਾਂ ਅੱਜ ਦਾ ਜਿਹੜਾ ਹੁਣ ਦਾ ਦੌਰ ਆ, ਹੁਣ ਦੇ ਦੌਰ ਵਿੱਚ ਵੀ ਜਿੰਨੇ ਜ਼ੁਲਮ ਹੋ ਰਹੇ ਆ ਸਿੱਖਾਂ ਉੱਤੇ ਹੋ ਰਹੇ ਆ ਜਾਂ ਹੋਰ ਜਿਹੜੀਆਂ ਘੱਟ ਗਿਣਤੀ ਕੌਮਾਂ ਹੋ ਰਹੀਆਂ ਜੀ, ਘੱਟ ਗਿਣਤੀ ਕੌਮਾਂ ਜਿਹੜੀਆਂ ਉਹਨਾਂ ਉੱਤੇ ਜ਼ੁਲਮ ਹੋ ਰਿਹਾ, ਸਰਕਾਰਾਂ ਜੋ ਮਰਜ਼ੀ ਨਾਮ ਦੇਣ, ਪਰ ਜ਼ੁਲਮ ਦੇ ਖਿਲਾਫ ਜਦੋਂ ਆਪਣੇ ਹੱਕਾਂ ਦੇ ਲਈ, ਆਪਣੀ ਕੌਮੀਅਤ ਦੇ ਲਈ, ਆਪਣੇ ਰਾਜ ਭਾਗ ਦੇ ਲਈ ਜਦੋਂ ਕੌਮਾਂ ਨੇ ਸਰਕਾਰਾਂ ਦੇ ਵਿਰੁੱਧ ਆਵਾਜ਼ ਉਠਾਈ ਆ, ਜਿਹਦੇ ਵਿੱਚ ਲੱਖਾਂ ਦੀ ਤਾਦਾਦ ਵਿੱਚ ਸ਼ਹੀਦੀਆਂ ਹੋਈਆਂ, ਉਹਨਾਂ ਨੂੰ ਕੌਮ ਨੇ ਘੱਲੂਘਾਰੇ ਦਾ ਨਾਮ ਦਿੱਤਾ ਜੀ। ਸਰਕਾਰਾਂ ਨੇ ਸਰਕਾਰਾਂ ਦੇ ਜਿਹੜੇ ਹੀਰੋ ਆਪਣੇ ਹੁੰਦੇ ਆ, ਸਰਕਾਰਾਂ ਦੇ ਜਿਹੜੇ ਤੌਰ ਤਰੀਕੇ ਉਹ ਅਲੱਗ ਹੁੰਦੇ ਆ, ਪਰ ਜਿਹੜੀਆਂ ਕੌਮਾਂ ਜੁਝਾਰੂ ਕੌਮਾਂ ਹੁੰਦੀਆਂ, ਜਿਹੜੀਆਂ ਸੱਚ ਲਈ, ਹੱਕ ਲਈ, ਮਜ਼ਲੂਮਾਂ ਲਈ, ਮਨੁੱਖਤਾ ਦੇ ਲਈ ਲੜਦੀਆਂ, ਉਹਨਾਂ ਦੇ ਜਿਹੜੇ ਨਾਮ ਆ ਉਹ ਅਲੱਗਾ ਹੁੰਦੇ ਆ ਜੀ। ਸੋ ਤੁਸੀਂ ਵੀ ਇਹ ਗੱਲ ਸਮਝਦੇ ਆ ਕਿ ਘੱਲੂਘਾਰਾ ਹੀ ਸੀਗਾ ਜਿਹੜਾ ਉਸ ਵੇਲੇ ਸਿੱਖ ਕੌਮ ਨੇ ਆਪਣੇ ਪਿੰਡੇ ਦੇ ਉੱਪਰ ਹੰਢਾਇਆ ਜੀ। ਲਵਲੀ ਜੀ, ਇਹ ਸਾਰੀ ਜਿਹੜੀ ਜਾਣਕਾਰੀ ਹੈਗੀ ਆ, ਮੈਂ ਇਸ ਕਰਕੇ ਤੁਹਾਨੂੰ ਅੱਜ ਸਪੈਸ਼ਲ ਆਪਣੇ ਸ਼ੋਅ ਦੇ ਵਿੱਚ ਸੱਦਿਆ ਹੈਗਾ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਹੈਗੀ ਆ, ਜਿਨ੍ਹਾਂ ਦਾ ਉਸ ਵੇਲੇ ਜਨਮ ਨਹੀਂ ਸੀ ਹੋਇਆ ਸੀ, ਜਿਵੇਂ ਤੁਸੀਂ ਵੀ ਹੈਗੇ ਹੋ, ਤੁਹਾਡਾ ਜਨਮ ਉਸ ਤੋਂ 3-4 ਸਾਲ ਬਾਅਦ ਦਾ ਹੈਗਾ, ਤੇ ਤਾਂ ਕਿ ਆਪਾਂ ਜਾਣ ਸਕੀਏ ਕਿ ਨਵੀਂ ਪੀੜ੍ਹੀ ਉਸ ਸੰਘਰਸ਼ ਨੂੰ ਕਿਵੇਂ ਦੇਖਦੀ ਆ। ਕੀ ਲੱਗਦਾ ਤੁਹਾਨੂੰ ਕਿ ਉਸ ਵੇਲੇ ਜੋ ਕੁਝ ਵਾਪਰਿਆ ਉਹਦੇ ਪਿੱਛੇ ਕਾਰਨ ਕੀ ਸੀਗੇ? ਦੇਖੋ, ਜੇ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ, ਜਦੋਂ ਬਾਬਰ ਦਾ ਰਾਜ ਸੀਗਾ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਲਈ ਆਪਣੀ ਸ਼ਹਾਦਤ ਦਿੱਤੀ। ਉਸ ਵੇਲੇ ਜਦੋਂ ਇੱਥੇ ਦੇ ਲੋਕਾਂ ਤੇ ਮਜ਼ਲੂਮਾਂ ਦੇ ਉੱਤੇ ਜਿਹੜਾ
ਜ਼ੁਲਮ ਹੋ ਰਿਹਾ ਸੀ, ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ। ਉਸ ਤੋਂ ਬਾਅਦ ਅੱਗੇ ਸਮਾਂ ਆਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੇ ਲਈ, ਧਰਮ ਦੇ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਜੀ। ਉਸ ਤੋਂ ਬਾਅਦ ਸਿੱਖ ਰਾਜ ਆਇਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਸਿੱਖ ਰਾਜ ਸਥਾਪਿਤ ਕੀਤਾ, ਪਹਿਲਾ ਸਿੱਖ ਰਾਜ ਅਸੀਂ ਉਹਨੂੰ ਮੰਨਦੇ ਹਾਂ ਜੀ। ਉਹਨਾਂ ਨੇ ਸਥਾਪਿਤ ਕੀਤਾ। ਉਸ ਤੋਂ ਬਾਅਦ ਜਿਹੜਾ ਸਮਾਂ ਆਇਆ ਲਗਾਤਾਰ ਹੁਣ ਤੱਕ ਦਾ ਜਿਹੜਾ ਸਮਾਂ ਵਾ, ਜੀ। ਇਹ ਤਾਂ ਹੁੰਦਾ ਰਿਹਾ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ, ਚਾਹੇ ਉਹ ਮੁਗਲ ਸਰਕਾਰ ਸੀ, ਚਾਹੇ ਅੰਗਰੇਜ਼ ਸੀ, ਜਾਂ ਹੁਣ ਜਿਹੜੀਆਂ ਸਰਕਾਰਾਂ, ਇਹਨਾਂ ਨੇ ਲਗਾਤਾਰ ਮਨੁੱਖਤਾ ਦੇ ਉੱਤੇ, ਮਜ਼ਲੂਮਾਂ ਉੱਤੇ ਜਿਹੜਾ ਜ਼ੁਲਮ ਕੀਤਾ, ਤੇ ਜ਼ੁਲਮ ਦੇ ਖਿਲਾਫ ਹਮੇਸ਼ਾ ਹੀ ਜਿਹੜਾ ਸਿੱਖ ਵਾ ਉਹ ਸਰਕਾਰਾਂ ਦੇ ਵਿਰੁੱਧ ਆਪਣੀਆਂ ਸ਼ਹਾਦਤਾਂ ਦਿੰਦਾ ਆਇਆ। ਆਪਣੇ ਹੱਕਾਂ ਦੇ ਲਈ, ਮਨੁੱਖਤਾ ਦੇ ਲਈ ਉਹ ਹਮੇਸ਼ਾ ਵੱਧ ਚੜ ਕੇ ਅੱਗੇ ਯੋਗਦਾਨ ਪਾਇਆ। ਕੀ ਲੱਗਦਾ ਤੁਹਾਨੂੰ ਉਸ ਵੇਲੇ ਕਿਹੜਾ ਜ਼ੁਲਮ ਹੋ ਰਿਹਾ ਸੀਗਾ? ਕਿਉਂਕਿ ਅੱਜ ਸਾਡੇ ਬਹੁਤ ਸਾਰੇ ਲੋਕ ਪੰਜਾਬ ਦੇ ਅਕਸਰ ਕਹਿੰਦੇ ਹੈਗੇ ਆ ਕਿ ਇਸੇ ਮੁਲਕ ਨੂੰ ਆਜ਼ਾਦ ਕਰਾਉਣ ਦੀ ਖਾਤਰ ਤੇ ਸਿੱਖਾਂ ਨੇ 85% ਤੋਂ ਵੱਧ ਕੁਰਬਾਨੀਆਂ ਕੀਤੀਆਂ ਸੀਗੀਆਂ, ਔਰ ਉਸੇ ਹੀ ਮੁਲਕ ਦੀ ਫੌਜ ਜਦੋਂ ਤੁਹਾਡੇ ਚੜ੍ਹ ਕੇ ਆਉਂਦੀ ਆ ਤਾਂ ਕਹਿੰਦੇ ਅਕਸਰ ਕੋਈ ਨਾ ਕੋਈ ਤਾਂ ਵਜ੍ਹਾ ਹੋਊਗੀ। ਕੀ ਲੱਗਦਾ ਤੁਹਾਨੂੰ ਕਿ ਉਸ ਵੇਲੇ ਦੀਆਂ ਹਕੂਮਤਾਂ ਸਿੱਖ ਕੌਮ ਦੇ ਉੱਪਰ ਕਿਹੜਾ ਜ਼ੁਲਮ ਢਾ ਰਹੀਆਂ ਸੀ? ਦੇਖੋ 1849 ਵੇਲੇ ਜਿਹੜਾ ਸਿੱਖ ਰਾਜ ਜਿਹੜਾ ਸੀਗਾ ਉਹ ਚਲੇ ਗਿਆ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਸਿੱਖ ਰਾਜ ਚਲੇ ਗਿਆ। ਜੀ। ਉਸ ਤੋਂ ਬਾਅਦ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਹੋਇਆ। ਉਸ ਤੋਂ ਬਾਅਦ ਜਦੋਂ ਅੰਗਰੇਜ਼ ਇੱਥੇ ਦੇ ਲੋਕਾਂ ਨੂੰ ਛੱਡ ਕੇ ਗਏ, ਜਾਂ ਆਪਾਂ ਕਹਿ ਲਈਏ ਭਾਰਤ ਨੂੰ ਛੱਡ ਕੇ ਗਏ, ਜੀ। ਉਸ ਟਾਈਮ ਦੇ ਉੱਤੇ ਜਿਹੜੇ ਮੁਸਲਮਾਨਾਂ ਦਾ ਜਿਹੜਾ ਲੀਡਰ ਸੀਗਾ ਉਹ ਮੁਹੰਮਦ ਅਲੀ ਜਿਨਾਹ ਸੀ, ਜੀ। ਤੇ ਜਿਹੜਾ ਹਿੰਦੂਆਂ ਵੱਲੋਂ ਲੀਡਰਸ਼ਿਪ ਸੀਗੀ ਉਹ ਗਾਂਧੀ ਪਟੇਲ, ਇਹ ਲੀਡਰਸ਼ਿਪ ਸੀ, ਤੇ ਸਿੱਖਾਂ ਵੱਲੋਂ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਸੀਗੇ। ਜੀ। ਤੇ ਜਦੋਂ ਉਹ ਇਸ ਦੇਸ਼ ਨੂੰ ਛੱਡ ਕੇ ਗਏ, ਉਸ ਵੇਲੇ ਮੁਹੰਮਦ ਅਲੀ ਜਿਨਾਹ ਨੇ ਆਪਣਾ ਜਿਹੜਾ ਰਾਜ ਭਾਗ ਆ, ਮੁਸਲਮਾਨਾਂ ਦਾ ਰਾਜ ਭਾਗ ਆ, ਵੱਖਰਾ ਜਿਹੜਾ ਅਲੱਗਾ ਆਪਣਾ ਜਿਹੜਾ ਮੁਲਕ ਆ ਉਹ ਸਥਾਪਿਤ ਕਰ ਲਿਆ। ਜੀ। ਤੇ ਜਿਹੜੇ ਹਿੰਦੂ ਲੀਡਰ ਸੀਗੇ ਉਸ ਵੇਲੇ, ਉਹਨਾਂ ਨੇ ਆਪਣਾ ਜਿਹੜਾ ਰਾਜ ਭਾਗ ਵਾ ਉਹ ਲੈ ਲਿਆ। ਪਰ ਜਦੋਂ ਸਿੱਖਾਂ ਦੇ ਲੀਡਰਾਂ ਦੀ ਗੱਲ ਆਈ, ਮਾਸਟਰ ਤਾਰਾ ਸਿੰਘ ਦੀ ਗੱਲ ਆਈ, ਬਲਦੇਵ ਸਿੰਘ ਦੀ ਗੱਲ ਆਈ, ਇਹਨਾਂ ਨੇ ਜਿਹੜੀ ਹਿੰਦੂ ਲੀਡਰਸ਼ਿਪ ਸੀਗੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਉੱਤੇ ਭਰੋਸਾ ਕਰਕੇ ਜਿਹੜਾ ਆਪਣਾ ਰਾਜ ਭਾਗ ਸੀਗਾ ਉਹ ਇਹਨਾਂ ਦੇ ਹੱਥੀ ਦੇ ਦਿੱਤਾ। ਤੇ ਉਸ ਵੇਲੇ ਜਿਹੜੇ ਵਾਅਦੇ ਹੋਏ, ਚਾਹੇ ਉਹ ਲਿਖਤੀ ਹੋਏ। ਕੀ ਲੱਗਦਾ ਤੁਹਾਨੂੰ ਕਿ ਉਸ ਵੇਲੇ ਫੈਸਲਾ ਗਲਤ ਸੀਗਾ, ਨਹੀਂ ਸੀ ਏਦਾਂ ਹੋਣਾ ਚਾਹੀਦਾ? ਉਹ ਬਿਲਕੁਲ ਗਲਤ ਫੈਸਲਾ ਸੀਗਾ। ਉਹ ਜਿਹੜੇ ਰਹਿਣ ਵਿੱਚ, ਕਿਉਂਕਿ ਸਿੱਖਾਂ ਨੇ ਤਾਂ ਮੁਲਕ ਨੂੰ ਆਜ਼ਾਦ ਕਰਾਉਣ 'ਚ ਵੱਡਾ ਯੋਗਦਾਨ ਪਾਇਆ, ਫਿਰ ਇਹਨਾਂ ਦੇ ਨਾਲ ਰਹਿਣ ਵਿੱਚ ਕੀ ਇਤਰਾਜ਼ ਕੀ? ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਸੀਗਾ। ਸਿੱਖਾਂ ਨੇ, ਚਾਹੇ ਸਿੱਖ ਮੁਗਲ ਰਾਜ ਵੇਲੇ, ਚਾਹੇ ਸਿੱਖ ਅੰਗਰੇਜ਼ਾਂ ਵੇਲੇ, ਚਾਹੇ ਹੁਣ ਸਿੱਖ, ਜਿਹੜੀਆਂ ਵੀ ਕੌਮਾਂ ਵਾ, ਹਰੇਕ ਦੇ ਨਾਲ ਭਾਈਚਾਰਾ ਬਣਾ ਕੇ ਅਮਨ ਜਮਹੂਰੀਅਤ ਤਰੀਕੇ ਦੇ ਨਾਲ ਜਿਹੜੇ ਸਿੱਖ ਰਹਿਣਾ ਚਾਹੁੰਦੇ ਆ। ਪਰ ਉਸ ਤੋਂ ਬਾਅਦ ਗੱਲ ਇਹ ਸੀਗੀ, ਜਿਹੜੇ ਉਸ ਵੇਲੇ ਵਾਅਦੇ ਹੋਏ 1947 ਵੇਲੇ ਜਿਹੜੇ ਵਾਅਦੇ ਹੋਏ, 1947 ਤੋਂ ਕੁਝ ਚਿਰ ਬਾਅਦ ਹੀ ਇਹ ਇੱਕ ਰੈਜੂਲੇਸ਼ਨ ਪਾਸ ਕਰ ਦਿੱਤਾ ਜਾਂਦਾ ਵੀ ਜਿਹੜੀ ਸਿੱਖ ਕੌਮ ਆ ਇਹ ਜਰਾਇਮ ਪੇਸ਼ਾ ਕੌਮ ਆ। ਕੀ ਇਹਦਾ ਮਤਲਬ ਤੁਹਾਨੂੰ ਕੀ ਲੱਗਦਾ ਕਿ 1947 ਵੇਲੇ ਜਿਹੜੇ ਕੌਮ ਦੇ ਸਿੱਖ ਆਗੂ ਸੀਗੇ, ਸਿੱਖਾਂ ਦੇ ਆਗੂ ਸੀਗੇ ਜਿਹੜੇ ਉਸ ਵੇਲੇ, ਉਹਨਾਂ ਵਿੱਚ ਘਾਟ ਰਹੀ? ਜੀ ਉਹ ਬਿਲਕੁਲ, ਉਹਨਾਂ ਨੂੰ ਸਮਝ ਨਹੀਂ ਸਕੇ। ਬਿਲਕੁਲ ਉਹ ਘਾਟ ਸੀਗੀ। ਉਹੀ ਕਾਰਨ ਹੋਇਆ ਕਿ 84 ਜਿਹੜੀ ਵਾਪਰੀ, ਦਰਬਾਰ ਸਾਹਿਬ ਤੇ ਹਮਲਾ ਹੋਇਆ ਦਿੱਲੀ ਦੇ ਵਿੱਚ, ਤੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਸਿੱਖਾਂ ਦਾ ਵੱਡੀ ਪੱਧਰ ਤੇ ਕਤਲੇਆਮ ਹੋਇਆ, ਤੇ ਹੁਣ ਤੱਕ ਵੀ ਜਿਹੜਾ ਲਗਾਤਾਰ ਉਹ ਜਿਹੜਾ ਜ਼ੁਲਮ ਆ ਉਹ ਜਾਰੀ ਹੈ। ਤੁਸੀਂ ਗੱਲ ਕਰ ਰਹੇ ਸੀਗੇ ਕਿ ਆਜ਼ਾਦੀ ਤੋਂ ਬਾਅਦ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਉਹਨਾਂ ਨੇ। ਹਾਂਜੀ, ਰੈਜੂਲੇਸ਼ਨ ਪਾਸ ਕੀਤਾ। ਉਹਦੇ ਵਿੱਚ ਲਿਖਿਆ ਗਿਆ ਵੀ ਜਿਹੜੀ ਸਿੱਖ ਕੌਮ ਹੈ ਜਰਾਇਮ ਪੇਸ਼ਾ ਕੌਮ ਆ, ਇਹਦੇ ਉੱਤੇ ਵਿਸ਼ੇਸ਼ ਜਿਹੜੀ ਆ ਉਹ ਨਿਗਾਹ ਰੱਖੀ ਜਾਵੇ, ਤੇ ਇਹਨਾਂ ਨੂੰ ਹਮੇਸ਼ਾ ਹੀ ਜਦੋਂ ਵੀ ਕੋਈ ਗੱਲ ਹੁੰਦੀ ਹੈ, ਜਦੋਂ ਇਹ ਆਪਣੇ ਹੱਕ ਦੀ ਗੱਲ ਕਰਨ ਜਾਂ ਕੋਈ ਵੀ ਆਪਣੇ ਧਰਮ ਦੀ ਗੱਲ ਕਰਨ ਜਾਂ ਕੌਮ ਦੀ ਗੱਲ ਕਰਨ, ਤਾਂ ਇਹਨਾਂ ਦੇ ਉੱਤੇ ਵਿਸ਼ੇਸ਼ ਜਿਹੜੀ ਉਹ ਨਜ਼ਰ ਰੱਖੀ ਜਾਵੇ। ਉਸ ਤੋਂ ਬਾਅਦ ਲਗਾਤਾਰ ਸਮਾਂ ਚੱਲਿਆ। ਤੁਸੀਂ ਦੇਖੋ ਪੰਜਾਬ ਦੇ 1966 ਦੇ ਵਿੱਚ ਪੰਜਾਬ ਦੇਸ਼ ਦੇ, ਜੀ ਮੈਂ ਪੰਜਾਬ ਦੇਸ਼ ਕਹੂੰਗਾ ਕਿਉਂਕਿ 1849 ਤੋਂ ਪਹਿਲਾਂ ਭਾਰਤ, ਹਿੰਦੁਸਤਾਨ ਤੇ ਇੰਡੀਆ, ਕੋਈ ਨਾਮ ਜਾਂ ਨਕਸ਼ਾ ਤੁਹਾਨੂੰ ਤੁਸੀਂ ਗੂਗਲ ਤੇ ਵੀ ਸਰਚ ਮਾਰ ਕੇ ਦੇਖ ਲਓ, ਉਹਦੇ ਉੱਤੇ ਕੋਈ ਭਾਰਤ, ਹਿੰਦੁਸਤਾਨ, ਇੰਡੀਆ ਕੋਈ ਮੁਲਕ ਜਿਹੜਾ ਵਾ ਉਹ ਤੁਹਾਨੂੰ ਨਜ਼ਰ ਨਹੀਂ ਆਊਗਾ। 1849 ਤੋਂ ਪਹਿਲਾਂ ਪੰਜਾਬ ਇੱਕ ਅਲੱਗਾ ਦੇਸ਼ ਸੀਗਾ, ਭਾਰਤ ਇੱਕ ਅਲੱਗਾ ਦੇਸ਼ ਸੀਗਾ। ਮੈਂ ਇਹ ਕਹੂੰਗਾ ਵੀ 1947 ਵੇਲੇ ਕੋਈ ਭਾਰਤ ਦੀ ਵੰਡ ਨਹੀਂ ਹੋਈ, ਪੰਜਾਬ ਦੇਸ਼ ਦੀ ਵੰਡ ਹੋਈ, ਔਰ ਪੰਜਾਬ ਦੇ ਦੋ ਹਿੱਸੇ ਹੋਏ, ਜਿਸ ਨੂੰ ਇੱਕ ਆਪਾਂ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੇ ਨਾਂ ਨਾਲ ਆਪਾਂ ਗੱਲ ਕਰਦੇ। ਜਿਹੜਾ ਪਾਕਿਸਤਾਨ ਆ ਉਹ ਸਾਰਾ ਪੰਜਾਬ ਆ,
ਤੇ ਜਿਹੜਾ ਇਧਰਲਾ ਪੰਜਾਬ ਹੈ ਇਹਦੇ ਦੋ ਹਿੱਸੇ ਹੋਏ। ਉਸ ਤੋਂ ਬਾਅਦ 1966 ਦੇ ਵਿੱਚ ਪੰਜਾਬ ਦੇ ਵਿੱਚੋਂ ਚੰਡੀਗੜ੍ਹ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਕੁਝ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਉਹ ਪੰਜਾਬ ਤੋਂ ਕੱਢ ਕੇ ਇਸ ਪੰਜਾਬ ਦੇਸ਼ ਨੂੰ ਇੱਕ ਬਿਲਕੁਲ ਛੋਟਾ ਜਿਹੜਾ ਸੂਬਾ ਬਣਾ ਦਿੱਤਾ ਗਿਆ। ਇਹ ਇੱਕ ਪਲੈਨਿੰਗ ਸੀਗੀ ਵੀ ਸਿੱਖਾਂ ਦੀ ਜਿਹੜੀ ਰਾਜਸੀ ਤਾਕਤ ਵਾ, ਸਿੱਖਾਂ ਦੀ ਜਿਹੜੀ ਧਾਰਮਿਕ ਤਾਕਤ ਵਾ, ਸਿੱਖਾਂ ਦੀ ਜਿਹੜੀ ਕੌਮੀਅਤ ਦੀ ਤਾਕਤ ਵਾ, ਇਹਨੂੰ ਅਸੀਂ ਕਿੱਦਾਂ ਤੋੜੀਏ, ਕਿੱਦਾਂ ਸਿੱਖਾਂ ਦੇ ਵਿੱਚ ਤੇ ਮੁਸਲਮਾਨ ਭਾਈਚਾਰੇ ਦੇ ਵਿੱਚ ਇਹਨਾਂ ਨੂੰ ਦੋ ਫਾੜ ਕਰਕੇ ਇਹਨਾਂ ਦੀ ਜਿਹੜੀ ਤਾਕਤ ਆ ਉਹਨੂੰ ਘੱਟ ਕਰ ਦਿੱਤਾ ਜਾਵੇ। 66 ਤੋਂ ਬਾਅਦ ਲਗਾਤਾਰ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ, ਪੰਜਾਬ ਦੇ ਹੱਕ ਵਿੱਚ ਸਿੱਖਾਂ ਦੇ ਜਿਹੜੇ ਧਾਰਮਿਕ ਹੱਕ ਹਕੂਕ ਸੀਗੇ ਉਹਨਾਂ ਦੇ ਲਈ ਲਗਾਤਾਰ ਸੰਘਰਸ਼ ਸ਼ੁਰੂ ਹੋਇਆ। ਉਹ ਸੰਘਰਸ਼ ਚੱਲਦਾ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਹੋਇਆ, ਉਹ ਇਦਾਂ ਦਾ ਉਸ ਵੇਲੇ ਇਹ ਜਿਹੜਾ ਸੰਘਰਸ਼ ਸੀਗਾ ਅਮਨਮਈ ਜਮਹੂਰੀਅਤ ਤਰੀਕੇ ਨਾਲ ਚੱਲ ਰਿਹਾ, ਉਹ ਇਦਾਂ ਦਾ ਰੂਪ ਅਖਤਿਆਰ ਕਰ ਗਿਆ ਕਿਉਂਕਿ ਸਰਕਾਰ ਨੇ ਬਿਲਕੁਲ ਇੱਕ ਡੇਰੇ ਨੂੰ ਸ਼ਹਿ ਦੇ ਕੇ ਸਿੱਖਾਂ ਦੇ ਖਿਲਾਫ ਖੜਾ ਕੀਤਾ ਜੀ। ਤੇ ਉਸ ਵੇਲੇ ਸਿੱਖਾਂ ਨੇ ਜਦੋਂ 13 ਸਿੰਘ ਸ਼ਹੀਦ ਹੋ ਗਏ, ਉਸ ਵੇਲੇ ਇਹ ਜਿਹੜੀ ਇਹ ਸ਼ਹਾਦਤ ਹੋਈ 13 ਸਿੰਘਾਂ ਦੀ, ਉਹ ਜਿਹੜੀ ਸਿੱਖਾਂ ਨੇ ਬਿਲਕੁਲ ਬਰਦਾਸ਼ਤ ਨਹੀਂ ਕੀਤੀ। ਉਸ ਵੇਲੇ ਜਿਹੜੀ ਸਿੱਖ ਕੌਮ ਦੇ ਅੰਦਰ ਜਿਹੜਾ ਰੋਹ ਜਾਗਿਆ, ਉਸ ਰੋਹ ਨੇ ਇੱਕ ਜਿਹੜੇ ਆਪਣੇ ਸਿੱਖ ਕੌਮ ਦੇ ਹੱਕ, ਪੰਜਾਬ ਦੇ ਹੱਕਾਂ ਦੇ ਲਈ ਲੋਕਾਂ ਨੂੰ ਲਾਮਬੰਦ ਕੀਤਾ ਔਰ ਸਿੱਖ ਕੌਮ ਇੱਕ ਨਿਸ਼ਾਨ ਥੱਲੇ ਇਕੱਠੀ ਹੋਈ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਈ ਤਾਂ ਕੌਮ ਨੇ ਆਪਣਾ ਜਿਹੜਾ ਪੰਜਾਬੀ ਸੂਬੇ ਦੇ ਲਈ, ਪੰਜਾਬ ਦੇ ਹੱਕਾਂ ਲਈ ਆਪਣਾ ਜਿਹੜਾ ਅਮਨਮਈ ਜਮਹੂਰੀਅਤ ਤਰੀਕੇ ਨਾਲ ਆਪਣਾ ਜਿਹੜਾ ਸੰਘਰਸ਼ ਸੀ ਉਹ ਆਰੰਭ ਕਰ ਦਿੱਤਾ। ਮੈਨੂੰ ਲੱਗਦਾ 78 ਤੋਂ ਪਹਿਲਾਂ ਉਸ ਵੇਲੇ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਉਸ ਵੇਲੇ ਉਹ ਮੰਚ ਤੇ ਆ ਚੁੱਕੇ ਸੀਗੇ। ਹਾਂਜੀ ਬਿਲਕੁਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਦੋਂ 1978 ਦੇ ਵਿੱਚ ਨਿਰੰਕਾਰੀ ਕਾਂਡ ਹੁੰਦਾ, ਉੱਥੇ 13 ਸਿੰਘ ਸ਼ਹੀਦ ਹੁੰਦੇ ਆ, ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੇ ਤੁਸੀਂ ਸਪੀਚ ਸੁਣੋ, ਨੈਟ ਦੇ ਉੱਤੇ ਜਾ ਕੇ ਤੁਸੀਂ ਉਹ ਦੇਖ ਸਕਦੇ ਆ, ਸੁਣ ਸਕਦੇ ਆ, ਉਸ ਵਿੱਚ ਉਹਨਾਂ ਨੇ ਇਹ ਤਕਰੀਰ ਕੀਤੀ ਵੀ ਖਾਲਸਾ ਜੀ ਹੁਣ ਜਿਹੜਾ ਇਹ ਜ਼ੁਲਮ ਆ ਇਹ ਸਿਰ ਤੋਂ ਟੱਪ ਚੁੱਕਿਆ, ਅਸੀਂ ਬਿਲਕੁਲ ਅਮਨ ਦੇ ਹਾਮੀ ਆ, ਅਸੀਂ ਜਮਹੂਰੀਅਤ ਤਰੀਕੇ ਦੇ ਨਾਲ ਆਪਣੇ ਹੱਕਾਂ ਦੀ ਗੱਲ ਕਰ ਰਹੇ ਆ, ਸ਼ਾਂਤਮਈ ਤਰੀਕੇ ਦੇ ਨਾਲ ਮੋਰਚਾ ਚੱਲ ਰਿਹਾ ਸੀ, ਧਰਮ ਯੁੱਧ ਮੋਰਚਾ ਜਿਹੜਾ ਚੱਲਿਆ। ਉਸ ਤੋਂ ਬਾਅਦ ਸੰਤਾਂ ਨੇ ਇਹ ਤਕਰੀਰ ਕੀਤੀ ਵੀ ਹੁਣ ਆਪਣੇ ਹੱਕਾਂ ਦੇ ਲਈ, ਆਪਣੀ ਕੌਮ ਦੇ ਹੱਕਾਂ ਦੇ ਲਈ, ਪੰਜਾਬ ਦੇ ਹੱਕਾਂ ਦੇ ਲਈ, ਮਜ਼ਲੂਮਾਂ ਦੇ ਹੱਕਾਂ ਦੇ ਲਈ ਹੁਣ ਸਿੱਖ ਕੌਮ ਨੂੰ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕਮੁੱਠ ਹੋਣਾ ਪਊਗਾ ਤੇ ਆਪਣੇ ਹੱਕਾਂ ਦੇ ਲਈ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਪਊਗੀ। ਲਵਲੀ ਜੀ, ਬਹੁਤ ਸਾਰੇ ਲੋਕ ਏਦਾਂ ਪ੍ਰਚਾਰਦੇ ਆ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਉਹ ਕਾਂਗਰਸ ਦੇ ਏਜੰਟ ਸੀਗੇ, ਤੇ ਮੈਂ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਇਦਾਂ ਦੀ ਗੱਲ ਜਦੋਂ ਸੁਣ ਲੈਣਾ ਹੈਗਾ, ਤੇ ਤੁਹਾਡੇ ਕੋਲ ਕੁਝ ਹੈ ਕਹਿਣ ਨੂੰ ਉਹਨਾਂ ਦੇ ਸ਼ਖਸੀਅਤ ਦੇ ਬਾਰੇ ਚ ਔਰ ਜਿਹੜੇ ਉਹਨਾਂ ਨੇ ਉਸ ਵੇਲੇ ਕਾਰਜ ਕੀਤੇ, ਜਾਂ ਕਾਂਗਰਸ ਦੇ ਏਜੰਟ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਨੂੰ ਦੱਸਣ ਵਾਸਤੇ ਕੁਝ ਹੈ? ਦੇਖੋ ਇਦਾਂ ਹੁੰਦਾ, ਸਰਕਾਰਾਂ ਦੇ 100 ਹੱਥ ਹੁੰਦੇ ਆ। ਜਦੋਂ ਤੱਕ ਸਰਕਾਰਾਂ ਨੂੰ ਇਹ ਲੱਗਦਾ ਵੀ ਇਹਨਾਂ ਦੇ ਮਗਰ ਲੋਕ ਲਹਿਰ ਨਹੀਂ ਖੜੀ ਹੋਈ ਜੀ, ਉਦੋਂ ਤੱਕ ਸਰਕਾਰ ਜਿਹੜੀ ਆ ਉਹਨਾਂ ਨੂੰ ਕੁਝ ਨਹੀਂ ਕਹਿੰਦੀ। ਜਦੋਂ ਕੋਈ ਵੀ ਮਨੁੱਖ ਜਦੋਂ ਸੱਚ ਲਈ, ਹੱਕ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦਾ, ਸਰਕਾਰ ਦੇ ਜ਼ੁਲਮ ਦੇ ਖਿਲਾਫ ਬੋਲਦਾ, ਸਰਕਾਰਾਂ ਕੋਲ ਬਹੁਤ ਹਥਿਆਰ ਹੁੰਦੇ ਆ। ਉਹਦੇ ਵਿੱਚ ਸਭ ਤੋਂ ਵੱਡਾ ਹਥਿਆਰ ਇਹ ਹੁੰਦਾ ਵੀ ਉਸ ਇਨਸਾਨ ਦੀ ਜਿਹੜੀ ਸ਼ਖਸੀਅਤ ਆ ਉਹਨੂੰ ਧੁੰਦਲੀ ਕਰ ਦਿੱਤਾ ਜਾਵੇ। ਉਹਦੇ ਵਿੱਚੋਂ ਸਰਕਾਰਾਂ ਫੇ ਇਹ ਪਲਾਨ ਕਰਦੀਆਂ ਵੀ ਇਹਨੂੰ ਆਪਣਾ ਹੀ ਹਿੱਸਾ ਦੱਸ ਦਿੱਤਾ ਜਾਵੇ ਤਾਂ ਕਿ ਲੋਕਾਂ ਦੇ ਮਨਾਂ ਵਿੱਚ ਜਿਹੜੇ ਲੋਕ, ਜਿਹੜੀ ਕੌਮ ਉਸ ਲੀਡਰ ਦੇ ਮਗਰ ਇਕੱਠੀ ਹੋ ਗਈ, ਇਕਜੁੱਟ ਹੋ ਕੇ ਉਸ ਲੀਡਰ ਦੇ ਮਗਰ ਤੁਰ ਪਈ ਆ, ਉਸ ਕੌਮ ਦੇ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ ਵਿੱਚ ਇਹ ਜਿਹੜਾ ਘਰ ਕਰ ਦਿੱਤਾ ਜਾਵੇ ਵੀ ਜਿਹੜਾ ਇਹ ਲੀਡਰ ਅਸੀਂ ਹੀ ਪੈਦਾ ਕੀਤਾ ਸੀਗਾ ਤੇ ਅਸੀਂ ਹੀ ਇਹਨੂੰ ਖਤਮ ਕਰ ਦਿੱਤਾ। ਇਹ ਪਲੈਨਿੰਗ ਹੁੰਦੀ ਆ, ਮਤਲਬ ਲੋਕਾਂ ਨੂੰ ਇਹ ਲੱਗਣ ਲੱਗ ਪਵੇ ਉਹਨਾਂ ਦੇ ਹਮਾਇਤੀਆਂ ਨੂੰ ਕਿ ਤੇ ਸਰਕਾਰੀ ਆ ਜਿਹੜਾ ਸਾਡਾ ਜੀ, ਬਿਲਕੁਲ ਸਰਕਾਰੀ ਆ। ਔਰ ਸੰਤਾਂ ਦੀਆਂ ਸਪੀਚਾਂ ਤੁਸੀਂ ਸੁਣੋ, ਸੰਤਾਂ ਨੇ ਕਿਹਾ ਕਿ ਜੇ ਮੈਨੂੰ ਤੁਸੀਂ ਅਕਾਲੀ ਕਹਿੰਦੇ ਆ, ਅਕਾਲੀ ਮੈਂ ਹੈਗਾ, ਇੱਕ ਅਕਾਲ ਪੁਰਖ ਤੇ ਨਿਸ਼ਚਾ ਰੱਖਦਾ। ਜੇ ਤੁਸੀਂ ਮੈਨੂੰ ਕਾਂਗਰਸੀ ਕਹਿੰਦੇ ਆ ਤੁਸੀਂ ਕਹਿ ਲਓ, ਪਰ ਉਹਦੇ ਲਈ ਇਹ ਆ ਵੀ ਜੇ ਮੈਂ ਕਾਂਗਰਸੀ ਹੈਗਾ ਫਿਰ ਉਹਦਾ ਪ੍ਰੂਫ ਦਿੱਤਾ ਜਾਵੇ। ਕਿਉਂਕਿ ਦੇਖੋ ਗੱਲਾਂ ਕਰਨ ਨੂੰ ਵੱਡੀਆਂ ਸਰਕਾਰਾਂ ਵੇਲੇ ਉਸ ਵੇਲੇ ਵੱਡੇ ਇਲਜ਼ਾਮ ਲੱਗੇ ਕਿ ਸੰਤ ਜਰਨੈਲ ਸਿੰਘ ਹੁਣੇ ਕਾਂਗਰਸੀ ਸੀਗੇ, ਕਾਂਗਰਸ ਨੇ ਇਹਨਾਂ ਨੂੰ ਮਤਲਬ ਤਿਆਰ ਕੀਤਾ ਸੀਗਾ ਆਪਣੇ ਮਫਾਦ ਦੇ ਲਈ। ਪਰ ਅੱਜ ਤੱਕ ਉਸ ਵੇਲੇ ਦੇ 1984 ਵੇਲੇ ਦੇ ਸਾਰੇ ਅੰਦਰਲੇ ਜਿਹੜੇ ਪ੍ਰੂਫ ਆ, ਜੋ ਉੱਥੇ ਹੋਇਆ, ਜਿੱਦਾਂ ਉੱਥੇ ਦਰਬਾਰ ਸਾਹਿਬ ਢਾਇਆ ਗਿਆ, ਕਿੱਦਾਂ ਉੱਥੇ ਸਿੰਘ ਜਿਹੜੇ ਸ਼ਹੀਦ ਹੋਏ ਆ,
ਕਿੱਦਾਂ ਨਿੱਕੇ ਨਿੱਕੇ ਬੱਚਿਆਂ ਨੂੰ ਫੌਜ ਨੇ ਪੈਰਾਂ ਤੋਂ ਫੜ ਕੇ ਜਿਹੜੇ ਪਟਕਾ ਕੇ ਉਹਨਾਂ ਨੂੰ ਇੰਨਾ ਜ਼ੁਲਮ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ। ਜਿਹੜੇ ਬੱਚਿਆਂ ਦੀ ਉਮਰ ਵੀ 5-5 6-6 ਮਹੀਨੇ ਦੀ ਸੀ, ਉਹ ਬੱਚੇ ਵੀ ਨਹੀਂ ਛੱਡੇ। ਉਹ ਸਾਰੇ ਸਬੂਤ ਜਿਹੜੇ ਦੁਨੀਆ ਦੇ ਸਾਹਮਣੇ ਆ ਚੁੱਕੇ ਆ। ਪਰ ਜਿਹੜੇ ਇਹ ਲੋਕ ਕਹਿੰਦੇ ਸੀ ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਗਏ ਆ। ਜਿਹੜੇ ਕਹਿੰਦੇ ਸੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਸੀ, ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਦਰਬਾਰ ਸਾਹਿਬ ਅੰਦਰ ਜਿਹੜੀ ਮੋਰਚਾਬੰਦੀ ਕੀਤੀ ਸੀ, ਜੋ ਉਸ ਟਾਈਮ ਤੇ ਸੰਤਾਂ ਦੇ ਉੱਤੇ ਬਲੇਮ ਲੱਗੇ, ਅੱਜ ਦੇਖ ਲਓ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਕਲੀਅਰ ਹੋ ਗਈ ਆ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਸੀਗੇ, ਉਹ ਨਾ ਤਾਂ ਉਹਨਾਂ ਨੇ ਕੋਈ ਅਕਾਲੀ ਦਲ ਦੇ ਵਿੱਚ ਅਹੁਦਾ ਲਿਆ, ਨਾ ਉਹ ਕਾਂਗਰਸ ਕੋਲੋਂ ਖਰੀਦ ਹੋਏ, ਨਾ ਉਹ ਇੰਦਰਾ ਗਾਂਧੀ ਕੋਲੋਂ, ਨਾ ਉਹ ਵੱਡੇ ਵੱਡੇ ਜਿੰਨੇ ਵੀ ਉਸ ਟਾਈਮ ਤੇ ਵੀ ਸੰਤ ਜਰਨੈਲ ਸਿੰਘ ਹੋਣਾ ਦੇ ਕੋਲ ਖਰੀਦਣ ਵਾਸਤੇ ਬਹੁਤ ਸਰਕਾਰ ਨੇ ਬੰਦੇ ਭੇਜੇ। ਪਰ ਉਹ ਸੰਤ ਜਰਨੈਲ ਸਿੰਘ ਹੋਣਾ ਦੀ ਜਿਹੜੀ ਸ਼ਖਸੀਅਤ ਸੀ ਉਸ ਸਮੇਂ ਵੀ ਬੇਦਾਗ ਸੀ, ਅੱਜ ਵੀ ਬੇਦਾਗ ਆ ਔਰ ਸਦਾ ਰਹੂਗੀ। ਇਹੀ ਕਾਰਨ ਅੱਜ ਪੂਰੀ ਦੁਨੀਆ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਉਸ ਸਮੇਂ ਦੇ ਜਿਹੜੇ ਸ਼ਹੀਦ ਸਿੰਘ ਹੋਏ ਆ ਸੰਤਾਂ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ, ਜਾਂ ਉਸ ਤੋਂ ਬਾਅਦ ਜਿਹੜੀ 95 ਤੱਕ 94 ਤੱਕ 93 ਤੱਕ ਜਿਹੜੀ ਖਾੜਕੂ ਮੂਵਮੈਂਟ ਚੱਲੀ ਆ, ਉਹ ਯੋਧਿਆਂ ਦਾ ਜਿਹੜਾ ਅਕਸ ਸੀਗਾ। ਭਾਵੇਂ ਉਸ ਸਮੇਂ ਵੀ ਖਾੜਕੂ ਲਹਿਰ ਦੇ ਵਿੱਚ ਵੀ ਨਕਲੀ ਜਿਹੜੀਆਂ ਕੈਟਾਂ ਤਿਆਰ ਕਰਕੇ, ਨਕਲੀ ਖਾੜਕੂ ਤਿਆਰ ਕਰਕੇ ਇਹ ਮੂਵਮੈਂਟ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਹੁਣ ਤੁਸੀਂ ਦੇਖ ਲਓ ਅੱਜ ਜਿਹੜਾ ਉਹ ਪਰਦਾ ਜਿਹੜਾ ਉਹ ਬਿਲਕੁਲ ਚੱਕਿਆ ਗਿਆ। ਸਰਕਾਰਾਂ ਦਾ ਚਿਹਰਾ ਨੰਗਾ ਹੋ ਗਿਆ ਵੀ ਕਿੱਦਾਂ ਸੰਤ ਜਰਨੈਲ ਸਿੰਘ ਹੋਣਾ ਨੂੰ ਬਦਨਾਮ ਕਰਨ ਲਈ, ਔਰ ਜਿਹੜੀ ਇਹ ਮਨੁੱਖਤਾ ਲਈ ਅਮਨ ਜਮਹੂਰੀਅਤ ਤਰੀਕੇ ਦੇ ਨਾਲ ਜਿਹੜੀ ਸੰਤ ਜਰਨੈਲ ਸਿੰਘ ਹੋਣਾ ਨੇ ਪੰਜਾਬ ਦੇ ਹੱਕਾਂ ਲਈ, ਸਿੱਖ ਕੌਮ ਦੇ ਹੱਕਾਂ ਦੇ ਲਈ ਜੋ ਇਹ ਲੜਾਈ ਆਰੰਭੀ ਸੀ, ਉਹਨੂੰ ਕਿੱਦਾਂ ਜਿਹੜੇ ਖਾੜਕੂ ਸਿੰਘ ਸੀ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ, ਆਪਣੀਆਂ ਸ਼ਹਾਦਤਾਂ ਦੇ ਕੇ ਕਿੱਦਾਂ ਅੰਜਾਮ ਤੱਕ ਪਹੁੰਚਾਇਆ। ਕਿੱਦਾਂ ਜਿਹੜੀ ਇੱਥੇ ਪੰਜਾਬ ਦੀ ਧਰਤੀ ਦੇ ਵਿੱਚ ਜਿਹੜੀ ਸਰਕਾਰੀ ਅੱਤਵਾਦ ਦੇ ਨਾਲ ਇੱਥੇ ਦੇ ਜਿਹੜੇ ਪੰਜਾਬ ਦੇ ਨੌਜਵਾਨ ਸੀ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੋਹ ਕੇ ਮਾਰੇ ਗਏ, ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਗਏ। ਅੱਜ ਕਈ ਜਗ੍ਹਾ ਹੁਣ ਵੀ ਅਖਬਾਰਾਂ ਦੇ ਵਿੱਚ ਥੋੜੇ ਦਿਨ ਹੋਏ ਅਖਬਾਰਾਂ ਦੇ ਵਿੱਚ ਆਇਆ ਵੀ ਇੰਨੀਆਂ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦਾ ਜਿਹੜਾ ਡਾਟਾ ਉਹ ਤਿਆਰ ਹੋਇਆ। ਕਾਫੀ ਲੱਗੇ ਵੀ ਆ ਸਿੰਘ ਉਹ ਤਿਆਰ ਕਰਨ ਵੀ ਕਿੱਦਾਂ ਹੋਇਆ। ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਸਰਕਾਰਾਂ ਦੇ ਇਹ ਵੀ ਇੱਕ ਹੱਥ ਹੁੰਦਾ ਵੀ ਅਸੀਂ ਉਸ ਨੂੰ ਮਤਲਬ ਜਿਹੜੀ ਬੇਦਾਗ ਸ਼ਖਸੀਅਤ ਆ ਉਹਨੂੰ ਖਰਾਬ ਕਰਨ ਦੇ ਲਈ ਅਸੀਂ ਇਹ ਦੱਸੀਏ ਵੀ ਅਸੀਂ ਹੀ ਤਿਆਰ ਕੀਤਾ ਸੀ, ਅਸੀਂ ਹੀ ਇਹਨੂੰ ਖਤਮ ਕਰ ਦਿੱਤਾ। ਇਹ ਸਭ ਜੀ ਜਿਹੜੀਆਂ ਜਦੋਂ ਗੱਲ ਇਹ ਆਉਂਦੀ ਆ ਵੀ ਹੁਣ ਜਿਹੜੀ ਨਵੀਂ ਪੀੜ੍ਹੀ ਹੈਗੀ ਆ, ਹਾਲਾਂਕਿ ਤੁਸੀਂ ਵੀ ਉਸ ਵੇਲੇ ਹੈ ਨਹੀਂ ਸੀ, ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੱਖੀਂ ਦੇਖਿਆ ਨਹੀਂ, ਬਾਅਦ ਵਿੱਚ ਤੁਸੀਂ ਸਾਰੀ ਜਾਣਕਾਰੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਇਦਾਂ ਦੇ ਹੋਣਗੇ, ਚਾਹੇ ਇੱਥੇ ਆ ਚਾਹੇ ਵਿਦੇਸ਼ਾਂ ਦੇ ਵਿੱਚ ਹੈਗੇ ਨੇ, ਚਾਹੇ ਪੰਜਾਬ ਜਾਂ ਪੰਜਾਬ ਤੋਂ ਬਾਹਰ, ਉਹਨਾਂ ਤੋਂ ਸ਼ਾਇਦ ਹੋ ਸਕਦਾ ਬਹੁਤਿਆਂ ਨੂੰ ਨਾ ਪਤਾ ਹੋਵੇ ਇਸ ਗੱਲ ਦਾ ਵੀ ਮੰਗਾਂ ਕੀ ਸੀ ਉਸ ਵੇਲੇ, ਕਿਉਂਕਿ ਸ਼ਾਇਦ ਉਹਨਾਂ ਦਿਮਾਗ 'ਚ ਇਹ ਗੱਲ ਆ ਸਕਦੀ ਆ ਵੀ ਐਡਾ ਵੱਡਾ ਆਪਣੇ ਆਪ ਨੂੰ ਲੋਕਤੰਤਰ ਮੁਲਕ ਹੋਣ ਦਾ ਦਾਅਵਾ ਕਰਨ ਵਾਲਾ ਭਾਰਤ ਐਡੀ ਵੱਡੀ ਗਲਤੀ ਕਿਵੇਂ ਕਰ ਸਕਦਾ ਵੀ ਕਿਸੇ ਇੱਕ ਮੁਲਕ ਦੇ ਕਿਵੇਂ ਉੱਥੇ ਐਡਾ ਵੱਡਾ ਉਹਨੇ ਹਮਲਾ ਕਰ ਦਿੱਤਾ। ਮੰਗਾਂ ਕੀ ਸੀ ਭਲਾ ਉਸ ਵੇਲੇ, ਜਿਹੜੀਆਂ ਮੰਗਾਂ ਸੀ ਜਿਹਨਾਂ ਨੂੰ ਲੈ ਕੇ ਉਹਨਾਂ ਨੇ ਸੰਘਰਸ਼ ਵਿੱਢਿਆ ਸੰਤ ਭਿੰਡਰਾਂਵਾਲੇ ਨੇ? ਦੇਖੋ, ਜਿਹੜਾ ਜਦੋਂ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਚੱਲੀ, ਉਦੋਂ ਆਨੰਦਪੁਰ ਦਾ ਜਿਹੜਾ ਮਤਾ ਸੀਗਾ, ਉਹ ਕੌਮ ਨੇ ਜਿਹੜੇ ਉਸ ਸਮੇਂ ਦੇ ਜਿਹੜੇ ਸਿੱਖ ਲੀਡਰਸ਼ਿਪ ਸੀਗੇ, ਆਨੰਦਪੁਰ ਦਾ ਮਤਾ ਜਿਹੜਾ ਤਿਆਰ ਕੀਤਾ ਗਿਆ, ਉਹਦੇ ਵਿੱਚ ਪੰਜਾਬ ਦੇ ਹੱਕਾਂ ਦੀਆਂ 80% ਜਿਹੜੀਆਂ ਮੰਗਾਂ ਪੰਜਾਬ ਦੇ ਹੱਕਾਂ ਦੀਆਂ ਸੀ। 18 ਮੰਗਾਂ ਸੀਗੀਆਂ, ਜਿਹਦੇ ਵਿੱਚ ਕਿ ਪੰਜਾਬ ਨੂੰ ਪੰਜਾਬੀ ਬੋਲੀ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਔਰ ਉਹਦੇ ਵਿੱਚ ਤੁਸੀਂ ਨੈਟ ਦੇ ਉੱਤੇ ਜਾ ਕੇ ਵੀ ਆਨੰਦਪੁਰ ਦਾ ਮਤਾ ਪੜ੍ਹ ਸਕਦੇ ਆ। 18 ਦੇ ਕਰੀਬ ਮੰਗਾਂ ਸੀ, ਜਿਹਦੇ ਵਿੱਚ 80% ਜਿਹੜੀਆਂ ਮੰਗਾਂ ਸੀ ਉਹ ਪੰਜਾਬ ਦੇ ਹੱਕਾਂ ਦੀਆਂ ਸੀ, ਪੰਜਾਬ ਦੇ ਲੋਕਾਂ ਦੀਆਂ ਮੰਗਾਂ ਸੀ। ਉਹਦੇ ਵਿੱਚ 20% ਮੰਗਾਂ ਜਿਹੜੀਆਂ ਸਿੱਖ ਕੌਮ ਦੀਆਂ ਸੀ, ਜਿਹੜੀਆਂ 1947 ਵੇਲੇ ਜਿਹੜੇ ਹਿੰਦੂ ਲੀਡਰਸ਼ਿਪ ਸੀਗੀ ਉਹਨਾਂ ਨੇ ਜਿਹੜੇ ਸਿੱਖਾਂ ਨਾਲ ਵਾਅਦੇ ਕੀਤੇ ਸੀਗੇ, ਉਹ ਮੰਗਾਂ ਸਨ। ਲਵਲੀ ਜੀ, ਫਿਰ ਜੇ ਉਹ 80% ਮੰਗਾਂ ਪੰਜਾਬ ਦੀਆਂ ਸੀਗੀਆਂ ਤੇ ਪੰਜਾਬ ਦੇ ਵਿੱਚ ਤਾਂ ਇਕੱਲੇ ਸਿੱਖ ਨਹੀਂ ਰਹਿੰਦੇ ਹੈਗੇ, ਇੱਥੇ ਹਿੰਦੂ ਵੀ ਵੱਡੀ ਗਿਣਤੀ 'ਚ ਰਹਿੰਦੇ ਹੈਗੇ ਆ, ਤੇ ਉਸ ਵੇਲੇ ਜੇ ਸੰਤ ਭਿੰਡਰਾਂਵਾਲੇ ਜੇ ਉਹ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਮੁੱਖ ਤੌਰ ਦੇ ਉੱਤੇ 80% ਮੰਗਾਂ ਜਿੱਦਾਂ ਤੁਸੀਂ ਦੱਸਦੇ ਹੈਗਾ ਤੇ ਉਹ ਸੀਗੀਆਂ, ਤੇ ਪੰਜਾਬ ਦਾ ਜਿਹੜਾ ਹਿੰਦੂ ਹੈਗਾ ਉਹ ਉਸ ਵੇਲੇ ਨਾਲ ਬਰਾਬਰ ਕਿਉਂ ਨਹੀਂ ਖੜਿਆ? ਔਰ ਏਦਾਂ ਵੀ ਪ੍ਰਚਾਰ ਹੁੰਦਾ ਰਿਹਾ ਕਿ ਸੰਤ ਭਿੰਡਰਾਂਵਾਲੇ ਤਾਂ ਹਿੰਦੂਆਂ ਦੇ ਐਂਟੀ ਸੀਗੇ, ਹਿੰਦੂਆਂ ਨੂੰ ਮਾਰਨ ਦੀਆਂ ਗੱਲਾਂ ਕਰਦੇ ਸਨ, ਪਰ ਜਿਹੜਾ 80% ਪੰਜਾਬ ਦੇ ਜਿੱਥੇ ਹਿੰਦੂ ਵੀ ਰਹਿੰਦੇ ਹੈਗੇ ਆ,
ਇਹ ਗੱਲ ਤਾਂ ਉੱਭਰ ਕੇ ਕਦੀ ਸਾਹਮਣੇ ਆਈ ਨਹੀਂ, ਨਾ ਹਿੰਦੂ ਵੱਡੀ ਗਿਣਤੀ 'ਚ ਨਾਲ ਖੜਾ ਨਜ਼ਰ ਆਇਆ ਉਸ ਵੇਲੇ। ਉਹਦੀ ਕੀ ਵਜ੍ਹਾ ਸਮਝਦੇ ਹੋ? ਦੇਖੋ, ਜਦੋਂ ਸੰਤ ਜਰਨੈਲ ਸਿੰਘ ਹੁਣਾਂ ਨੇ ਧਰਮਯੁੱਧ ਮੋਰਚਾ ਆਰੰਭ ਕੀਤਾ, ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਤੋਂ, ਚਾਹੇ ਉਹ ਹਿੰਦੂ ਸੀ, ਚਾਹੇ ਉਹ ਮੁਸਲਿਮ ਸੀ, ਚਾਹੇ ਉਹ ਦਲਿਤ ਸੀ, ਚਾਹੇ ਇੱਥੇ ਪੰਜਾਬ ਵਿੱਚ ਰਹਿੰਦਾ ਈਸਾਈ ਸੀ, ਉਹ ਇੰਨਾ ਕੁ ਪ੍ਰਭਾਵਿਤ ਹੋਇਆ। ਜੇ ਤੁਸੀਂ 1984 ਤੋਂ ਬਾਅਦ ਦੀ ਗੱਲ ਦੇਖੋ ਤੇ 1984 ਤੋਂ ਬਾਅਦ ਜਿਹੜੀ ਖਾੜਕੂ ਮੂਵਮੈਂਟ ਚੱਲੀ ਆ, ਉਸ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਵੀਰ ਵੀ ਜਿਹੜੇ ਸ਼ਾਮਲ ਹੋਏ ਜੀ। ਔਰ ਜਿਹੜੇ ਤੁਸੀਂ ਜੇ ਭਾਈ ਯੁਗਰਾਜ ਸਿੰਘ ਤੂਫਾਨ ਹੁਣਾਂ ਦੀ ਹਿਸਟਰੀ ਪੜ੍ਹੋ, ਇਤਿਹਾਸ ਪੜ੍ਹੋ, ਭਾਈ ਯੁਗਰਾਜ ਸਿੰਘ ਤੂਫਾਨ, ਉਹਨਾਂ ਨੇ ਕਿੰਨੇ ਜਿਹੜੇ ਹਿੰਦੂ ਪਰਿਵਾਰ ਸੀਗੇ ਜਿਹੜੇ ਇੱਥੋਂ ਪੰਜਾਬ ਛੱਡ ਕੇ ਹਰਿਆਣਾ ਸਟੇਟ ਜਾਂ ਵੱਖ-ਵੱਖ ਸਟੇਟਾਂ 'ਚ ਚਲ ਗਏ ਸੀ, ਉਹਨਾਂ ਨੇ ਕਿੰਨੇ ਹਿੰਦੂ ਪਰਿਵਾਰ ਜਿਹੜੇ ਮੁੜ ਕੇ ਪੰਜਾਬ ਵਿੱਚ ਵਸਾਏ। ਤੁਸੀਂ ਅੱਜ ਗੁਰਦਾਸਪੁਰ ਜਾ ਕੇ ਤੁਸੀਂ ਉਹ ਪਰਿਵਾਰਾਂ ਨੂੰ ਮਿਲ ਵੀ ਸਕਦੇ ਆ। ਉਹ ਹਿੰਦੂ ਪਰਿਵਾਰਾਂ ਦੀਆਂ ਧੀਆਂ ਦੇ ਰਿਸ਼ਤੇ ਆਪ ਹੱਥੀਂ ਕਰਾਏ। ਔਰ ਖਾੜਕੂਆਂ ਦੇ ਉਸ ਸਮੇਂ ਜਿਹੜੀ ਹੁਣ ਅੱਜ ਦੀ ਗੱਲ ਕਰੀਏ ਤਾਂ ਅੱਜ ਹੁਣ ਜਿਹੜੀ ਇਹ ਬਿਮਾਰੀ ਚੱਲ ਰਹੀ ਆ, ਆਪਾਂ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਸਰਕਾਰ ਨੇ ਇਹ ਐਲਾਨ ਕੀਤਾ ਵੀ 11 ਜਾਂ 21 ਬੰਦਿਆਂ ਤੋਂ ਵੱਧ ਜੀ ਜਿਹੜੇ ਕੋਈ ਬਰਾਤ ਵਿੱਚ ਨਹੀਂ ਜਾ ਸਕਦੇ ਜਾਂ ਕੋਈ ਕਿਤੇ ਨਹੀਂ ਜਾ ਸਕਦੇ। ਤਾਂ ਖਾੜਕੂਵਾਦ ਵੇਲੇ 11 ਬੰਦੇ ਜਿਹੜੇ ਬਰਾਤ ਵਿੱਚ ਜਾਂਦੇ ਸੀ, ਕੋਈ ਦਹੇਜ ਨਹੀਂ ਲੈ ਸਕਦਾ ਸੀ, ਕੋਈ ਦਹੇਜ ਦੇ ਨਹੀਂ ਸਕਦਾ ਸੀ, ਕੋਈ ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਦੇਖ ਨਹੀਂ ਸਕਦਾ ਸੀ। ਔਰ ਉਸ ਟਾਈਮ ਦੇ ਉੱਤੇ ਜਿਹੜਾ ਮਾਹੌਲ ਸੀਗਾ ਖਾੜਕੂਵਾਦ ਦੇ ਵੇਲੇ, ਇਦਾਂ ਦਾ ਮਾਹੌਲ ਹੋ ਗਿਆ ਸੀ, ਚਾਹੇ ਉਹ ਹਿੰਦੂ ਸੀ, ਚਾਹੇ ਮੁਸਲਿਮ ਸੀ, ਚਾਹੇ ਈਸਾਈ ਸੀ, ਚਾਹੇ ਦਲਿਤ ਸੀਗੇ, ਉਹ ਵੱਡੀ ਗਿਣਤੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਸ਼ਖਸੀਅਤ ਸੀ ਉਹਨਾਂ ਦੇ ਮਗਰ ਲੱਗ ਤੁਰੇ। ਇਹੀ ਕਾਰਨ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫਿਰ ਕਰਫਿਊ ਕਿਉਂ ਲਾਣਾ ਪਿਆ ਪੂਰੇ ਪੰਜਾਬ ਵਿੱਚ। ਜੇ ਸੰਤ ਜਰਨੈਲ ਸਿੰਘ ਦੇ ਮਗਰ ਕੋਈ ਹੈ ਨਹੀਂ ਸੀ, ਮੇਰਾ ਇਹ ਸਵਾਲ ਆ। ਪਰ ਸਿੱਖ ਹੀ ਹੋਣਗੇ ਨਾ, ਮੈਂ ਹਿੰਦੂਆਂ ਦੀ ਗੱਲ ਕਰਦਾ। ਔਰ ਤੁਸੀਂ ਭਾਈ ਜੁਗਰਾਜ ਸਿੰਘ ਤੂਫਾਨ ਦੀ ਗੱਲ ਕੀਤੀ ਆ, ਮੈਂ ਥੋੜੇ ਦਿਨ ਪਹਿਲਾਂ ਇੱਕ ਸੱਜਣ ਨੂੰ ਇੰਟਰਵਿਊ ਕਰਕੇ ਆਇਆ ਹੈਗਾ, ਮੈਨੂੰ ਦੱਸਦੇ ਸੀਗੇ, ਕਹਿੰਦੇ ਕਿ ਸਿਆਣੇ ਨੇ ਕਾਫੀ, ਉਹ ਕਹਿੰਦੇ ਮੈਂ ਨਾਲ ਰਿਹਾ ਸੰਤ ਭਿੰਡਰਾਂ ਵਾਲਿਆਂ ਦੇ, ਔਰ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀਗੀ, ਭਾਈ ਅਮਰੀਕ ਸਿੰਘ ਜੀ, ਭਾਈ ਹਰਮਿੰਦਰ ਸਿੰਘ ਸੰਧੂ, ਗਿੱਲ, ਸਾਰੇ ਨਾਲ ਹੀ ਹੁੰਦੇ ਸੀਗੇ ਉਦੋਂ, ਮਹਿਤਾ ਚਾਵਲਾ, ਸਾਰੇ ਉਹ ਦੱਸ ਰਹੇ ਸੀਗੇ ਸੱਜਣ, ਕਹਿੰਦੇ ਵੀ 500 ਹਿੰਦੂ ਪਰਿਵਾਰ ਇਦਾਂ ਦੇ ਸੀਗੇ ਜਿਨ੍ਹਾਂ ਦੀ ਮਦਦ ਕਰਨ ਵਾਸਤੇ ਮੈਂ ਆਪ ਨਾਲ ਜਾਂਦਾ ਰਿਹਾ, ਜਿਨ੍ਹਾਂ ਦੇ ਮਸਲੇ ਸੀਗੇ, ਚਾਹੇ ਘਰੇਲੂ ਸੀਗੇ, ਚਾਹੇ ਜਿੱਦਾਂ ਦੇ ਮਰਜ਼ੀ ਸੀਗੇ, ਉਹ ਕਹਿੰਦੇ ਮੈਂ ਆਪ ਨਾਲ ਜਾ ਕੇ ਹੱਲ ਕਰਵਾ ਕੇ ਆਉਂਦਾ ਰਿਹਾ। ਲਵਲੀ ਜੀ, ਪਰ ਗੱਲ ਇਹ ਆ ਵੀ ਮਦਦ ਤੇ ਤੁਸੀਂ ਉਹਨਾਂ ਦੀ ਕਰਦੇ ਹੈਗੇ ਆ, ਸਿੱਖਾਂ ਨੇ ਕੀਤੀ ਉਹਨਾਂ ਦੀ, ਪਰ ਨਾਲ ਮੋਰਚੇ ਵਿੱਚ ਬਰਾਬਰ ਖੜੇ ਕਿਉਂ ਨਹੀਂ? ਅੱਜ ਵੀ ਮੈਂ ਦੇਖਦਾ ਹੈਗਾ, ਉਦੋਂ ਦੀ ਗੱਲ ਨਹੀਂ ਕਰਦਾ, ਮੈਂ ਨਾਲ ਅੱਜ ਵੀ ਗੱਲ ਕਰ ਲੈਣਾ। SYL ਨਹਿਰ ਦਾ ਮਸਲਾ ਪੰਜਾਬ ਦਾ ਹੀ ਆ ਜੀ, ਇਕੱਲਾ ਸਿੱਖਾਂ ਨੇ ਤਾਂ ਨਹੀਂ ਪਾਣੀ ਪੀਣਾ ਹੈਗਾ। ਦਰਿਆਵਾਂ ਦਾ ਮਸਲਾ, ਜੇ ਅੱਜ ਵੀ ਬਿਜਲੀ ਦਾ ਮਸਲਾ ਉਦੋਂ ਵੀ ਸੀਗਾ, ਅੱਜ ਵੀ ਹੈਗਾ। ਭਾਖੜਾ ਜਿਹੜਾ ਡੈਮ ਹੈਗਾ ਉਹਦਾ ਕੰਟਰੋਲ ਕੇਂਦਰ ਸਰਕਾਰ ਦੇ ਹੱਥ 'ਚ ਹੈਗਾ। ਤਾਂ ਪੰਜਾਬ ਦਾ ਹਿੰਦੂ ਤੇ ਅੱਜ ਵੀ ਨਹੀਂ ਖੜਦਾ ਹੈਗਾ, ਉਹ ਤੇ ਐਂ ਇੱਥੇ ਬਿਹੇਵ ਕਰਦਾ ਜਿੱਦਾਂ ਭਈ ਪੰਜਾਬ ਦਾ ਵਸਨੀਕ ਨਹੀਂ ਹੁੰਦਾ, ਇੱਥੇ ਉਹਦੀ ਸਰਾਂ ਵਿੱਚ ਰਹਿਣ ਵਾਸਤੇ ਆਇਆ ਹੋਇਆ। ਲੜਦੇ ਮਰਦੇ ਅੱਜ ਵੀ ਸਿੱਖ ਹੀ ਆ। ਦੇਖੋ, ਜਿਹੜੇ ਪੰਜਾਬ ਦੇ ਹਿੰਦੂ ਦੀ ਗੱਲ ਮੈਂ ਤੁਹਾਨੂੰ ਗੱਲ ਕਰਨੀ ਸੀ, ਉਹ ਵਿੱਚ ਰਹਿ ਗਈ ਗੱਲ, ਕਿ ਜਦੋਂ ਲੜਾਈ ਚੱਲੀ ਸਿੱਖ ਵਰਸਸ ਸਰਕਾਰ ਸਟੇਟ, ਤੇ ਉਹਨਾਂ ਨੇ ਲੜਾਈ ਜਦੋਂ ਦੇਖਿਆ ਵੀ ਲੋਕ ਲਹਿਰ ਬਣ ਗਈ, ਹਿੰਦੂ ਮੁਸਲਿਮ ਦਲਿਤ ਜੇ ਸਾਰੇ ਜਿਹੜੇ ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਮੋਰਚੇ ਦੇ ਨਾਲ ਹਮਾਇਤ ਕਰਨ ਲੱਗ ਪਏ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਪਏ, ਤਾਂ ਉਸ ਸਮੇਂ ਕੀ ਹੋਇਆ, ਇਹ ਜਿਹੜੀ ਲੜਾਈ ਆ ਇਹ ਸਿੱਖਾਂ ਤੇ ਹਿੰਦੂਆਂ ਦੀ ਬਣਾ ਦਿੱਤੀ ਗਈ। ਜੇ ਤੁਸੀਂ ਦੇਖੋ ਅੱਜ ਵੀ ਪ੍ਰਚਾਰ ਕੀਤਾ ਜਾ ਰਿਹਾ, ਪਰ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਜਿੱਦਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ, ਹੁਣ ਤਾਂ ਸਾਰੀ ਕਲੀਅਰ ਹੋ ਗਈ ਗੱਲ। ਉਸ ਟਾਈਮ ਤੇ ਵੀ ਇਹ ਜਿਹੜੀ ਲੜਾਈ ਸੀ ਸਿੱਖਾਂ ਤੇ ਹਿੰਦੂਆਂ ਦੀ ਬਣਾ ਦਿੱਤੀ ਗਈ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਸੀਗੇ ਉਹ ਹਿੰਦੂਆਂ ਦੇ ਵੈਰੀ ਸੀਗੇ, ਵੀ ਹਿੰਦੂਆਂ ਦੇ ਮਨਾਂ ਦੇ ਵਿੱਚ ਇਹ ਕੜਤਨ ਭਰ ਦਿੱਤੀ ਜਾਵੇ ਵੀ ਇਹ ਜਿਹੜਾ ਮੋਰਚਾ ਲੱਗਾ ਇਹ ਸਿੱਖਾਂ ਨੇ ਸਿਰਫ ਆਪਣੀਆਂ ਮੰਗਾਂ ਦੇ ਲਈ ਲਾਇਆ, ਇਹ ਸਿੱਖਾਂ ਨੇ ਆਪਣਾ ਰਾਜ ਭਾਗ ਸਥਾਪਿਤ ਕਰਨ ਲਈ ਹੀ ਮੋਰਚਾ ਲਾਇਆ। ਪਰ ਜਦੋਂ ਆਨੰਦਪੁਰ ਦੇ ਮਤੇ ਦੀ ਗੱਲ ਆਉਂਦੀ ਆ, ਆਨੰਦਪੁਰ ਦੇ ਮਤੇ ਵਿੱਚ 80% ਮੰਗਾਂ ਪੰਜਾਬ ਦੇ ਹੱਕਾਂ ਦੀਆਂ ਸੀਗੀਆਂ। ਇਹ ਸਰਕਾਰਾਂ ਦੇ ਇੱਕ ਤਰੀਕੇ ਹੁੰਦੇ ਆ ਵੀ ਇਹ ਜਿਹੜੀ ਲੜਾਈ ਆ, ਇਹ ਅਮਨਮਈ ਲੜਾਈ ਜਿਹੜੀ ਚੱਲਦੀ, ਇਹ ਜਮਹੂਰੀਅਤ ਤਰੀਕੇ ਨਾਲ ਜਿਹੜੀ ਲੜਾਈ ਚੱਲਦੀ ਆ, ਇਹਨੂੰ ਖਰਾਬ ਕਿੱਦਾਂ ਕਰਨਾ, ਇਹਨੂੰ ਅਸੀਂ ਡਿਵਾਈਡ ਕਿੱਦਾਂ ਕਰਨਾ, ਇਹਨੂੰ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਵੰਡ ਕੇ ਵੀ ਸਾਡੇ ਤੱਕ ਨਾ ਗੱਲ ਆਵੇ, ਇਹ ਜਿਹੜੀ ਗੱਲ ਵਾ ਆਪਸ 'ਚ ਲੜ ਪੈਣ। ਇਹ ਇੱਕ ਤਰੀਕਾ ਸੀ। ਇਹੀ ਕਾਰਨ ਹੋਇਆ ਵੀ ਉਸ ਟਾਈਮ ਤੇ ਜਿਹੜਾ ਹਿੰਦੂ ਸੀਗੇ
ਜਿਹੜੇ ਹਿੰਦੂ ਸੀ ਉਹਨਾਂ ਨੂੰ ਸਰਕਾਰਾਂ ਨੇ ਇਦਾਂ ਦੀ ਇੱਕ ਸ਼ਖਸੀਅਤ ਸੰਤ ਜਰਨੈਲ ਸਿੰਘ ਹੁਣਾਂ ਦੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਪੰਜਾਬ ਦਾ ਹਿੰਦੂ ਸੀ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਡਰ ਬੈਠਣ ਲੱਗ ਪਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਿਹੜਾ ਇਹ ਮੋਰਚਾ ਲਾਇਆ ਇਹਦੇ ਨਾਲ ਕਿਤੇ ਸਾਨੂੰ ਕੋਈ ਖਤਰਾ ਨਾ ਹੋਵੇ। ਉਹ ਮੈਨੂੰ ਲੱਗਦਾ ਕਈ ਵਾਰੀ ਇਦਾਂ ਦੀ ਗੱਲ ਵੀ ਕਰਦੇ ਆ, ਕਹਿੰਦੇ ਵੀ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ ਵੀ ਕੱਲੇ ਸਿੱਖ ਦੇ ਹਿੱਸੇ 35 ਹਿੰਦੂ ਆਉਂਦੇ ਆ। ਨਹੀਂ ਦੇਖੋ ਉਹ ਤਾਂ ਜਿਹੜੇ ਬਿਲਕੁਲ ਕਦੀ ਉਹਨਾਂ ਨੇ ਕੋਈ ਹਿਸਟਰੀ ਨਹੀਂ ਪੜ੍ਹੀ, ਜਿਹੜੇ ਮੈਂ ਕਹਿੰਦਾ ਵੀ ਜਿਹੜੇ ਸੁਣੀਆਂ ਸੁਣਾਈਆਂ ਗੱਲਾਂ ਵੀ ਕਿਸੇ ਨੇ ਉਧਰੋਂ ਸੁਣਾਤਾ, ਕਿਸੇ ਪ੍ਰਚਾਰਕ ਨੇ ਉਧਰੋਂ ਸੁਣਾਤਾ, ਤੇ ਉਹ ਸੁਣ ਕੇ ਜਿਹੜੀ ਇਹ ਗੱਲ ਹੋਈ ਨਾ, ਉਸ ਵੇਲੇ ਇੰਦਰਾ ਗਾਂਧੀ ਨੇ ਇਹ ਸਪੀਚ ਦਿੱਤੀ ਕਿ ਭਿੰਡਰਾਂ ਵਾਲਾ ਜਿਹੜਾ ਪੰਜਾਬ ਤੋਂ ਬਾਹਰਲੇ ਜਿਹੜੇ ਸਿੱਖ ਵਾ ਉਹਨਾਂ ਬਾਰੇ ਸੋਚ ਲਵੇ ਕਿ ਜੇ ਇਹ ਆਪਣੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ, ਪੰਜਾਬ ਦੇ ਹੱਕਾਂ ਦੀਆਂ ਮੰਗਾਂ, ਸਿੱਖ ਕੌਮ ਦੀਆਂ ਜਿਹੜੀਆਂ ਮੰਗਾਂ ਵਾ, ਜੇ ਇਹ ਨਹੀਂ ਛੱਡਦਾ ਤੇ ਪੰਜਾਬ ਤੋਂ ਬਾਹਰ ਜਿਹੜੇ ਵੱਸਦੇ ਜਿਹੜੇ ਸਿੱਖ ਵਾ ਤੇ ਉਹਨਾਂ ਦਾ ਵੱਡੀ ਪੱਧਰ ਤੇ ਅਸੀਂ ਕਤਲੇਆਮ ਕਰਾਂਗੇ। ਉਹਨੂੰ ਜਵਾਬ ਦੇਣ ਲਈ ਕੋਈ ਹਿੰਦੂਆਂ ਦੇ ਵੈਰੀ ਨਹੀਂ ਸੀਗੇ, ਉਹਨੂੰ ਜਵਾਬ ਦੇਣ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਸਪੀਚ ਕਰਕੇ ਕਿਹਾ ਸੀ ਵੀ ਬੀਬੀ ਸਿੱਖ ਤਾਂ 1.25 ਲੱਖ ਦੇ ਬਰਾਬਰ ਆ, ਇੱਕ ਸਿੱਖ, ਤੇ ਸਾਨੂੰ ਤਾਂ ਇਹ 35 ਹਿੱਸੇ ਆਉਣੇ ਆ। ਇਹ ਉਸ ਟਾਈਮ ਤੇ ਉਹਦੀ ਸਪੀਚ ਦਾ ਜਵਾਬ ਦਿੱਤਾ ਸੀ, ਨਾ ਕਿ ਸੰਤਾਂ ਨੇ ਇਹ ਐਲਾਨ ਕੀਤਾ ਸੀ ਵੀ ਪੰਜਾਬ ਵਿੱਚ ਜਿਹੜੇ ਵੱਸਦੇ ਹਿੰਦੂ ਇਹਨਾਂ ਨੂੰ ਕੱਢ ਦਿਓ। ਕੀ ਗੱਲ ਜੇ ਮੈਂ ਇਹ ਗੱਲ ਕਰਨਾ ਚਾਹੁੰਦਾ, ਜੇ 1984 ਵਿੱਚ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ, ਦਰਬਾਰ ਸਾਹਿਬ ਢਾਹ ਦਿੱਤਾ ਗਿਆ, 3 ਲੱਖ ਦੇ ਕਰੀਬ ਜਿਹੜੀ ਫੌਜ ਨੇ ਘੇਰਾ ਪਾਇਆ, ਅੰਦਰ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਸ਼ਹੀਦੀ ਪੁਰਬ ਸੀਗਾ, ਸ਼ਹੀਦੀ ਪੁਰਬ ਵਾਲਾ ਦਿਨ ਚੁਣਿਆ ਗਿਆ, ਅੰਦਰ ਵੱਡੀ ਗਿਣਤੀ ਵਿੱਚ ਜਿਹੜੀ ਸੰਗਤ ਉੱਥੇ ਸੀ ਉਹਨਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਨੂੰ ਇਹ ਵੀ ਨਹੀਂ ਕਿਹਾ ਗਿਆ ਕਿ ਤੁਸੀਂ ਬਾਹਰ ਨਿਕਲ ਜਾਓ ਤੇ ਅਸੀਂ ਸਿਰਫ ਸੰਤ ਜਰਨੈਲ ਸਿੰਘ ਹੁਣਾਂ ਨੂੰ ਹੀ ਮਤਲਬ ਫੜਨਾ ਚਾਹੁੰਦੇ ਆ। ਮੇਰਾ ਇਹ ਸਵਾਲ ਆ, ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਹਿੰਦੂਆਂ ਦੇ ਵੈਰੀ ਹੁੰਦੇ ਜਾਂ ਕਿਸੇ ਧਰਮ ਦੇ ਵੈਰੀ ਹੁੰਦੇ, ਕਿਸੇ ਜਾਤ ਦੇ ਵੈਰੀ ਹੁੰਦੇ, 1984 ਤੋਂ ਲੈ ਕੇ 1993-94 ਤੱਕ ਖਾੜਕੂਵਾਦ ਦੀ ਮੂਵਮੈਂਟ ਚੱਲੀ, ਇੱਕ ਵੀ ਤੁਸੀਂ ਕੋਈ ਪਿੰਡ ਦੱਸੋ, ਇੱਕ ਵੀ ਸ਼ਹਿਰ ਦੱਸ ਦਿਓ ਪੰਜਾਬ ਦਾ ਜਿਹਦੇ ਵਿੱਚੋਂ ਖਾੜਕੂਆਂ ਨੇ ਹਿੰਦੂਆਂ ਨੂੰ ਪੰਜਾਬ ਚੋਂ ਕੱਢ ਦਿੱਤਾ ਹੋਵੇ, ਜਾਂ ਪਿੰਡਾਂ ਚੋਂ ਕੱਢ ਦਿੱਤਾ ਹੋਵੇ, ਜਾਂ ਹੋਰ ਕਿਸੇ ਧਰਮ ਜਾਂ ਜਾਤ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਹੋਵੇ। ਔਰ ਬਾਅਦ ਵਿੱਚ ਕਲੀਅਰ ਹੋਇਆ ਜਿਹੜਾ ਧੱਕਾ ਕੁਛ ਕੀਤਾ ਜਿਨ੍ਹਾਂ ਨੇ, ਉਹ ਸਰਕਾਰਾਂ ਨੇ ਤਿਆਰ ਕੀਤੇ ਖਾੜਕੂ ਸੀਗੇ, ਜਿਹੜੇ ਨਕਲੀ ਜਿਹੜੀਆਂ ਕੈਟਾਂ ਤਿਆਰ ਕਰਕੇ ਸਰਕਾਰਾਂ ਨੇ ਤਿਆਰ ਕਰਕੇ ਹਿੰਦੂਆਂ ਦੇ ਵਿਰੁੱਧ ਇਹ ਦੱਸਣ ਲਈ ਕਿ ਜਿਹੜੇ ਸਿੱਖਾਂ ਦੀ ਇਹ ਲੜਾਈ ਆ, ਸੰਤ ਜਰਨੈਲ ਸਿੰਘ ਦੀ ਲੜਾਈ ਆ, ਇਹ ਗਲਤ ਵਾ। ਇਹ ਸਾਬਤ ਕਰਨ ਲਈ ਉਹਨਾਂ ਨੇ ਨਕਲੀ ਜਿਹੜੇ ਇਹ ਖਾੜਕੂ ਤਿਆਰ ਕਰਕੇ, ਕੈਟਾਂ ਤਿਆਰ ਕਰਕੇ ਉਹਨਾਂ ਤੋਂ ਹਿੰਦੂਆਂ ਤੇ ਹਮਲੇ ਕਰਾਏ, ਤਾਂ ਕਿ ਜਿਹੜੀ ਇਹ ਲੜਾਈ ਆ ਸਾਡੇ ਗਲੇ ਤੱਕ ਨਾ ਪਹੁੰਚੇ। ਇਹ ਜਿਹੜੀ ਲੜਾਈ ਆ ਹਿੰਦੂ ਤੇ ਸਿੱਖਾਂ ਦੇ ਵਿੱਚ ਆਪਸ ਚ ਇਦਾਂ ਹੋ ਜਾਵੇ। ਲਵਲੀ ਜੀ, ਜਦੋਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੀ 35 ਸਾਡੇ ਹਿੱਸੇ ਆਉਂਦੇ ਆ ਹਿੰਦੂ, ਉਹ ਜਦੋਂ ਤੁਸੀਂ ਉਹ ਗੱਲ ਕਰ ਰਹੇ ਸੀ ਤਾਂ ਮੇਰਾ ਧਿਆਨ ਉਸ ਵੇਲੇ ਜਾ ਰਿਹਾ ਸੀਗਾ ਕਿ ਜਿਹੜਾ ਭਾਰਤੀ ਮੀਡੀਆ ਅੱਜ ਭਾਰਤ ਦੀਆਂ ਘੱਟ ਗਿਣਤੀ ਕੌਮਾਂ, ਅੱਜ ਦੀ ਮੈਂ ਗੱਲ ਕਰਦਾ ਤੇ ਅੱਜ ਵੀ ਕਹਿੰਦੀਆਂ ਨੇ ਕਿ ਭਾਰਤੀ ਮੀਡੀਆ ਜਿਹੜਾ ਹੈਗਾ ਆ ਉਹ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾਉਣ ਦੇ ਵਾਸਤੇ ਸਰਕਾਰਾਂ ਦੇ ਪੱਖ ਦੀ ਗੱਲ ਨੂੰ ਵੱਖਰੇ ਢੰਗ ਨਾਲ ਇੱਕ ਉਭਾਰ ਕੇ ਪੇਸ਼ ਕਰਦਾ ਹੈਗਾ। ਭਾਰਤੀ ਮੀਡੀਆ ਦਾ ਰੋਲ ਵਧੀਆ ਨਹੀਂ ਹੈਗਾ, ਭਾਰਤ ਦੀਆਂ ਘੱਟ ਗਿਣਤੀ ਕੌਮਾਂ ਅੱਜ ਵੀ ਕਹਿੰਦੀਆਂ ਨੇ। ਕੀ ਤੁਹਾਨੂੰ ਲੱਗਦਾ ਕਿ ਉਸ ਵੇਲੇ ਵੀ ਜਿਹੜਾ ਭਾਰਤ ਦਾ ਮੀਡੀਆ ਸੀਗਾ, ਜਿੰਨਾ ਕੋਈ ਸੀਗਾ, ਜਾਂ ਅਖਬਾਰਾਂ ਸੀਗੀਆਂ, ਜਾਂ ਜਿਹੜੇ ਨਿਊਜ਼ ਚੈਨਲ ਸੀਗੇ, ਜਲੰਧਰ ਦੂਰਦਰਸ਼ਨ ਹੋ ਗਿਆ, ਰੇਡੀਓ ਸੀਗਾ ਦਿੱਲੀ, ਕੀ ਲੱਗਦਾ ਤੁਹਾਨੂੰ ਕਿ ਉਸ ਵੇਲੇ ਉਹਨਾਂ ਦਾ ਰੋਲ ਕਿੱਦਾਂ ਦਾ ਰਿਹਾ ਹੋਊਗਾ? ਦੇਖੋ, ਇੱਥੋਂ ਇਹ ਗੱਲ ਸਾਬਤ ਹੋ ਜਾਂਦੀ, ਜਿਹੜਾ ਆਨੰਦਪੁਰ ਦੀ ਮਤੇ ਦੀ ਗੱਲ ਆਪਾਂ ਗੱਲ ਕਰਦੇ ਹਾਂ, ਉਸ ਟਾਈਮ ਤੇ ਕੌਮ ਨੇ ਇਹ ਗੱਲ ਕਹੀ ਸੀ ਕਿ ਦਰਬਾਰ ਸਾਹਿਬ ਦਾ ਜਿਹੜਾ ਲਾਈਵ ਟੈਲੀਕਾਸਟ ਆ ਉਹ ਕੰਨ ਦਿੱਤਾ ਜਾਵੇ ਕਿ ਵਿਦੇਸ਼ਾਂ ਵਿੱਚ ਜਿਹੜੇ ਵੱਸਦੇ ਸਿੱਖ ਆ ਜਾਂ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਸਿੱਖ ਵਾ ਉਹ ਵੀ ਦਰਬਾਰ ਸਾਹਿਬ ਦਾ ਜਿਹੜਾ ਕੀਰਤਨ ਹੁੰਦਾ, ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ। ਜਿਹੜਾ ਉਹ ਟਰਾਂਸਮੀਟਰ ਦੀ ਗੱਲ ਚੱਲੀ ਸੀ ਉਹੀ ਸਰਕਾਰ ਨੇ ਨਹੀਂ ਮੰਨੀ। ਉਹਦਾ ਕਾਰਨ ਹੁੰਦਾ ਕਿਉਂਕਿ ਉਸ ਸਮੇਂ ਦਾ ਜਿਹੜਾ ਮੀਡੀਆ ਸੀਗਾ, ਜੇ ਸਿੱਖ ਆਪਣੇ ਮੀਡੀਆ ਦੀ ਗੱਲ ਕਰਦੇ, ਉਸ ਸਮੇਂ ਮੀਡੀਆ ਦੀ ਗੱਲ ਚੱਲੀ ਸੀ, ਜੇ ਸਿੱਖ ਆਪਣੇ ਮੀਡੀਆ ਦੀ ਗੱਲ ਚੱਲਦੀ ਤਾਂ ਫਿਰ ਸਿੱਖਾਂ ਦੀ ਜਿਹੜੀ ਇਹ ਸੱਚ ਦੀ ਲੜਾਈ ਸੀ, ਸਿੱਖਾਂ ਦੀ ਜਿਹੜੀ ਅਮਨਮਈ ਤਰੀਕੇ ਨਾਲ ਜਿਹੜੀ ਲੜਾਈ ਸੀ, ਜਮਹੂਰੀਅਤ ਤਰੀਕੇ ਨਾਲ ਲੜਾਈ ਸੀ, ਇਹਨੂੰ ਬਹੁਤ ਬਲ ਮਿਲ ਜਾਣਾ ਸੀ। ਔਰ ਪੰਜਾਬ ਤੋਂ ਬਾਹਰ ਜਿਹੜੇ ਲੋਕ ਆ, ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਈਸਾਈ ਆ ਜਾਂ ਦਲਿਤ ਆ, ਉਹਨਾਂ ਨੇ ਵੱਡੀ ਗਿਣਤੀ ਵਿੱਚ ਜਿਹੜੇ ਸੰਤ ਜਰਨੈਲ ਸਿੰਘ ਹੁਣਾਂ ਦੀ ਹਮਾਇਤ ਤੇ ਆ ਕੇ ਖੜੇ ਹੋ ਜਾਣਾ ਸੀ। ਇਹ ਮੀਡੀਆ ਦੀ ਇੰਨੀ ਪਾਵਰ ਹੁੰਦੀ ਆ। ਇਹਨਾਂ ਦਾ ਜਿਹੜਾ ਮੀਡੀਆ ਸੀ ਉਹ ਇਹਨਾਂ ਦੇ ਹੱਕ ਵਿੱਚ ਭੁਗਤਦਾ ਸੀ। ਇਹ ਨਹੀਂ ਚਾਹੁੰਦੇ ਸੀ ਵੀ ਉੱਥੇ ਟਰਾਂਸਮੀਟਰ ਦੀ ਜਿਹੜੀ ਗੱਲ ਵਾ
ਜਿਹੜੀ ਦਰਬਾਰ ਸਾਹਿਬ ਤੋਂ ਲਾਈਵ ਟੈਲੀਕਾਸਟ ਦੀ ਗੱਲ ਆ ਉਹ ਚੱਲੇ, ਹਮ। ਕਿਉਂਕਿ ਜੇ ਲਾਈਵ ਟੈਲੀਕਾਸਟ ਦਰਬਾਰ ਸਾਹਿਬ ਤੋਂ ਚੱਲਦਾ ਫਿਰ ਪੂਰੀ ਦੁਨੀਆ ਦੇ ਵਿੱਚ ਵਸਦੇ ਜਿਹੜੇ ਸਿੱਖ ਵਾ ਉਹਨਾਂ ਤੱਕ ਗੱਲ ਪਹੁੰਚ ਜਾਣੀ ਸੀਗੀ ਕਿ ਇਹ ਜਿਹੜੀ ਲੜਾਈ ਆ ਇਹ ਕਿਸੇ ਧਰਮ ਦੇ ਵਿਰੁੱਧ ਨਹੀਂ, ਇਹ ਕਿਸੇ ਜਾਤ ਦੇ ਵਿਰੁੱਧ ਨਹੀਂ, ਇਹ ਆਪਣੇ ਹੱਕਾਂ ਦੀ ਲੜਾਈ ਆ, ਇਹ ਜਮਹੂਰੀਅਤ ਤਰੀਕੇ ਨਾਲ ਲੜਾਈ ਆ, ਇਹ ਅਮਨਮਈ ਤਰੀਕੇ ਨਾਲ ਲੜਾਈ ਆ। ਇਹ ਸਰਕਾਰਾਂ ਦੇ ਇੱਕ ਢੰਗ ਹੁੰਦੇ ਆ। ਉਸ ਸਮੇਂ ਦੀਆਂ ਚਾਹੇ ਅਖਬਾਰਾਂ ਸੀ, ਉਸ ਸਮੇਂ ਦਾ ਜਿਹੜਾ ਮੀਡੀਆ ਸੀਗਾ, ਉਹਨਾਂ ਨੇ ਵੀ ਸਰਕਾਰਾਂ ਦਾ ਪੱਖ ਪੂਰਿਆ। ਉਹਨਾਂ ਨੇ ਵੀ ਇਸ ਤਰੀਕੇ ਨਾਲ ਢੰਗ ਪੇਸ਼ ਕੀਤਾ ਵੀ ਜਿਹੜੀ ਖਾੜਕੂਆਂ ਦੀ ਮੂਵਮੈਂਟ ਸੀ ਜਾਂ ਸੰਤ ਜਰਨੈਲ ਸਿੰਘ ਦੀ ਮੂਵਮੈਂਟ ਸੀ ਉਹ ਸਰਕਾਰਾਂ ਵਿਰੁੱਧ ਨਾ ਦੱਸ ਕੇ ਉਹਨਾਂ ਨੇ ਹਿੰਦੂਆਂ ਦੇ ਵਿਰੁੱਧ ਦੱਸੀ। ਉਹਨਾਂ ਨੇ ਦੱਸੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ ਦੇਸ਼ ਦੀ ਅਖੰਡਤਾ ਨੂੰ ਇਹ ਤੋਂ ਖਤਰਾ, ਇਹ ਦੇਸ਼ ਦੇ ਵਿੱਚ ਪੁਆੜਾ ਪਾਉਣਾ ਚਾਹੁੰਦਾ। ਪਰ ਜਦੋਂ ਤੁਸੀਂ ਆਨੰਦਪੁਰ ਦਾ ਮਤਾ ਪੜ੍ਹੋ, ਮੈਂ ਤਾਂ ਕਈ ਵੀਰ ਸਵਾਲ ਕਰਦੇ ਉਹਨਾਂ ਨੇ ਕੁਝ ਵੀ ਪੜ੍ਹਿਆ ਨਹੀਂ ਹੁੰਦਾ। ਜੇ ਤੁਸੀਂ ਆਨੰਦਪੁਰ ਦਾ ਮਤਾ ਪੜ੍ਹੋ ਤਾਂ ਮੇਰਾ ਸਵਾਲ ਹੁੰਦਾ ਅੱਜ ਜਿੰਨੀਆਂ ਵੀ ਧਿਰਾਂ ਰਾਜਨੀਤਿਕ ਪਾਰਟੀਆਂ, ਚਾਹੇ ਉਹ ਅਕਾਲੀ ਦਲ ਵਾ, ਚਾਹੇ ਕਾਂਗਰਸ ਵਾ, ਚਾਹੇ ਆਪ ਵਾ, ਚਾਹੇ ਹੋਰ ਜਿਹੜੀਆਂ ਆਪ ਬਣੀਆਂ ਪਾਰਟੀਆਂ, ਜਿੰਨੀਆਂ ਵੀ ਪਾਰਟੀਆਂ ਬਣੀਆਂ, ਅੱਜ ਕੱਲੀ ਕੱਲੀ ਪਾਰਟੀ ਇਹ ਗੱਲ ਕਰਦੀ ਆ ਵੀ ਪੰਜਾਬ ਦੇ ਪਾਣੀਆਂ ਤੇ ਡਾਕਾ ਪੈ ਰਿਹਾ, ਅਸੀਂ ਮੋਰਚਾ ਲਾਵਾਂਗੇ ਲੋਕਾਂ ਦੀਆਂ ਵੋਟਾਂ ਲੈਣ ਲਈ। ਤੇ ਪੰਜਾਬ ਦੇ ਜਿਹੜੀ ਬੋਲੀ, ਜਿਹੜੀ ਪੰਜਾਬੀ ਮਾਂ ਬੋਲੀ, ਇਹ ਖਤਰੇ 'ਚ ਆ, ਅਸੀਂ ਸਟੈਂਡ ਲਵਾਂਗੇ। ਮਤਲਬ ਮੰਗਾਂ ਉਹੀ ਨੇ ਪਰ ਮੰਗਾਂ ਆਨੰਦਪੁਰ ਦੇ ਮਤੇ ਦੀਆਂ ਉਹ ਆ। ਫਿਰ ਤੁਸੀਂ ਸਿੱਧਾ ਸਮਰਥਨ ਦਿਓ ਵੀ ਜਿਹੜਾ ਆਨੰਦਪੁਰ ਦਾ ਮਤਾ ਸੀ 18 ਮੰਗਾਂ ਸੀ, ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣਾ ਜਿਹੜਾ ਰਾਜਨੀਤਿਕ ਉਹ ਜਿਹੜੀ ਪਾਰਟੀ ਆ ਉਹਨੂੰ ਭੰਗ ਕਰਕੇ ਅਸੀਂ ਆਨੰਦਪੁਰ ਦੇ ਮਤੇ ਤੇ ਪਹਿਰਾ ਦਿੰਦੀਆਂ। ਕਿਉਂ ਨਹੀਂ ਪਹਿਰਾ ਦਿੰਦੀਆਂ? ਸਿਰਫ ਜਿਹੜੇ ਆਨੰਦਪੁਰ ਦੇ ਮਤੇ ਦੀਆਂ ਜਿਹੜੀਆਂ ਮੰਗਾਂ ਸੀ ਉਹ ਚੋਂ ਇੱਕ ਇੱਕ ਮੰਗਾਂ ਲੈ ਕੇ, ਦੋ ਦੋ ਮੰਗਾਂ ਲੈ ਕੇ ਬਸ ਲੋਕਾਂ ਨੂੰ ਆਪਣੇ ਮਗਰ ਜਿਹੜਾ ਵੋਟ ਬੈਂਕ ਆ ਉਹ ਤਿਆਰ ਕਰਨਾ। ਪਰ 1947 ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਜਦੋਂ 93 94 ਵਿੱਚ ਜਿਹੜਾ ਖਾੜਕੂ ਮੂਵਮੈਂਟ ਚੱਲੀ ਹੈ ਖਤਮ ਹੋ ਗਈ ਜੀ। ਉਸ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਰਾਜਨੀਤਿਕ ਪਾਰਟੀਆਂ, ਕੋਈ ਮੈਨੂੰ ਪੰਜਾਬ ਦੀ ਇੱਕ ਮੰਗ ਦੱਸ ਦਿਓ ਜਿਹੜੀ ਇਹਨਾਂ ਨੇ ਸੈਂਟਰ ਤੋਂ ਲੈ ਕੇ ਉਹ ਪੂਰੀ ਕੀਤੀ ਹੋਵੇ। ਇੱਕ ਮੰਗ ਦੱਸ ਦਿਓ, ਮੈਂ ਜ਼ਿਆਦਾ ਦੀ ਗੱਲ ਨਹੀਂ ਕਰਦਾ, ਇੱਕ ਮੰਗ ਦੱਸ ਦਿਓ ਪੰਜਾਬ ਦੀ ਜਿਹੜੀ 93 94 ਖਾੜਕੂਵਾਦ ਦੀ ਮੂਵਮੈਂਟ ਤੋਂ ਬਾਅਦ ਉਹ ਖਤਮ ਹੋਈ ਹੋਵੇ। ਤਾਂ ਮੈਂ ਇੱਥੇ ਦੱਸਣਾ ਚਾਹੁੰਦਾ SYL ਜੀ ਨਹਿਰ ਦੀ ਗੱਲ ਚੱਲਦੀ ਆ, ਬੜਾ ਮੁੱਦਾ। ਜਦੋਂ ਕੋਈ SYL ਦੀ ਗੱਲ, ਪਾਣੀਆਂ ਦਾ ਮੁੱਦਾ ਆਉਂਦਾ ਤੇ ਅਕਾਲੀ ਦਲ ਵੀ, ਕਾਂਗਰਸ ਵੀ, ਆਪ ਪਾਰਟੀ ਵੀ, ਹੋਰ ਜਿਹੜੀਆਂ ਰਾਜਨੀਤਿਕ ਧਿਰਾਂ ਉਹ ਮੁੜ ਕੇ ਸਟੈਂਡ ਲੈ ਲੈਂਦੀਆਂ ਵੀ ਅਸੀਂ ਜਿਹੜਾ ਪੰਜਾਬ ਦਾ ਪਾਣੀ ਇੱਥੇ ਡਾਕਾ ਨਹੀਂ ਖਤਮ ਮਤਲਬ ਮਾਰਨ ਦੇਣਾ ਜੀ। ਮੇਰਾ ਇਹ ਸਵਾਲ ਆ ਵੀ ਜੇ SYL ਦਾ ਜਿਹੜਾ ਕੰਮ ਰੁਕਿਆ, ਉਹ ਪਾਣੀ ਜਿਹੜਾ ਵਾ ਦੂਜੀਆਂ ਸਟੇਟਾਂ 'ਚ ਨਹੀਂ ਗਿਆ, ਉਹ ਪਾਣੀਆਂ ਨੂੰ ਬਚਾਉਣ ਵਾਲਾ ਕੌਣ ਆ? ਇਹ ਕਿਉਂ ਨਹੀਂ ਅਕਾਲੀ ਦਲ, ਕਾਂਗਰਸ ਤੇ ਆਪ ਪਾਰਟੀ ਇਹ ਕਿਉਂ ਨਹੀਂ ਪਾਰਲੀਮੈਂਟ ਵਿੱਚ ਜਾਂ ਲੋਕਾਂ ਦੇ ਵਿੱਚ ਜਦੋਂ ਵੋਟਾਂ ਮੰਗਣ ਜਾਂਦੇ ਇਹ ਦੱਸਣ ਵੀ SYL ਨੂੰ ਬਚਾਉਣ ਵਾਲੇ ਖਾੜਕੂ ਸੀਗੇ ਜੀ। ਖਾੜਕੂ ਮੂਵਮੈਂਟ ਨੇ SYL ਨਹਿਰ ਜਿਹੜੀ ਆ ਉਹ ਪਾਣੀ ਜਿਹੜਾ ਬਚਾਇਆ। ਅੱਜ ਜਿਹੜੀ ਰਾਜਸਥਾਨ ਨੂੰ ਪਾਣੀ ਜਾਂਦਾ, ਜਿਹੜਾ ਇਹ ਕਹਿੰਦੇ ਆ ਵੀ ਉਹ ਜਿਹੜਾ ਪਾਣੀ ਆ ਉਹਦਾ ਅੱਜ ਤੱਕ ਜਿਹੜਾ ਸਾਨੂੰ ਮੁੱਲ ਨਹੀਂ ਮਿਲ ਰਿਹਾ, ਅੱਜ ਤੱਕ ਸੰਘਰਸ਼ ਕਰ ਰਹੀਆਂ ਪਾਰਟੀਆਂ ਜੀ ਜੀ। ਇਹ ਗੱਲ ਕਰਨ ਵੀ ਜਿਹੜੀ SYL ਨਹਿਰ ਜਿਹੜੀ ਪਾਣੀ ਰੋਕਿਆ ਉਹ ਖਾੜਕੂਆਂ ਨੇ ਰੋਕੀ ਸੀ, ਇਹ ਕਿਉਂ ਨਹੀਂ ਗੱਲ ਕਰਦੇ? ਇਹ ਜਿਹੜੀ ਦੋਗਲੀ ਰਾਜਨੀਤੀ ਆ, ਜਿਹੜੀ ਇਹ ਬੇਈਮਾਨੀ ਵਾਲੀ ਰਾਜਨੀਤੀ ਆ, ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ, ਇੱਥੇ ਦੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਲੜਾਉਣਾ ਚਾਹੁੰਦੇ ਆ। ਜਦ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਹਨਾਂ ਦੀਆਂ ਤੁਸੀਂ ਜਿੰਨੀਆਂ ਮਰਜ਼ੀ ਸਪੀਚਾਂ ਸੁਣ ਲਓ, ਉਹ ਇਹੀ ਕਹਿੰਦੇ ਸੀ ਹਿੰਦੂ ਪੱਕਾ ਹਿੰਦੂ ਬਣੇ ਜੀ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ। ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਜਿਹੜਾ ਹਿੰਦੂ ਆ ਉਹਨੂੰ ਸਿੱਖ ਬਣਾਇਆ ਜਾਵੇ ਧੱਕੇ ਨਾਲ, ਜਾਂ ਕਿਸੇ ਹਿੰਦੂ ਨੂੰ ਪੰਜਾਬ ਚੋਂ ਕੱਢਿਆ ਜਾਵੇ, ਕਿਤੇ ਨਹੀਂ। ਇੱਥੋਂ ਤੱਕ ਕਿ ਜੇਲ੍ਹ ਦੇ ਵਿੱਚ, ਹੁਣ ਮੈਨੂੰ ਉਹ ਨਾਂ ਭੁੱਲ ਗਿਆ, ਜੇਲ੍ਹ ਦੇ ਵਿੱਚ ਸ਼ਿਵ ਮੰਦਿਰ ਸੀ, ਉਹ ਜਿਹੜਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਉਹ ਜਿਹੜਾ ਜੇਲ੍ਹ ਦੇ ਵਿੱਚ ਸ਼ਿਵ ਮੰਦਿਰ ਬਣਾ ਕੇ ਦਿੱਤਾ ਸੀ ਜੀ ਜੀ। ਫਿਰ ਰਮਾਇਣ ਨੂੰ ਅੱਗ ਲੱਗ ਗਈ ਸੀ, ਉਹਦਾ ਕੇਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪ ਹੱਥੀ ਲੜਿਆ ਸੀ, ਆਪ ਵਕੀਲ ਕਰਕੇ ਆਪ ਸਾਰਾ ਪੈਰਵਾਈ ਕੀਤੀ ਸੀ ਉਸ ਜਿਹੜਾ ਕੇਸ ਸੀਗਾ। ਉਸ ਤੋਂ ਬਾਅਦ ਇੱਕ ਹਿੰਦੂ ਲਾਲਾ ਸੀ, ਉਹਦੀ ਬੇਟੀ ਸੀ, ਉਸ ਨੂੰ ਪੁਲਿਸ ਵਾਲੇ ਚੱਕ ਕੇ ਲੈ ਗਏ ਸੀਗੇ। ਤਾਂ ਸੰਤ ਜਰਨੈਲ ਸਿੰਘ ਹੁਣਾਂ ਨੇ ਉਹ ਬੇਟੀ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਉਹਦੇ ਘਰੇ ਪਹੁੰਚਾਤੀ ਸੀ। ਉਹ ਤਾਂ
ਜਿੰਨੀਆਂ ਉਹਨਾਂ ਦੀ ਇੱਕ ਤੁਸੀਂ ਦੇਖ ਸਕਦੇ ਨੈਟ ਉੱਤੇ ਸਪੀਚ ਆ, ਉਹ ਕਹਿੰਦੇ ਲੜਕੀ ਚਾਹੇ ਹਿੰਦੂ ਦੀ ਹੋਵੇ, ਜੀ ਜੀ, ਲੜਕੀ ਚਾਹੇ ਮੁਸਲਮਾਨ ਦੀ ਹੋਵੇ, ਲੜਕੀ ਚਾਹੇ ਅਕਾਲੀਆਂ ਦੀ ਹੋਵੇ, ਲੜਕੀ ਚਾਹੇ ਕਾਂਗਰਸੀਆਂ ਦੀ ਹੋਵੇ, ਲੜਕੀ ਚਾਹੇ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੀ ਹੋਵੇ, ਜਿਹੜਾ ਕਿਸੇ ਧੀ ਭੈਣ ਦੀ ਇੱਜ਼ਤ ਵੱਲ ਤੱਕਦਾ ਉਹਨੂੰ ਗੱਡੀ ਚੜਾ ਕੇ ਮੇਰੇ ਕੋਲ ਆਇਆ ਕਰੋ, ਮੈਂ ਸੰਭੂਗਾ। ਪਰ ਮੈਨੂੰ ਲੱਗਦਾ ਜਿਹੜੀ ਇਹ ਗੱਲ ਹੈਗੀ ਆ, ਉਹਨਾਂ ਨੂੰ ਉਹ ਤਾਂ ਲੱਗਦਾ ਹੀ ਹੋਊਗਾ ਵੀ ਸਿੱਧਾ ਕਾਨੂੰਨ ਨੂੰ ਚੈਲੰਜ ਆ, ਸੰਵਿਧਾਨ ਨੂੰ ਚੈਲੰਜ ਆ, ਭਾਰਤੀ ਜਿਹੜਾ ਅਦਾਲਤਾਂ ਨੇ ਜਿਹੜੀਆਂ ਉਹਨੂੰ ਸਿੱਧਾ ਚੈਲੰਜ ਆ। ਕਿਉਂਕਿ ਉਹਨਾਂ ਕ੍ਰਾਈਮ ਕਰਦੇ ਆ ਉਹਨਾਂ ਵਾਸਤੇ ਤਾਂ ਸਜ਼ਾਵਾਂ ਦੇਣ ਲਈ ਅਦਾਲਤਾਂ ਬਣੀਆਂ ਨੇ। ਦੇਖੋ, ਜਦੋਂ ਸੰਤਾਂ ਦੀ ਇਹ ਸਪੀਚ ਹੁੰਦੀ ਸੀ, ਇਸ ਨੂੰ ਤਾਂ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਇਸ ਗੱਲ ਦੀ ਇਜਾਜ਼ਤ ਦਿੰਦੀ ਆ ਵੀ ਸੈਲਫ ਡਿਫੈਂਸ ਦੇ ਲਈ ਤੁਸੀਂ ਸੈਲਫ ਡਿਫੈਂਸ ਦੇ ਲਈ, ਆਪਣੇ ਬਚਾਅ ਦੇ ਲਈ ਕਿਸੇ ਦੇ ਉੱਤੇ ਵਾਰ ਕਰ ਸਕਦੇ ਆ। ਸ਼ਰਤ ਇਹ ਆ ਉਹ ਜਿਹੜਾ ਵਾਰ ਵਾ ਉਹ ਜ਼ੁਲਮ ਲਈ ਵਾਰ ਨਾ ਹੋਵੇ, ਉਹ ਜਿਹੜਾ ਵਾਰ ਵਾ ਉਹ ਆਪਣੇ ਬਚਾਅ ਲਈ ਹੋਵੇ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਕਿਹਾ ਸੀ ਕਿ ਜਿਹੜਾ ਕਿਸੇ ਧੀ ਭੈਣ ਦੀ ਇੱਜ਼ਤ ਵੱਲ ਤੱਕਦਾ, ਜਿੱਥੇ ਅਪੀਲ, ਦਲੀਲ ਤੇ ਵਕੀਲ ਜਿੱਥੇ ਸੁਣਵਾਈ ਨਹੀਂ ਹੁੰਦੀ, ਉੱਥੇ ਆਪ ਆਪਣਾ ਜਿਹੜਾ ਹੱਕ ਲੈਣਾ ਉਹ ਸਿੱਖੋ। ਉਸ ਦਾ ਮਤਲਬ ਇਹ ਨਹੀਂ, ਹੁਣ ਕੋਈ ਮੈਂ ਸਵਾਲ ਕਰਦਾ, ਇਹਦਾ ਮਤਲਬ ਉਸ ਵੇਲੇ ਏਦਾਂ ਹੋ ਗਿਆ ਹੁੰਦਾ ਉਹਨਾਂ ਨੂੰ, ਜਾਂ ਜਿਹੜੇ ਉਹਨਾਂ ਦੇ ਹੋਰ ਸਾਥੀ ਸੀਗੇ, ਕਿ ਭਾਰਤੀ ਅਦਾਲਤਾਂ, ਭਾਰਤੀ ਨਿਜ਼ਾਮ, ਇੱਥੋਂ ਦਾ ਸਰਕਾਰੀ ਤੰਤਰ ਜਿਹੜਾ ਹੈਗਾ ਉਹ ਨਿਆਂ ਨਹੀਂ ਦਿੰਦਾ ਹੈਗਾ। ਸ਼ਾਇਦ ਇਸੇ ਕਰਕੇ ਉਹ ਸ਼ਰੇਆਮ ਸਪੀਚਾਂ ਦਿੰਦੇ ਹੁੰਦੇ ਸੀਗੇ। ਆਪਣੀ ਸਪੀਚ ਕਹਿੰਦੇ ਹੁੰਦੇ ਸੀਗੇ ਕਿ ਸਿੱਖ ਆਪਣੇ ਘਰਾਂ ਦੇ ਵਿੱਚ ਵਧੀਆ ਹਥਿਆਰ ਰੱਖੇ, ਵਧੀਆ ਮੋਟਰਸਾਈਕਲ ਲਵੇ, ਇਕੱਠੇ ਹੋਵੋ ਜੀ। ਸ਼ਾਇਦ ਇਸੇ ਕਰਕੇ ਸੀ ਜੀ। ਦੇਖੋ, ਇਹ ਜਿਹੜੀ ਗੱਲ ਕਦੋਂ ਕਹਿਣੀ ਪਈ, ਮੈਂ ਤੁਹਾਨੂੰ ਕਹਿੰਦਾ ਵੀ 1978 ਤੋਂ ਬਾਅਦ ਜਦੋਂ ਮੋਰਚਾ ਚੱਲਿਆ, ਉਸ ਮੋਰਚੇ ਵਿੱਚ ਜਿਹੜੀਆਂ ਮੰਗਾਂ ਸੀ ਉਹ ਅਲੱਗ ਦੇਸ਼ ਦੀਆਂ ਮੰਗਾਂ ਨਹੀਂ ਸੀ ਜੀ, ਅਲੱਗ ਰਾਜ ਦੀ ਮੰਗ ਹੀ ਨਹੀਂ ਕੀਤੀ ਗਈ ਸੀ। ਅਲੱਗ ਰਾਜ ਦੀ ਮੰਗ ਜਾਂ ਆਪਾਂ ਸਿੱਖ ਰਾਜ ਦੀ ਮੰਗ ਦੀ ਗੱਲ ਜਿਹੜੀ ਆ 1984 ਤੇ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਚੱਲੀ। ਔਰ ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਸਪੀਚਾਂ ਵਿੱਚ ਕਹਿੰਦੇ ਸੀ, ਦਲੀਲਾਂ ਦੇ ਵਿੱਚ, ਆਪਣੀਆਂ ਤਕਰੀਰਾਂ ਵਿੱਚ ਇਹ ਕਹਿੰਦੇ ਸੀ ਨੌਜਵਾਨਾਂ ਨੂੰ ਆਪਣੇ ਘਰਾਂ 'ਚ ਹਥਿਆਰ ਰੱਖੋ, ਬੁਲਟ ਰੱਖੋ, ਤੇ ਨਾਲ ਤੁਸੀਂ ਇਹ ਵੀ ਨਹੀਂ ਸੁਣਿਆ ਹੋਣਾ, ਉਹ ਇਹ ਵੀ ਕਹਿੰਦੇ ਹੁੰਦੇ ਸੀ ਵੀ ਹਥਿਆਰ ਰੱਖ ਕੇ ਕਿਸੇ ਦਾ ਹੱਕ ਮਾਰਨਾ ਬਹੁਤ ਵੱਡਾ ਪਾਪ ਆ, ਪਰ ਹਥਿਆਰ ਰੱਖ ਕੇ ਆਪਣਾ ਹੱਕ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਆ। ਸੰਤ ਜਰਨੈਲ ਸਿੰਘ ਹੁਣਾਂ ਨੇ ਕਦੀ ਵੀ ਹਥਿਆਰਾਂ ਦੀ ਗੱਲ, ਜਦੋਂ ਧਰਮ ਯੁੱਧ ਮੋਰਚਾ ਚੱਲਿਆ ਲਗਾਤਾਰ ਸ਼ਾਂਤਮਈ ਤਰੀਕੇ ਨਾਲ, ਅਮਨਮਈ ਤਰੀਕੇ ਨਾਲ ਸਿੰਘਾਂ ਨੇ ਜੇਲ੍ਹਾਂ ਭਰੀਆਂ, ਔਰ ਉਸ ਵੇਲੇ ਪੁਲਿਸ ਵੱਲੋਂ ਜਾਂ ਉਸ ਵੇਲੇ ਦੀਆਂ ਜਿਹੜੀਆਂ ਸਰਕਾਰਾਂ ਵੱਲੋਂ ਲਗਾਤਾਰ ਉਹ ਜਿਹੜਾ ਸ਼ਾਂਤਮਈ ਜਿਹੜਾ ਮੋਰਚਾ ਸੀ ਉਹਨੂੰ ਖਰਾਬ ਕਰਨ ਦੇ ਲਈ ਸਿੱਖਾਂ ਦੇ ਉੱਤੇ ਮਤਲਬ ਇਦਾਂ ਦਾ ਤਸ਼ੱਦਦ ਕੀਤਾ ਗਿਆ, ਜਿਹੜਾ ਹੁਣ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ। ਉਸ ਵੇਲੇ ਸਰਕਾਰਾਂ ਨੇ ਕੀ ਕੀਤਾ, ਤਾਂ ਉਸ ਵੇਲੇ ਸੰਤਾਂ ਨੇ ਇਹ ਆਪਣੀ ਸੈਲਫ ਡਿਫੈਂਸ ਵਾਸਤੇ ਇਹ ਗੱਲ ਕਹੀ ਸੀ, ਨਾ ਕਿ ਹਥਿਆਰਾਂ ਨੂੰ ਇਸ ਕਰਕੇ ਪ੍ਰਮੋਟ ਨਹੀਂ ਕੀਤਾ ਸੀ ਵੀ ਹਥਿਆਰ ਲੈ ਕੇ ਤੁਸੀਂ ਕਿਸੇ ਵਿਸ਼ੇਸ਼ ਧਰਮ ਦੇ ਉੱਤੇ ਹਮਲਾ ਕਰੋ ਜਾਂ ਤੁਸੀਂ ਵਿਸ਼ੇਸ਼ ਕਿਸੇ ਜਾਤ ਨੂੰ। ਉਹ ਉਹਨਾਂ ਨੇ ਗੱਲ ਕੀਤੀ ਸੀ ਆਪਣੀ ਸੈਲਫ ਡਿਫੈਂਸ ਵਾਸਤੇ। ਹਥਿਆਰ ਤਾਂ ਆਪਾਂ ਜਿਹੜੀ ਸ਼੍ਰੀ ਸਾਹਿਬ ਪਾਈ ਆ, ਇਹਨੂੰ ਵੀ ਇਹ ਸਰਕਾਰਾਂ ਹਥਿਆਰ ਦੱਸਦੀਆਂ, ਇਹ ਆਪਣੀ ਸੈਲਫ ਡਿਫੈਂਸ ਵਾਸਤੇ ਆ। ਇਹ ਜਿਹੜੇ ਸ਼੍ਰੀ ਸਾਹਿਬ ਆ, ਸਾਨੂੰ ਜਿਹੜਾ ਇਹ ਸੰਵਿਧਾਨ ਦੇ ਵਿੱਚ ਜੇ ਅੰਗਰੇਜ਼ਾਂ ਵੇਲੇ ਗੱਲ ਕਰੀਏ, ਮੁਗਲ ਰਾਜ ਵੇਲੇ ਗੱਲ ਕਰੀਏ, ਜਿਹੜੀ ਸ਼੍ਰੀ ਸਾਹਿਬ 3 ਫੁੱਟ ਦੀ ਸ਼੍ਰੀ ਸਾਹਿਬ ਆ ਜਿਹੜੇ ਸਿੱਖ ਆਪਣੇ ਨਾਲ ਰੱਖਦੇ ਰਹੇ ਆ, ਇਹ ਅੰਗਰੇਜ਼ਾਂ ਵੇਲੇ ਦੀ ਜਿਹੜੀ ਮਾਨਤਾ ਸਾਨੂੰ ਜਿਹੜੀ ਮਿਲ ਜੋ ਆ। ਔਰ ਜੇ ਸਰਕਾਰਾਂ ਕੋਈ ਮਾਨਤਾ ਨਹੀਂ ਵੀ ਦਿੰਦੀਆਂ ਸੀ, ਤੇ ਜਦੋਂ ਮੋਰਚੇ ਅੰਗਰੇਜ਼ਾਂ ਵੇਲੇ ਵੀ ਸਿੱਖਾਂ ਨੇ ਮੋਰਚੇ ਲਾਏ ਆ, ਤੇ ਧੱਕੇ ਦੇ ਨਾਲ ਮੋਰਚੇ ਲਾ ਕੇ ਆਪਣੀਆਂ ਸ਼ਹਾਦਤਾਂ ਦੇ ਕੇ ਵੀ ਜਿਹੜਾ ਆਪਣੇ ਗੁਰੂ ਦੀ ਇਹ ਨਿਸ਼ਾਨੀ ਆ, ਜਿਹੜੇ ਗੁਰੂ ਦੇ ਕਕਾਰ ਵਾ, ਇਹ ਜਿਹੜੇ ਸਿੱਖ ਵਾ, ਇਹ ਉਹਨਾਂ ਨੇ ਆਪਣੇ ਹੱਕ ਖੋਏ ਵੀ ਆ ਸਰਕਾਰਾਂ ਤੋਂ ਜੀ। ਵੱਡੇ ਸੰਘਰਸ਼ ਕਰਕੇ। ਲਵਲੀ ਜੀ, ਜਿੰਨੇ ਤੁਸੀਂ ਗੱਲਾਂ ਕੀਤੀਆਂ ਨੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਧਰਮ ਯੁੱਧ ਮੋਰਚਾ ਲੱਗਾ, ਜਾਂ ਉਸ ਤੋਂ ਬਾਅਦ ਖਾੜਕੂਵਾਦ ਦੀ ਲਹਿਰ ਚੱਲੀ, ਸਾਰਾ ਕੁਝ ਤੁਸੀਂ ਦੱਸਿਆ। ਕੀ ਤੁਹਾਨੂੰ ਲੱਗਦਾ ਕਿ ਅੱਜ 36 ਵਰ੍ਹੇ ਬੀਤ ਚੁੱਕੇ ਨੇ 1984 ਤੋਂ ਲੈ ਕੇ ਅੱਜ ਤੱਕ 2020 ਸਾਲ ਚੱਲ ਰਿਹਾ ਹੈਗਾ, ਇਹਨਾਂ 36 ਵਰ੍ਹਿਆਂ ਦੇ ਦੌਰਾਨ ਕੀ ਤੁਹਾਨੂੰ ਲੱਗਦਾ ਕਿ ਸਿੱਖ ਆਗੂ ਪੂਰੀ ਦੁਨੀਆ ਨੂੰ, ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਇਹ ਦੱਸਣ ਵਿੱਚ ਕਾਮਯਾਬ ਹੋ ਪਾਏ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਾਂ ਜਿਹੜਾ ਉਹ ਸੰਘਰਸ਼ ਸੀਗਾ ਉਹ ਐਂਟੀ ਹਿੰਦੂ ਨਹੀਂ ਸੀਗਾ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਵੀ ਸਰਕਾਰਾਂ ਆਪਣੇ ਜਿਹੜੇ ਆਗੂ ਆ, ਚਾਹੇ ਕਿਸੇ ਵੀ ਪੰਥਕ ਧਿਰ ਦੇ ਆਗੂ ਆ,
ਪਹਿਲੀ ਗੱਲ ਤਾਂ ਮੈਂ ਇਹ ਪਹਿਲਾਂ ਵੀ ਇੱਕ ਵਾਰ ਕਿਤੇ ਗੱਲ ਚੱਲਦੀ ਸੀ, ਪੱਤਰਕਾਰ ਨੇ ਕਿਸੇ ਨੇ ਪੁੱਛਿਆ ਜੀ ਇਹ ਜਿਹੜੇ ਹਾਲਾਤ ਬਣੇ ਆ ਵੀ ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਕਹਿੰਦੇ ਆ। ਇਹ ਕਹੀ ਜਾਂਦੇ ਵੀ ਦਰਬਾਰ ਸਾਹਿਬ ਅੰਦਰ ਜਿਹੜੀ ਮੋਰਚਾਬੰਦੀ ਹੋਈ ਸੀ ਵੀ ਅੰਦਰੋਂ ਆਹ ਨਿਕਲਿਆ ਅੰਦਰੋਂ ਉਹ ਨਿਕਲਿਆ, ਵੀ ਇਹ ਜਿਹੜੀ ਦਾਗ ਲੱਗ ਰਿਹਾ ਵੀ ਇਹ ਏਦਾਂ ਹੀ ਰਹੂਗਾ। ਕਿਸੇ ਪੱਤਰਕਾਰ ਨੇ ਪੁੱਛਿਆ ਸੀ, ਮੈਂ ਉਦੋਂ ਇਹ ਗੱਲ ਕਹੀ ਸੀ, ਮੈਂ ਹੁਣ ਵੀ ਉਹ ਗੱਲ ਕਹਿੰਦਾ ਵੀ ਸੂਰਜ ਹੁੰਦਾ ਨਾ, ਸੂਰਜ ਦੇ ਮੂਹਰੇ ਜਦੋਂ ਬੱਦਲ ਆ ਜਾਂਦੇ ਆ, ਜਿਹੜੇ ਨਿਆਣੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ, ਅਣਭੋਲ ਹੁੰਦੇ ਆ, ਜਿਨ੍ਹਾਂ ਨੇ ਦੀਨ ਦੁਨੀਆ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ, ਉਹ ਕਹਿੰਦੇ ਵੀ ਸੂਰਜ ਜਿਹੜਾ ਡੁੱਬ ਗਿਆ ਜਾਂ ਸੂਰਜ ਲੁਕ ਗਿਆ, ਪਰ ਸੂਰਜ ਉੱਥੇ ਹੀ ਹੁੰਦਾ, ਬੱਦਲ ਮੂਹਰੇ ਆਏ ਹੁੰਦੇ ਆ ਔਰ ਥੋੜੇ ਚਿਰ ਬਾਅਦ ਕੀ ਹੁੰਦਾ, ਬੱਦਲ ਹਟ ਜਾਂਦੇ ਆ, ਸੂਰਜ ਜਿਹੜਾ ਦੁਨੀਆ ਦੇ ਸਾਹਮਣੇ ਆ ਜਾਂਦਾ। ਪਰ ਦੁਨੀਆ ਸਾਹਮਣੇ ਆ ਜਾਂਦਾ। ਪੰਜਾਬ ਦੀ ਧਰਤੀ ਦੇ ਉੱਪਰ ਕਿੰਨੇ ਕੁ ਹਿੰਦੂ ਹੈਗੇ ਨੇ ਜਿਹੜੇ ਤੁਹਾਡੇ ਨਾਲ ਖੜਦੇ ਹੈਗੇ? 36 ਵਰੇ ਥੋੜੇ ਨਹੀਂ ਹੁੰਦੇ ਹੈਗੇ, 36 ਵਰੇ ਬਹੁਤ ਹੁੰਦੇ ਆ। ਤੁਸੀਂ ਆਪਣਾ ਪੱਖ ਜਿਹੜੇ ਕੌਮ ਦੇ ਆਗੂ ਹੈਗੇ ਨੇ, ਕੀ ਤੁਹਾਨੂੰ ਲੱਗਦਾ ਕਿ ਉਹ ਰੱਖ ਪਾਏ ਸਹੀ ਤਰ੍ਹਾਂ? ਕਿਉਂਕਿ ਜੇ ਸਰਕਾਰਾਂ ਨੇ, ਤੁਹਾਡੇ ਕਹਿਣ ਮੁਤਾਬਕ ਸਰਕਾਰਾਂ ਨੇ ਜੇ ਹਿੰਦੂਆਂ ਨੂੰ ਇਹ ਜਿਤਾਇਆ ਕਿ ਇਹ ਜਿਹੜੀ ਲੜਾਈ ਸੀਗੀ ਇਹ ਸਿੱਖ ਵਰਸਸ ਹਿੰਦੂ ਸੀਗੀ, ਤਾਂ 36 ਵਰਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਕਿ ਪੂਰੀ ਤਰ੍ਹਾਂ ਹਿੰਦੂਆਂ ਤੱਕ ਨੂੰ ਵੀ, ਮੈਂ ਤੇ ਕਈ ਸਿੱਖ ਪਰਿਵਾਰ ਹੀ ਦੇਖਦਾ ਉਹ ਵੀ ਕਹਿ ਜਾਂਦੇ ਇਦਾਂ ਦੀਆਂ ਗੱਲਾਂ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਦੀ ਬਦੌਲਤ ਕੌਮ ਦਾ ਬੜਾ ਵੱਡਾ ਘਾਣ ਹੋ ਗਿਆ। ਗੈਰ ਸਿੱਖਾਂ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਘਾਣ ਦੀ, ਤੁਸੀਂ ਗੱਲ ਕੀਤੀ ਆ ਨਹੀਂ ਘਾਣ ਦੀ, ਮੈਂ ਇਹ ਗੱਲ ਕਰਦਾ ਹੈਗਾ ਕਿ ਤੁਸੀਂ ਆਪਣਾ ਪੱਖ ਜਿਹੜੇ, ਦੇਖੋ ਇਦਾਂ ਹੁੰਦਾ, ਜਦੋਂ ਤੱਕ ਤੁਹਾਡੇ ਹੱਥ ਵਿੱਚ ਰਾਜਸੀ ਤਾਕਤ ਨਹੀਂ ਆਉਂਦੀ, ਤੁਹਾਡੇ ਹੱਥ ਵਿੱਚ ਉਹ ਸੋਰਸ ਨਹੀਂ ਹੁੰਦੇ ਜਿਨ੍ਹਾਂ ਸੋਰਸਾਂ ਦੇ ਨਾਲ ਤੁਸੀਂ ਲੋਕਾਂ ਤੱਕ ਆਪਣਾ ਜਿਹੜਾ ਸਹੀ ਪੱਖ ਵਾ, ਸੱਚੀ ਗੱਲ ਵਾ ਜਿਹੜੀ ਲੋਕਾਂ ਤੱਕ ਪਹੁੰਚਾ ਨਹੀਂ ਪਾਉਂਦੇ, ਉਹ ਸੋਰਸ ਤੁਹਾਡੇ ਕੋਲ ਨਹੀਂ ਹੁੰਦੇ, ਉਦੋਂ ਤੱਕ ਸਰਕਾਰਾਂ ਵੱਲੋਂ ਜਿਹੜਾ ਮੀਡੀਆ ਤਿਆਰ ਕੀਤਾ ਜਾਂਦਾ, ਚਾਹੇ ਉਹ ਪ੍ਰਿੰਟ ਮੀਡੀਆ ਹੋਵੇ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੋਵੇ, ਸਰਕਾਰਾਂ ਵੱਲੋਂ ਜਿਹੜਾ ਮੀਡੀਆ ਤਿਆਰ ਕੀਤਾ ਜਾਂਦਾ, ਜੋ ਸਰਕਾਰ ਨੇ ਲੋਕਾਂ ਦੇ ਦਿਮਾਗ ਵਿੱਚ ਫਿੱਟ ਕਰਨਾ ਹੁੰਦਾ, ਉਹ ਸਰਕਾਰਾਂ ਉਸ ਮੀਡੀਆ ਦੇ ਜ਼ਰੀਏ ਉਹ ਜਿਹੜੀ ਚੀਜ਼ ਆ ਲੋਕਾਂ ਤੱਕ ਪਹੁੰਚਾ ਦਿੰਦੀਆਂ। ਜੇ ਤੁਸੀਂ ਗੱਲ ਕਰੋ, ਤੁਸੀਂ ਗੱਲ ਕੀਤੀ ਵੀ 36 ਸਾਲ, ਮੈਂ ਕਹਿੰਦਾ 36 ਸਾਲ ਕੁਛ ਵੀ ਨਹੀਂ ਹੋ। ਜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਟਾਈਮ ਦੇਖੋ, 250 ਸਾਲ ਦਾ ਸਮਾਂ ਲੱਗਾ। ਇਹ ਜਿਹੜਾ 900 ਸਾਲ ਦੀ ਜਿਹੜੀ ਗੁਲਾਮੀ ਸੀ, ਇਹਨੂੰ ਖਤਮ ਕਰਨ ਲਈ ਗੁਰੂ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ, ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਸਥਾਪਿਤ ਨਹੀਂ ਹੋਇਆ, 250 ਸਾਲ ਦਾ ਸਮਾਂ ਲੱਗਾ ਜੀ। ਔਰ ਉਸ ਸਮੇਂ ਵੀ ਲੋਕ ਕਹਿੰਦੇ ਹੋਊਗੇ, ਜਿਹੜੇ ਇਦਾਂ ਦੇ ਹੈਗੇ ਆ, ਉਸ ਸਮੇਂ ਵੀ ਕਹਿੰਦੇ ਹੋਊਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਵਿੱਚ ਅੰਦਰ 40 ਸਿੱਖ ਵਾ ਤੇ ਬਾਹਰ ਜਿਹੜੇ ਮੁਗਲਾਂ ਨੇ ਘੇਰਾ ਪਾਇਆ ਉਹ 10 ਲੱਖ ਵਾ। ਤਾਂ ਉਸ ਸਮੇਂ ਦੇ ਜਿਹੜੇ ਅਣਭੋਲ ਲੋਕ ਆ, ਮੂਰਖ ਲੋਕ ਆ, ਉਹ ਕਹਿੰਦੇ ਹੋਣੇ ਆ ਵੀ ਜਿਹਦੇ ਮਗਰ 10 ਲੱਖ ਵਾ ਉਹ ਸੱਚਾ ਹੋਣਾ ਤੇ ਜਿਹੜਾ ਅੰਦਰ ਵਾ ਉਹ ਝੂਠਾ ਹੋਣਾ। ਪਰ ਅੱਜ ਤੁਸੀਂ ਦੇਖੋ, ਜਿਹਦੇ ਮਗਰ ਉਸ ਟਾਈਮ ਤੇ 10 ਲੱਖ ਸੀ, ਉਹਦੀ ਕਬਰ ਉੱਤੇ ਦੀਵਾ ਜਗਾਉਣ ਵਾਲਾ ਵੀ ਨਹੀਂ ਹੈਗਾ। ਤੇ ਜਿਸ ਕਲਗੀਧਰ ਪਾਤਸ਼ਾਹ ਦੇ ਨਾਲ 40 ਸਿੰਘ ਆਪਣੀਆਂ ਜੂਝ ਕੇ ਸ਼ਹਾਦਤਾਂ ਦੇ ਗਏ, ਜਿਨ੍ਹਾਂ ਨੇ ਆਪਣਾ ਸਰਬੰਸ ਵਾਰ ਦਿੱਤਾ, ਉਸ ਕਲਗੀਧਰ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਅੱਜ ਪੂਰੀ ਦੁਨੀਆ ਦੇ ਵਿੱਚ ਉਹ ਮੁਲਕਾਂ ਦੇ ਵਿੱਚ ਝੂਲਦੇ ਆ ਜਿੱਥੇ ਕਦੀ ਸਿੱਖੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀਗਾ। ਉਹ ਉੱਥੇ ਉਸ ਦੇਸ਼ਾਂ ਦੇ ਵਿੱਚ ਸਿੱਖ ਯੋਧਿਆਂ ਦੇ ਬੁੱਤ ਤੱਕ ਲੱਗ ਗਏ ਆ। ਜਿਹੜੇ ਦਸ਼ਮੇਸ਼ ਪਾਤਸ਼ਾਹ ਦੇ ਨਾਲ ਉਸ ਵੇਲੇ 40 ਸਿੰਘ ਸੀ, ਅੱਜ ਉਹਨਾਂ ਦੇ ਨਿਸ਼ਾਨ ਸਾਹਿਬ ਝੂਲਦੇ ਆ, ਤੇ ਜਿਹਦੇ ਮਗਰ 10 ਲੱਖ ਸੀ ਉਹ ਦੇਖ ਲਓ ਤੁਸੀਂ, ਉਹ ਮਿੱਟੀ ਦੇ ਵਿੱਚ ਮਿਲ ਗਿਆ। ਇਹ ਟਾਈਮ ਹੁੰਦਾ, ਟਾਈਮ ਜ਼ਰੂਰ ਲੱਗਦਾ ਹੁੰਦਾ। ਜੇ ਗੁਰੂ ਸਾਹਿਬ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੱਕ 250 ਸਾਲ ਦਾ ਸਮਾਂ ਲੱਗਾ, ਤੇ ਅਸੀਂ 36 ਸਾਲ ਦੀ ਜਾਂ 60 ਸਾਲ ਦੀ ਜਾਂ 70 ਸਾਲ ਦੀ ਗੱਲ ਕਰਦੇ। ਜਦੋਂ ਅਸੀਂ ਯੂਜ਼ ਨੂੰ ਪੜ੍ਹਦੇ ਹਾਂ, ਯਹੂਦੀਆਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਵੀ 2000 ਸਾਲ ਤੱਕ ਦਾ ਜਿਹੜਾ ਸਮਾਂ ਲੱਗਾ ਆਜ਼ਾਦੀ ਪਾਉਣ ਲਈ। ਜੇ ਆਪਾਂ ਗੱਲ ਕਰਦੇ ਅੱਜ ਦੁਨੀਆ ਦੇ ਕੋਨੇ-ਕੋਨੇ ਤੇ ਜਿਹੜੇ ਯਹੂਦੀ ਆ ਉਹ ਪਹੁੰਚ ਗਏ। ਤੇ ਜਦੋਂ ਵੀ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਜਦੋਂ ਯਹੂਦੀਆਂ ਨੂੰ ਉਹਨਾਂ ਦੇ ਮੁਲਕ ਚੋਂ ਕੱਢ ਦਿੱਤਾ ਗਿਆ, ਉਹਨਾਂ ਤੇ ਇੰਨਾ ਤਸ਼ੱਦਦ ਹੋਇਆ, ਉਹ ਅਲੱਗ-ਅਲੱਗ ਮੁਲਕਾਂ 'ਚ ਰਹਿਣ ਲਈ ਮਜਬੂਰ ਹੋ ਗਏ। ਤੇ ਉਹ ਜਦੋਂ ਆਪਸ ਵਿੱਚ ਕਿਤੇ ਮੁਲਕ ਦੇ ਵਿੱਚ ਮਿਲਦੇ ਸੀ ਦੋ ਯਹੂਦੀ ਨਾ, ਤਾਂ ਉਹ ਉੱਥੇ ਇੱਕ ਗੱਲ ਕਹਿੰਦੇ ਹੁੰਦੇ ਸੀ, ਨੈਕਸਟ ਈਅਰ ਯਰੂਸ਼ਲਮ। ਉਹਦਾ ਮਤਲਬ ਹੁੰਦਾ ਸੀ ਵੀ ਅਸੀਂ ਅਗਲੇ ਸਾਲ ਆਪਣੇ ਮੁਲਕ 'ਚ ਮਿਲਾਂਗੇ, ਸਾਡਾ ਰਾਜ ਭਾਗ ਹੋਊਗਾ। ਮਤਲਬ ਤਾਂਘ ਜਿਹੜੀ ਸੀ ਉਹਨਾਂ ਨੇ ਆਪਣੇ ਅੰਦਰ, ਉਹਨਾਂ ਨੂੰ ਇਹ ਗੱਲ ਕਹਿੰਦੇ 2000 ਸਾਲ ਲੱਗ ਗਏ, ਨੈਕਸਟ ਈਅਰ ਯਰੂਸ਼ਲਮ। ਔਰ ਇੱਕ ਦਿਨ ਉਹ ਦਿਨ ਆ ਗਿਆ ਜਦੋਂ 2000 ਸਾਲ ਦੇ ਬਾਅਦ ਉਹ ਜਿਹੜੇ ਯਹੂਦੀ ਸੀ
ਉਹਨਾਂ ਦਾ ਆਪਣਾ ਰਾਜ ਭਾਗ ਆ ਗਿਆ। ਅੱਜ ਦੇਖੋ ਦੁਨੀਆ ਦੇ ਵਿੱਚ ਜਿਹੜੇ ਯਹੂਦੀ ਆ, ਉਹ ਹਰ ਫੀਲਡ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਉਹਨਾਂ ਦਾ ਰਾਜ ਭਾਗ ਆਪਣਾ ਵਾ। ਸਮਾਂ ਲੱਗਦਾ ਹੁੰਦਾ, ਕੁਝ ਜਿਹੜੇ ਅਣਭੋਲ ਲੋਕ ਆ ਉਹਨਾਂ ਨੂੰ ਲੱਗਦਾ ਵੀ ਜਿਹੜਾ ਖਰੇ ਆਹ ਸਮਾਂ ਚੱਲਦਾ ਪਿਆ ਇਹ ਸਦਾ ਹੀ ਇੱਦਾਂ ਰਹਿਣਾ। ਹੌਲੀ ਹੌਲੀ ਉਹ ਜਿਹੜਾ ਪੜਦਾ ਪਿਆ ਹੁੰਦਾ ਉਹ ਹਟ ਜਾਂਦਾ ਵਾ, ਉਹ ਜਿਹੜਾ ਸੱਚ ਵਾ ਦੁਨੀਆ ਸਾਹਮਣੇ ਆ ਜਾਂਦਾ। ਔਰ ਅੱਜ ਬਿਲਕੁਲ ਦੁਨੀਆ ਦੇ ਕੋਨੇ-ਕੋਨੇ ਤੇ ਸਿੱਖਾਂ ਦੇ ਜਿਹੜੇ ਝੰਡੇ ਆ ਹੁਣ ਪਿੱਛੇ ਜੇ ਅਮਰੀਕਾ ਦੇ ਵਿੱਚ ਉੱਥੇ ਦੀ ਸਰਕਾਰ ਨੇ ਇਹ ਐਲਾਨ ਕੀਤਾ ਵੀ ਅਮਰੀਕਾ ਦੇ ਝੰਡੇ ਦੇ ਨਾਲ ਜਿਹੜਾ ਖਾਲਸੇ ਦਾ ਨਿਸ਼ਾਨ ਸਾਹਿਬ ਆ 1 ਮਹੀਨੇ ਤੱਕ ਝੂਲੂਗਾ ਜੀ। ਹੁਣ ਮੈਂ ਇਹ ਸਵਾਲ ਕਰਦਾ ਜੀ, ਜਿਹੜੇ ਕਹਿੰਦੇ ਆ ਵੀ ਰਾਜ ਭਾਗ ਜਿਹੜਾ ਸਿੱਖ ਦੱਸ ਨਹੀਂ ਸਕੇ ਜਾਂ ਨੈਗੇਟਿਵ ਗੱਲਾਂ ਕਰਦੇ ਆ ਵੀ ਸਿੱਖਾਂ ਨੇ ਲੋਕਾਂ ਤੱਕ ਗੱਲ ਨਹੀਂ ਆਪਣੀ ਪਹੁੰਚਾਈ, ਮੇਰਾ ਇਹ ਸਵਾਲ ਆ ਵੀ ਜਿਹੜੇ ਸਿੱਖਾਂ ਦੇ ਕੋਲ ਰਾਜ ਭਾਗ ਹੈ ਨਹੀਂ, ਜਿਹੜੇ ਸਿੱਖਾਂ ਦਾ ਇੰਨੀ ਵੱਡੀ ਪੱਧਰ ਤੇ ਕਤਲੇਆਮ ਹੋਇਆ, 1 ਲੱਖ ਦੇ ਕਰੀਬ ਜਿਹੜੇ ਪੰਜਾਬ ਦੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਦਿੱਤੇ ਗਏ। ਅੱਜ ਪੰਜਾਬ ਦੀ ਜਵਾਨੀ ਚਿੱਟੇ ਤੇ ਨਸ਼ੇ ਦੇ ਉੱਤੇ ਲਾ ਦਿੱਤੀ ਗਈ। ਅੱਜ ਪੰਜਾਬ ਦਾ ਜਿਹੜਾ ਨੌਜਵਾਨ ਆ ਬੇਰੁਜ਼ਗਾਰ ਕਰ ਦਿੱਤਾ ਗਿਆ, ਸਿੱਖੀ ਤੋਂ ਟੁੱਟ ਗਿਆ, ਆਪਣੀ ਬੋਲੀ ਤੋਂ ਟੁੱਟ ਗਿਆ, ਅਲੱਗ-ਅਲੱਗ ਮੁਲਕਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਿਆ। ਫਿਰ ਵੀ ਉਸ ਕੌਮ ਦੇ ਜਿਹੜੇ ਨਿਸ਼ਾਨ ਸਾਹਿਬ ਆ ਉਹ ਉਸ ਮੁਲਕ ਦੇ ਝੰਡੇ ਦੇ ਨਾਲ ਝੂਲਦੇ ਪਏ ਆ ਜਿਹੜਾ ਦੁਨੀਆ ਦੇ ਵਿੱਚ ਸੁਪਰੀਮ ਪਾਵਰ ਆ ਜੀ। ਤੇ ਮੇਰਾ ਇਹ ਸਵਾਲ ਆ ਉਹਨਾਂ ਨੂੰ ਜਿਹੜੇ ਇਹ ਨੈਗੇਟਿਵ ਗੱਲਾਂ ਕਰਦੇ ਆ ਕਿ ਇਹ ਜਿਹੜੀਆਂ ਗੱਲਾਂ ਛੱਡ ਕੇ ਕੌਮ ਦੀ ਚੜ੍ਹਦੀ ਕਲਾ ਲਈ, ਮਨੁੱਖਤਾ ਦੇ ਲਈ, ਇਨਸਾਨੀਅਤ ਦੇ ਲਈ ਆਪਣਾ ਜਿਹੜਾ ਗੁਰੂ ਨੇ ਸਿਧਾਂਤ ਦਿੱਤਾ ਉਹਦੇ ਲਈ ਲਗਾਤਾਰ ਆਪਣਾ ਅਮਨਮਈ ਤਰੀਕੇ ਨਾਲ, ਜਮਹੂਰੀਅਤ ਤਰੀਕੇ ਨਾਲ ਸਾਰੀ ਦੁਨੀਆ ਨੂੰ, ਸਾਰੀ ਮਨੁੱਖਤਾ ਨੂੰ ਜਾਤਾਂ ਪਾਤਾਂ ਧਰਮਾਂ ਚੋਂ ਹਟ ਕੇ, ਨਫ਼ਰਤ ਤੋਂ ਹਟ ਕੇ ਉਹਨਾਂ ਨੂੰ ਕਲਾਵੇ ਵਿੱਚ ਲੈ ਕੇ ਅਸੀਂ ਚੱਲੀਏ। ਔਰ ਇਹ ਉਹ ਦਿਨ ਦੂਰ ਨਹੀਂ ਹੋਊਗਾ ਜਦੋਂ ਖਾਲਸੇ ਦੇ ਜਿਹੜੇ ਝੰਡੇ ਆ ਉਹ ਜਿਹੜਾ ਰਾਜ ਕਰੇਗਾ, ਖਾਲਸੇ ਦਾ ਜਿਹੜਾ ਦ੍ਰਿੜ ਸੰਕਲਪ ਲੈ ਕੇ ਕੌਮ ਤੁਰਿਓ ਆ, ਚਾਹੇ ਉਹ ਜੇਲ੍ਹਾਂ ਦੇ ਵਿੱਚ ਬੰਦ ਵਾ, ਚਾਹੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਸੇਵਾ ਨਿਭਾ ਰਹੇ ਆ, ਉਹ ਦਿਨ ਦੂਰ ਨਹੀਂ ਹੋਊਗੇ ਜਦੋਂ ਖਾਲਸੇ ਦੇ ਝੰਡੇ ਪੂਰੀ ਦੁਨੀਆ ਦੇ ਵਿੱਚ ਝੂਲਣਗੇ। ਲਵਲੀ ਜੀ, ਜਦੋਂ ਚੋਣਾਂ ਆਉਂਦੀਆਂ ਨੇ ਤਾਂ ਤੁਸੀਂ ਵੀ ਸੁਣਿਆ ਹੋਊਗਾ, ਸਾਡੇ ਦਰਸ਼ਕਾਂ ਨੇ ਵੀ ਜ਼ਰੂਰ ਸੁਣਿਆ ਹੋਊਗਾ, ਜਦੋਂ ਚੋਣ ਰੈਲੀਆਂ ਹੁੰਦੀਆਂ ਨੇ ਤਾਂ ਬੀਜੇਪੀ ਦੇ ਆਗੂ ਔਰ ਅਕਾਲੀ ਆਗੂ ਸਟੇਜਾਂ ਦੇ ਉੱਪਰ ਖੜੇ ਹੋ ਕੇ ਲੋਕਾਂ ਨੂੰ ਕਹਿੰਦੇ ਆ ਵੀ ਕਾਂਗਰਸ ਨੂੰ ਵੋਟਾਂ ਨਾ ਪਾਇਓ, ਇਹਨਾਂ ਨੇ 84 ਵੇਲੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਸੀਗਾ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀਗਾ। ਮੈਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹੁੰਦਾ ਹੈਗਾ ਆ ਕਿ ਉਹ ਜਿਹੜਾ ਹਮਲਾ ਸੀਗਾ 84 ਵਾਲਾ ਕੇਵਲ ਕਾਂਗਰਸ ਪਾਰਟੀ ਵੱਲੋਂ ਹੀ ਹੋਇਆ ਸੀਗਾ, ਬਾਕੀਆਂ ਦਾ ਰੋਲ ਕੀ ਸੀਗਾ ਉਹਦੇ ਵਿੱਚ, ਕਾਂਗਰਸ ਤੋਂ ਇਲਾਵਾ ਬੀਜੇਪੀ ਜਾਂ ਅਕਾਲੀਆਂ ਦਾ? ਦੇਖੋ, ਜਿਹੜੀ ਗੱਲ ਹੈ ਨਾ ਇਸ ਚੀਜ਼ ਨੂੰ ਅਸੀਂ ਕਾਂਗਰਸ, ਅਕਾਲੀ, ਬੀਜੇਪੀ ਜਾਂ ਹੋਰ ਪਾਰਟੀਆਂ ਨਾਲ ਜੋੜ ਕੇ ਨਾ ਦੇਖੀਏ, ਇਹ ਵਿਚਾਰਧਾਰਾ ਦਾ ਟਕਰਾਅ ਹੁੰਦਾ। ਨਹੀਂ, ਪਰ ਕਿਉਂਕਿ ਰੋਲ ਤਾਂ ਰਹੇ ਹੋਊਗਾ। ਦੇਖੋ, ਇਹ ਇੱਕ ਪਾਰਟ ਹੁੰਦੇ ਆ, ਇੱਕ ਤਿਆਰ ਕੀਤੀਆਂ ਧਿਰਾਂ ਹੁੰਦੀਆਂ, ਅਕਾਲੀ ਦਲ, ਬੀਜੇਪੀ, ਕਾਂਗਰਸ, ਇਹਨਾਂ ਕੋਲ ਅਹੁਦੇ ਆ, ਪਿੱਛੇ ਜਿਹੜੀ ਪਾਵਰ ਆ ਉਹ ਹੋਰ ਆ। ਜਿਹੜੀ ਪਾਵਰ ਆ ਉਹ ਵਿਚਾਰਧਾਰਾ ਦੇ ਲੋਕਾਂ ਦੇ ਕੋਲ ਪਾਵਰ ਆ, ਜਿਹੜੇ ਚਾਹੁੰਦੇ ਆ 6500 ਜਾਤਾਂ ਦੇ ਵਿੱਚ ਮਨੁੱਖਤਾ ਵੰਡੀ ਰਵੇ। ਜਿਹੜੇ ਘੱਟ ਗਿਣਤੀ ਕੌਮਾਂ, ਜਿਹੜੀਆਂ ਕੌਮਾਂ ਨੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਦਿੱਤੀਆਂ ਇੱਥੇ ਦੇ ਲੋਕਾਂ ਨੂੰ ਆਜ਼ਾਦ ਕਰਨ ਲਈ, ਉਹ ਲੋਕਾਂ ਤੇ ਲਗਾਤਾਰ ਜ਼ੁਲਮ ਹੁੰਦਾ ਰਵੇ। ਇਹ ਜਿਹੜੀਆਂ ਇਹ ਬੀਜੇਪੀ, ਅਕਾਲੀ ਦਲ, ਜੇ ਤੁਸੀਂ ਕਾਂਗਰਸ ਦੀ ਗੱਲ ਕਰੋ, ਕਾਂਗਰਸ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਜੀ। ਲਾਲ ਕ੍ਰਿਸ਼ਨ ਅਡਵਾਨੀ ਬੀਜੇਪੀ ਦਾ, ਉਸ ਦੀ ਇੱਕ ਕਿਤਾਬ ਆ ਮਾਈ ਕੰਟਰੀ ਮਾਈ ਲਾਈਫ ਕਿਤਾਬ ਜੀ, ਉਹਦੇ ਵਿੱਚ ਉਹਨੇ ਲਿਖਿਆ ਵੀ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਡਰਦੀ ਸੀ। ਅਸੀਂ ਉਹਨੂੰ ਹੱਲਾਸ਼ੇਰੀ ਦਿੱਤੀ ਵੀ ਤੂੰ ਦਰਬਾਰ ਸਾਹਿਬ ਤੇ ਹਮਲਾ ਕਰ, ਅਸੀਂ ਇਹ ਸਿੱਖਾਂ ਨੂੰ ਦੇਖ ਲਵਾਂਗੇ। ਇਹ ਉਹਦੀ ਕਿਤਾਬ ਜਿਹੜੀ ਲੈ ਕੇ ਤੁਸੀਂ ਪੜ੍ਹ ਸਕਦੇ ਆ, ਮਾਈ ਕੰਟਰੀ ਮਾਈ ਲਾਈਫ ਕਿਤਾਬ ਆ। ਇਹ ਕਾਂਗਰਸ, ਬੀਜੇਪੀ, ਅਕਾਲੀ ਦਲ, ਇਹ ਸਭ ਇੱਕੋ ਸਿੱਕੇ ਦੇ ਦੋ ਪਹਿਲੂ ਆ। ਪਰ ਬਾਦਲਾਂ ਨੇ 5 ਵਾਰ ਰਾਜ ਕੀਤਾ ਪੰਜਾਬ ਦੀ ਇਸ ਧਰਤੀ ਦੇ ਉੱਪਰ, ਉਸ ਤੋਂ ਬਾਅਦ ਅੱਜ ਤੱਕ ਪਿੱਛੇ ਤੱਕ ਤੁਸੀਂ ਦੇਖੋ, ਪਿੱਛੇ ਲਗਾਤਾਰ 10 ਸਾਲ ਰਾਜ ਕੀਤਾ ਉਹਨਾਂ ਨੇ, ਸਿੱਖ ਸਮਝ ਨਹੀਂ ਪਾਏ ਇਹਨਾਂ ਨੂੰ। ਦੇਖੋ, ਇਹ ਉਸ ਵੇਲੇ ਗੁਰੂ ਸਾਹਿਬ ਦੀ ਮੈਂ ਇੱਕ ਗੱਲ ਤੁਹਾਨੂੰ ਸੁਣਾਉਂਦਾ। ਉਸ ਵੇਲੇ ਗੁਰੂ ਸਾਹਿਬ ਨੇ ਇੱਕ ਦੁਨੀ ਚੰਦ ਨੂੰ ਤਿਆਰ ਕੀਤਾ ਸੀਗਾ। ਦੁਨੀ ਚੰਦ ਨੂੰ ਤਿਆਰ ਕੀਤਾ ਸੀਗਾ ਕਿ ਉਹਨੂੰ ਪਾਲਿਆ ਪੋਸਿਆ ਬਚਪਨ ਤੋਂ ਲੈ ਕੇ ਬੜਾ ਤਿਆਰ ਕੀਤਾ ਵੀ ਜਦੋਂ ਕਿਤੇ ਔਖਾ ਟਾਈਮ ਭੀੜ ਬਣੂਗੀ, ਇਹ ਦੁਨੀ ਚੰਦ ਜਿਹੜਾ ਵਾ ਇਹ ਦੁਸ਼ਮਣ ਦੇ ਨਾਲ ਲੜੂਗਾ। ਤਾਂ ਇੱਕ ਟਾਈਮ ਆਇਆ ਜਦੋਂ ਦੁਸ਼ਮਣ ਨੇ ਮਸਤ ਹਾਥੀ ਨੂੰ ਸ਼ਰਾਬ ਪਿਲਾ ਕੇ ਉਹਦੇ ਆਲੇ ਦੁਆਲੇ ਲੋਹਾ ਮੜ ਕੇ ਜਦੋਂ ਕਿਲੇ ਵੱਲ ਨੂੰ ਭੇਜਿਆ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਰੂ ਸਾਹਿਬ ਨੇ ਕਿਹਾ, ਜਦੋਂ ਸਿੰਘਾਂ ਨੇ ਕਿਹਾ ਵੀ ਗੁਰੂ ਸਾਹਿਬ
ਉਹ ਹਾਥੀ ਜਿਹੜਾ ਮਸਤ ਹਾਥੀ ਉਹ ਇੱਧਰ ਨੂੰ ਆ ਰਿਹਾ ਕਿਲੇ ਵੱਲ ਨੂੰ, ਤੇ ਗੁਰੂ ਸਾਹਿਬ ਕਹਿੰਦੇ ਸਾਡਾ ਦੁਨੀ ਚੰਦ ਜਿਹੜਾ ਅਸੀਂ ਪਾਲਿਆ ਜੀ ਇਹ ਦੁਨੀ ਚੰਦ ਨੂੰ ਅਸੀਂ ਭੇਜਾਂਗੇ ਤਾਂ ਇਹ ਜਿਹੜਾ ਹਾਥੀ ਨਾਲ ਮੁਕਾਬਲਾ ਕਰੂਗਾ ਤੇ ਇਹ ਭੱਜ ਜਾਊਗਾ ਹਾਥੀ। ਤੇ ਜਦੋਂ ਸਿੰਘ ਅੰਦਰ ਦੇਖਣ ਗਏ ਤਾਂ ਦੁਨੀ ਚੰਦ ਜਿਹੜਾ ਕਿਲੇ ਦੀ ਕੰਧ ਟੱਪ ਕੇ ਉਹ ਭੱਜ ਗਿਆ, ਤੇ ਉਦੋਂ ਭਾਈ ਬਜਿੱਤਰ ਸਿੰਘ ਜੀ ਨੇ ਜੀ ਜਿਹੜੇ ਕਿ ਕੱਦ ਵਿੱਚ ਵੀ ਛੋਟੇ ਸੀਗੇ ਜੀ ਉਹਨਾਂ ਨੇ ਜਿਹੜਾ ਮਸਤ ਹਾਥੀ ਸੀ ਉਹਨਾਂ ਮੁਕਾਬਲਾ ਕੀਤਾ। ਸੋ ਗੱਲ ਇਹ ਹੁੰਦੀ ਹੈ, ਮੇਰਾ ਇਹ ਦੱਸਣ ਦਾ ਮਤਲਬ ਇਹ ਸੀਗਾ, ਜੇ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਬਾਦਲ ਦੀ ਗੱਲ ਕਰਦੇ ਹਾਂ, ਉਹਨੂੰ ਖੁਦ ਵੀ ਪਤਾ ਜੀ, ਬਾਦਲ ਨੂੰ ਹਰ ਇੱਕ ਇਨਸਾਨ ਨੂੰ ਇਸ ਗੱਲ ਦਾ ਪਤਾ ਹੁੰਦਾ। ਇੱਕ ਟਾਈਮ ਸੀ ਇਹੀ ਬਾਦਲ ਸੀ ਜਿਹਨੇ ਕਿਹਾ ਸੀਗਾ ਕਿ ਸਿੱਖ ਰਾਜ ਤੋਂ ਬਿਨਾਂ ਕਿਸੇ ਗੱਲ ਤੇ ਅਸੀਂ ਸਮਝੌਤਾ ਨਹੀਂ ਕਰਾਂਗੇ। ਔਰ ਇਸੇ ਬਾਦਲ ਨੇ 1992 ਦੇ ਵਿੱਚ 28 ਦਸੰਬਰ 1992 ਦੇ ਵਿੱਚ UNO ਦੇ ਜਿਹੜੇ ਜਨਰਲ ਸਕੱਤਰ ਸੀਗੇ ਬੁੱਤਰਸ ਘਾਲੀ, ਉਹਨਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਇਸੇ ਬਾਦਲ ਨੇ ਮੈਮੋਰੰਡਮ ਦਿੱਤਾ ਸੀ। ਔਰ 1994 ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਸੀਗਾ ਇਹ ਵੀ ਉਸੇ ਖਾਲਿਸਤਾਨ ਦੇ ਹੱਕ ਦੇ ਵਿੱਚ ਸਟੈਂਡ ਇਹਨੇ ਲਿਆ ਸੀਗਾ। ਜਿਹੜੇ ਅੱਜ ਜਿਹੜੇ ਗੱਲਾਂ ਕਰ ਰਹੇ ਆ ਵੀ ਸਿੱਖ ਜਿਹੜੇ ਆ ਇਹ ਅਖੰਡਤਾ ਲਈ ਖਤਰਾ ਜਾਂ ਸਿੱਖਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਹੇ ਹਿੰਦੂਆਂ ਦੇ ਬੈਰੀ, ਇਹ ਜਾਤਾਂ ਮਤਲਬ ਜਿਹੜੇ ਜਾਤਾਂ ਦੇ ਵਿੱਚ ਇਹਨਾਂ ਦੇ ਵਿੱਚ ਜਾਤ ਪਾਤ ਦੀ ਬਹੁਤ ਵੰਡੀ ਆ, ਇੱਕ ਸਰਕਾਰਾਂ ਦੇ ਤਰੀਕੇ ਹੁੰਦੇ ਆ। ਅੱਜ ਉਹਨਾਂ ਦੇ ਪਿੱਛੇ ਸਰਕਾਰਾਂ ਦੀ ਥਾਪੜਾ ਵਾ, ਸਰਕਾਰਾਂ ਨੇ ਉਹਨਾਂ ਨੂੰ ਰਾਜ ਭਾਗ ਬਖਸ਼ ਦਿੱਤਾ, ਉਹਨਾਂ ਦੀਆਂ ਜ਼ਮੀਨਾਂ ਜੋ ਸੀ ਉਹ ਨਹੀਂ ਲੁੱਟੀਆਂ, ਸਰਕਾਰਾਂ ਨੇ ਵਾਪਸ ਨਹੀਂ ਲਈਆਂ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਡੱਕਿਆ, ਉਹਨਾਂ ਤੇ ਤਸ਼ੱਦਦ ਨਹੀਂ ਕੀਤਾ। ਇਹੀ ਸੁੱਖ ਉਹ ਚਾਹੁੰਦੇ ਸੀ, ਤਾਂ ਉਹ ਸੁੱਖ ਜਿਹੜਾ ਸੁੱਖ ਉਹ ਚਾਹੁੰਦੇ ਸੀਗੇ ਉਹ ਸੁੱਖ ਸਰਕਾਰਾਂ ਤੋਂ ਉਹਨਾਂ ਨੂੰ ਮਿਲਿਆ ਤੇ ਉਹ ਦੂਜੇ ਪਾਸੇ ਹੋ ਗਏ। ਏਦਾਂ ਗੁਰੂ ਸਾਹਿਬ ਵੇਲੇ ਵੀ ਚੱਲਦਾ ਆਇਆ ਔਰ ਅੱਗੇ ਵੀ ਚੱਲਣਾ। ਲਵਲੀ ਜੀ, ਅਖੀਰ ਦੇ ਵਿੱਚ ਜਦੋਂ ਮੁਲਕ ਨੂੰ ਆਜ਼ਾਦ ਕਰਵਾਇਆ ਜਾ ਰਿਹਾ ਸੀਗਾ, ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੀ ਮੁਹਿੰਮ ਚੱਲਦੀ ਪਈ ਸੀ, ਤਾਂ ਉਸ ਵੇਲੇ 85% ਤੋਂ ਵੱਧ, ਮੈਂ ਵੀ ਕਈ ਵਾਰ ਕਹਿੰਦਾ, ਤੁਸੀਂ ਵੀ ਕਹਿੰਦੇ ਆ, ਸਾਡੇ ਸਾਰੇ ਲੀਡਰ ਸਿੱਖਾਂ ਦੇ ਕਹਿੰਦੇ ਹੈਗੇ ਆ, ਪੰਜਾਬ ਦੇ ਲੀਡਰ ਵੀ ਕਹਿੰਦੇ ਹੈਗੇ ਆ ਕਿ 85% ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਪਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਸ਼ੁਰੂ ਵਿੱਚ ਆਖਿਆ ਸੀਗਾ ਕਿ ਉਹਨਾਂ ਨੇ ਮੁੜ ਕੇ ਕਿਹਾ ਕਿ ਉਹ ਸਮਾਂ ਔਰ ਥਾ, ਅਬ ਸਮਾਂ ਬਦਲ ਚੁੱਕਾ ਹੈ, ਇੱਕ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਦੇ ਉੱਪਰ ਖਾਸ ਨਿਗਾਹ ਰੱਖੀ ਜਾਵੇ। ਤਾਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਹਨਾਂ 85% ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਕੁਰਬਾਨੀ ਨੂੰ ਕਿਹੜੇ ਖਾਤੇ 'ਚ ਰੱਖਦੇ ਹੋ? ਕੀ ਲੱਗਦਾ ਤੁਹਾਨੂੰ ਕਿ ਜੇ ਅੱਜ ਉਹਨਾਂ ਦੀਆਂ ਰੂਹਾਂ ਕਿਤੇ ਕਬਰਾਂ 'ਚ ਉੱਠ ਕੇ ਸਾਹਮਣੇ ਆ ਖਲੋਣ ਤਾਂ ਕੁਛ ਹੈ ਤੁਹਾਡੇ ਅੰਦਰ, ਕੁਛ ਚੱਲਦਾ ਇਦਾਂ ਦਾ ਵੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਜਦੋਂ ਹਲਕੀ ਉਮਰ ਦੇ ਜਿਹੜੇ ਨੌਜਵਾਨ ਸੀਗੇ ਜੀ, ਉਹਨਾਂ ਨੇ ਮਨੁੱਖਤਾ ਦੇ ਲਈ ਸ਼ਹਾਦਤਾਂ ਦੇ ਦਿੱਤੀਆਂ, ਉਸ ਵੇਲੇ ਕਈਆਂ ਨੂੰ ਇਹ ਲੱਗਦਾ ਹੋਣਾ, ਹੋ ਸਕਦਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਹ ਲੱਗਦਾ ਹੋਵੇ ਵੀ ਇਹ ਜਿਹੜੀਆਂ ਸ਼ਹਾਦਤਾਂ ਇਹ ਵਿਅਰਥ ਜਾਊਗੀਆਂ। ਔਰ ਉਸ ਸਮੇਂ ਕਈ ਨੌਜਵਾਨ ਜਿਹੜੇ ਸੀ, ਮਾਂ ਪਿਓ ਨੇ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਨ ਲੱਗ ਪਏ, ਪਰਿਵਾਰਾਂ ਨੇ ਉਹ ਜਿਹੜੇ ਬੱਚੇ ਸੀਗੇ ਉਹ ਵਿਦੇਸ਼ਾਂ ਵਿੱਚ ਭੇਜ ਦਿੱਤੇ ਵੀ ਇਹ ਬੱਚਿਆਂ ਦਾ ਬਚਾਅ ਹੋ ਜਾਵੇ, ਸਾਡੇ ਜਿਹੜੇ ਪੁੱਤ ਵਾ ਇਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਖਪਾ ਨਾ ਹੋ ਜਾਣ, ਖਤਮ ਨਾ ਹੋ ਜਾਣ। ਤੁਸੀਂ ਦੇਖੋ ਸਮਾਂ, ਮੈਂ ਜਿਹੜੀ ਪਹਿਲੀ ਗੱਲ ਕਰਕੇ ਹਟਿਆ, ਮੈਨੂੰ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਉਹ ਕੁਰਬਾਨੀਆਂ ਅੱਜ ਨਹੀਂ ਤੇ ਕੱਲ ਕਿਸੇ ਅਰਥ ਜ਼ਰੂਰ ਆਉਣਗੀਆਂ, ਹਾਂਜੀ, ਪਰ ਜਿਹੜੀਆਂ ਉਹ ਕੁਰਬਾਨੀਆਂ ਸੀ 47 ਤੋਂ ਪਹਿਲਾਂ ਵਾਲੀਆਂ ਸਿੱਖਾਂ ਦੀਆਂ, ਉਹ ਕਿਹੜੇ ਅਰਥ ਆਈਆਂ? ਦੇਖੋ, ਉਹਦੀ ਜੇ ਤੁਸੀਂ 47 ਤੋਂ ਪਹਿਲਾਂ ਦੀ ਕੁਰਬਾਨੀ ਦੀ ਗੱਲ ਕਰੋ, ਉਹ ਬਾਅਦ ਵਿੱਚ ਜੇ ਸੰਤ ਜਰਨੈਲ ਸਿੰਘ ਤੁਰੇ ਆ ਜਾਂ 55 ਵਿੱਚ 56 ਵਿੱਚ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ, 1955-56 ਦੇ ਵਿੱਚ ਵੀ, ਜੇ ਉਹ 1955-56 ਤੋਂ ਬਾਅਦ ਵੀ ਸਿੱਖ ਜਿਹੜੇ ਤੁਰੇ ਆ, ਹੁਣ ਤੱਕ ਤੁਰੇ ਹੋ ਆ ਜਿਹੜੇ ਸਿੱਖ, ਇਹ ਉਹ 47 ਤੋਂ ਪਹਿਲਾਂ ਜਿਹੜੀਆਂ ਸ਼ਹਾਦਤਾਂ ਹੋਈਆਂ, ਉਹ ਇਤਿਹਾਸ ਦੀ ਜਿਹੜੀ ਦ੍ਰਿੜਤਾ, ਉਹ ਯੋਧਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਉਹਨਾਂ ਦੇ ਇਤਿਹਾਸ ਦੀ ਜਿਹੜੀ ਦ੍ਰਿੜਤਾ ਜਾਂ ਕੌਮ ਦੀ ਜਿਹੜੀ ਦ੍ਰਿੜਤਾ ਗੁਰੂ ਸਾਹਿਬ ਦੇ ਭਰੋਸੇ ਦੇ ਨਾਲ, ਉਹ ਅੱਜ ਤੱਕ ਤਾਂ ਹੀ ਤੁਰੇ ਹੋ ਆ ਜੇ ਉਹ ਜਿਹੜੇ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ। ਜਾਂ ਕੁਛ ਏਦਾਂ ਵੀ ਹੋਊਗਾ ਕਿ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸੀਗੀਆਂ ਤੇ ਇਹਨਾਂ ਨੇ ਉਹਨਾਂ ਦਾ ਮੁੱਲ ਇਹ ਪਾਇਆ ਕਿ ਇਹ ਇੱਕ ਜਰਾਇਮ ਪੇਸ਼ਾ ਕੌਮ ਹੈ, ਤੇ ਉਹਦਾ ਇਹ ਤਾਂ ਮੈਂ ਪਹਿਲਾਂ ਦੱਸ ਕੇ ਹਟਿਆ। ਪੰਜਾਬ ਦੇ ਟੁਕੜੇ ਹੋਏ, ਮੁਸਲਮਾਨ, ਸਿੱਖ, ਹਿੰਦੂ ਵੱਡੀ ਗਿਣਤੀ ਵਿੱਚ ਮਾਰੇ ਗਏ। ਉਸ ਤੋਂ ਬਾਅਦ ਜਦੋਂ ਜਰਾਇਮ ਪੇਸ਼ਾ ਕੌਮ, ਪਹਿਲਾ ਜਿਹੜਾ ਫਤਵਾ ਦਿੱਤਾ ਜਾਂ ਸਰਟੀਫਿਕੇਟ ਦਿੱਤਾ ਉਹ ਸਿੱਖਾਂ ਨੂੰ ਦਿੱਤਾ ਜਰਾਇਮ ਪੇਸ਼ਾ ਕੌਮ ਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੁਸਲਮਾਨ ਤਾਂ ਵੱਡੀ ਗਿਣਤੀ ਵਿੱਚ ਉੱਧਰ ਚਲੇ ਗਏ, ਹੁਣ ਇੱਧਰਲੇ ਪਾਸੇ ਜਿਹੜੇ ਪੰਜਾਬ ਵਿੱਚ ਵੱਸਦੇ ਆ ਉਹ ਸਿੱਖ ਹੀ ਆ। ਕਿ ਜੇ ਸਿੱਖਾਂ ਨੂੰ ਹੁਣ ਜੇ ਨੱਪ ਕੇ ਰੱਖਣਾ, ਸਦਾ ਲਈ ਸਿੱਖਾਂ ਨੂੰ ਆਪਣੀ ਜੁੱਤੀ ਥੱਲੇ ਲਾ ਕੇ ਰੱਖਣਾ,
ਤੇ ਫਿਰ ਸਾਨੂੰ ਇਹਨਾਂ ਦੇ ਲਈ ਅਲੱਗ ਜਿਹੜਾ ਕਾਨੂੰਨ ਵਾ, ਅਲੱਗ ਜਿਹੜਾ ਹੁਣ ਤੱਕ ਵੀ ਆਪਾਂ ਗੱਲ ਕਰਦੇ, ਜੇ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ, ਜਿਹੜੇ ਆਮ ਬੰਦੇ ਦੀ ਜਿਹੜੀ ਸਜ਼ਾ ਵਾ ਉਹ 14 ਸਾਲ ਜਾਂ 20 ਸਾਲ ਹੁੰਦੀ ਆ, ਤੇ ਜਿਹੜੇ ਸਿੱਖ ਯੋਧੇ ਆ ਬੰਦੀ ਸਿੰਘ ਜਿਹੜੇ ਜੇਲ੍ਹਾਂ ਵਿੱਚ ਬੰਦ ਆ ਉਹਨਾਂ ਨੂੰ 26 ਸਾਲ 30 ਸਾਲ ਵੀ ਹੋ ਗਏ ਆ। ਉਹਨਾਂ ਲਈ ਕਾਨੂੰਨ ਹੋਰ ਵਾ, ਤੇ ਜਿਹੜੇ ਦੂਜੇ ਕੈਦੀ ਆ ਉਹਨਾਂ ਲਈ ਕਾਨੂੰਨ ਹੋਰ ਆ। ਜੇ ਕਿਸੇ ਸਿੱਖ ਦੇ ਕੋਲ ਕਈ ਮੁੰਡੇ ਜਿਹੜੇ ਆ ਜਾਂ ਹੋਰ ਸਿੱਖ ਮਤਲਬ ਰਾਹ ਕੋਈ ਅਲੱਗ ਚੁਣ ਲੈਂਦੇ ਆ, ਤੇ ਉਹਨਾਂ ਦੇ ਉੱਤੇ ਫੱਟ ਦੇਸ਼ ਧਰੋਹ ਜੀ ਜਾਂ ਉਹਨਾਂ ਨੂੰ ਦੇਖੋ ਹੈਰਾਨੀ ਵਾਲੀ ਗੱਲ ਆ, ਜੱਜ ਦੀ ਸਜ਼ਾ ਤੋਂ ਪਹਿਲਾਂ ਹੀ ਜੱਜ ਦੀ ਸਜ਼ਾ ਤੋਂ ਪਹਿਲਾਂ ਹੀ ਅਖਬਾਰਾਂ ਮੀਡੀਆ ਉਹਨਾਂ ਨੂੰ ਅੱਤਵਾਦੀ ਐਲਾਨ ਦਿੰਦਾ। ਦੇਖੋ ਕਿੱਡੀ ਇਹ ਸ਼ਰਮ ਵਾਲੀ ਗੱਲ ਆ ਉਸ ਮੀਡੀਆ ਲਈ ਵੀ, ਜਿਹੜੇ ਇਹਦੇ ਲਈ ਇਹੀ ਕਾਰਨ ਆ ਵੀ ਜਿਹੜਾ ਜਰੈਮ ਪੇਸ਼ਾ ਕੌਮ ਦਾ ਉਸ ਵੇਲੇ ਸਰਟੀਫਿਕੇਟ ਮਿਲਿਆ, ਉਹਦੇ ਨਾਲ ਲਗਾਤਾਰ ਹੁਣ ਤੱਕ ਜਿਹੜਾ ਸਿੱਖਾਂ ਦੇ ਲਈ ਕਾਨੂੰਨ ਆ ਉਹ ਵੱਖਰਾ ਸਰਟੀਫਿਕੇਟ ਤਾਂ ਫਿਰ ਮੀਡੀਆ ਆਪੇ ਵੰਡੀ ਜਾਂਦਾ ਨਾ। ਹਾਂਜੀ, ਉਹ ਆਪੇ ਦੇਖੋ ਜੱਜ ਦੀ ਸਜ਼ਾ ਤੋਂ ਪਹਿਲੇ ਕਹੀ ਜਾਂਦੇ ਅੱਤਵਾਦੀ, ਫਿਰ ਨਾਲੇ ਜਦੋਂ ਦੇਖੋ ਹੈਰਾਨੀ ਵਾਲੀ ਗੱਲ ਜਦੋਂ ਬਰੀ ਵੀ ਹੋ ਜਾਂਦੇ ਨਾ, ਜਦੋਂ ਅਸੀਂ ਪਿੱਛੇ ਜੇ ਮੈਂ ਅਖਬਾਰ ਪੜ੍ਹ ਰਿਹਾ ਸੀ ਉਹ 'ਚ ਲਿਖਿਆ ਅੱਤਵਾਦੀ ਭਾਈ ਜਗਤਾਰ ਸਿੰਘ ਹਵਾਰਾ ਬਰੀ। ਜੇ ਉਹ ਬਰੀ ਹੋ ਗਿਆ ਤੇ ਅੱਤਵਾਦੀ ਕਿੱਦਾਂ ਹੋਇਆ? ਜੇ ਅੱਤਵਾਦੀ ਸੀਗਾ ਤੇ ਫਿਰ ਬਰੀ ਕਿਉਂ ਹੋਣ ਦਿੱਤਾ? ਮਤਲਬ ਇਹ ਸਰਕਾਰਾਂ ਦੀ ਜਿਹੜੀ ਬੋਲੀ ਹੁੰਦੀ ਆ, ਸਰਕਾਰਾਂ ਦੇ ਜਿਹੜੇ ਰਸਤੇ ਹੁੰਦੇ ਆ, ਕਈ ਵੇਲੇ ਸਾਨੂੰ ਖੁਦ ਨਹੀਂ ਪਤਾ ਚੱਲਦਾ ਅਸੀਂ ਸਰਕਾਰਾਂ ਦੀ ਬੋਲੀ ਕਿਹੜੇ ਵੇਲੇ ਬੋਲ ਜਾਂਦੇ। ਲਵਲੀ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਨੇ, ਸਮਾਂ ਵੀ ਥੋੜਾ ਹੀ ਰਹਿ ਗਿਆ ਹੈਗਾ। ਜਦੋਂ 1984 ਵਾਪਰਿਆ, 84 ਤੋਂ ਬਾਅਦ 3-4 ਸਾਲ ਬਾਅਦ ਤੁਹਾਡਾ ਜਨਮ ਹੋਇਆ, 78 ਦੀ ਤੁਸੀਂ ਗੱਲ ਕੀਤੀ ਹੈ, ਉਸ ਤੋਂ ਪਹਿਲਾਂ ਦੀ ਗੱਲ ਕੀਤੀ ਹੈ ਸਾਰੀ। ਉਸ ਵੇਲੇ ਤੁਸੀਂ ਹੈ ਨਹੀਂ ਸੀ, ਪਰ ਉਹਦੇ ਬਾਵਜੂਦ ਵੀ ਤੁਸੀਂ ਜਿੰਨੀਆਂ ਵੀ ਹੁਣ ਤੱਕ ਗੱਲਾਂ ਕਰਕੇ ਹਟੇ ਹੋ, ਸਾਰੀ ਜਾਣਕਾਰੀ ਤੁਸੀਂ ਕਿੱਥੋਂ ਹਾਸਲ ਕੀਤੀ, ਕਿਵੇਂ ਤੁਹਾਨੂੰ ਪਤਾ ਲੱਗਾ? ਮੈਂ ਇਹ ਗੱਲ ਤਾਂ ਪੁੱਛ ਰਿਹਾ ਕਿਉਂਕਿ ਵਿਦੇਸ਼ਾਂ ਵਿੱਚ ਵੀ ਸਾਡੇ ਬਹੁਤ ਸਾਰੇ ਲੋਕ ਪਰਿਵਾਰ ਹੈਗੇ ਨੇ, ਔਰ ਜਿਹੜੇ ਉਹਨਾਂ ਦੇ ਹੈਗੇ ਨੇ ਕਈ ਬੱਚੇ ਹੈਗੇ ਜਿਹੜੇ ਉਹਨਾਂ ਦੇ, ਔਰ ਸਾਡੇ ਉਹ ਚਾਹੁੰਦੇ ਹੈਗੇ ਆ ਪਰਿਵਾਰ ਕੇ ਸਾਡੇ ਬੱਚੇ ਪੰਜਾਬੀ ਸਿੱਖਣ, ਜਿਹੜਾ ਸਾਡਾ ਆਪਣਾ ਸਿੱਖ ਸੱਭਿਆਚਾਰ ਹੈਗਾ ਆ ਉਹਦੇ ਬਾਰੇ ਜਾਣਨ, ਔਰ ਜਿਹੜੇ ਸਿੱਖਾਂ ਦੇ ਮਸਲੇ ਹੈਗੇ ਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਣ। ਪਰ ਬੱਚੇ ਜਿਹੜੇ ਕਈ ਵਾਰ ਕੁਰਾਹੇ ਪੈ ਜਾਂਦੇ ਹੈਗੇ ਆ। ਮੈਂ ਚਾਹੁੰਦਾ ਕਿ ਉਹਨਾਂ ਬੱਚਿਆਂ ਨੂੰ ਵੀ ਜ਼ਰੂਰ ਪਤਾ ਲੱਗੇ ਕਿ ਤੁਸੀਂ ਜੇ ਉਸ ਵੇਲੇ ਜਨਮੇ ਵੀ ਨਹੀਂ ਸੀਗੇ ਤਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਕਿਵੇਂ ਮਿਲੀ, ਤਾਂ ਕਿ ਉਹ ਵੀ ਕਿਸੇ ਤਰੀਕੇ ਦੇ ਨਾਲ ਮਸਲਿਆਂ ਨਾਲ ਜੁੜ ਸਕਣ। ਹਾਂਜੀ, ਦੇਖੋ ਅੱਜ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਬੱਚੇ ਪੜ੍ਹਦੇ ਆ ਜੀ, ਜੋ ਉਹਨਾਂ ਨੂੰ ਪੜ੍ਹਾਇਆ ਜਾ ਰਿਹਾ, ਜੋ ਉਹਨਾਂ ਨੂੰ ਦਿਖਾਇਆ ਜਾ ਰਿਹਾ, ਜੋ ਉਹਨਾਂ ਨੂੰ ਸੁਣਾਇਆ ਜਾ ਰਿਹਾ, ਉਹ ਸਰਕਾਰਾਂ ਆਪਣੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਫਿੱਟ ਬੈਠਦਾ। ਜੇ ਸਰਕਾਰਾਂ ਇਹ ਦੱਸਣ ਵੀ ਅਸੀਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਿੱਦਾਂ ਨੌਜਵਾਨ ਮਾਰੇ ਗਲਤ ਤਰੀਕੇ ਨਾਲ, ਜੇ ਸਰਕਾਰਾਂ ਇਹ ਦੱਸਣ ਵੀ ਅਸੀਂ ਪੰਜਾਬ ਦੇ ਪਾਣੀਆਂ ਨੂੰ ਕਿੱਦਾਂ ਗਲਤ ਤਰੀਕੇ ਦੇ ਨਾਲ ਹਥਿਆਇਆ, ਜੇ ਸਰਕਾਰਾਂ ਇਹ ਦੱਸਣ ਅਸੀਂ ਪੰਜਾਬ ਦੇ ਟੁਕੜੇ 66 ਵਿੱਚ ਕਿੱਦਾਂ ਕੀਤੇ, ਬੋਲੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਮੋਰਚੇ ਕਿੱਦਾਂ ਲਾਣੇ ਪਏ, ਬਾਕੀਆਂ ਨੂੰ ਕਿੱਦਾਂ ਸਟੇਟਾਂ ਸੂਬੇ ਮਿਲ ਗਏ, ਜੇ ਸਰਕਾਰਾਂ ਇਹ ਦੱਸਣ ਵੀ ਕਿੱਦਾਂ ਤੁਹਾਨੂੰ ਅਸੀਂ ਗਲਤ ਜਿਹੜੇ ਗਾਇਕ ਵਾ ਉਹਨਾਂ ਦੇ ਮਗਰ ਲਾ ਕੇ ਅਸੀਂ ਤੁਹਾਨੂੰ ਬੇਵਕੂਫ ਬਣਾ ਰਹੇ ਹਾਂ, ਜੇ ਸਰਕਾਰਾਂ ਇਹ ਕੁਝ ਦੱਸਣ ਲੱਗ ਪੈਣ ਤੇ ਫੇਰ ਤਾਂ ਜਿਹੜੇ ਨੌਜਵਾਨ ਆ ਸਿੱਧੇ ਸਰਕਾਰਾਂ ਵੱਲ ਨੂੰ ਹੋ ਜੂਗੇ। ਜਿਹੜੇ ਨੌਜਵਾਨ ਅੱਜ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਆ, ਮੈਂ ਹੈਰਾਨ ਹੁੰਦਾ, ਉਹ ਬੇਸ਼ੱਕ ਕਿਤਾਬੀ ਗਿਆਨ ਉਹਨਾਂ ਨੇ ਬਹੁਤ ਲੈ ਲਿਆ, ਬਹੁਤ ਕਾਲਜਾਂ ਦੀ ਪੜ੍ਹਾਈ ਕਰ ਲਈ, ਸਟੱਡੀ ਕਰ ਲਈ, ਪਰ ਜਿਹੜਾ ਉਹਨਾਂ ਦਾ ਇੱਕ ਹੁੰਦੀ ਪੜ੍ਹਾਈ ਤੇ ਇੱਕ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਪੜ੍ਹਾਈ ਹੁੰਦੀ ਆ, ਗਿਆਨ ਹੁੰਦਾ, ਇੱਕ ਹੁੰਦਾ ਅਨੁਭਵੀ ਗਿਆਨ। ਇੱਕ ਤਜਰਬਾ ਜਿਹੜਾ ਆਪਾਂ ਇੱਕ ਹੁੰਦਾ ਅਨੁਭਵੀ ਗਿਆਨ ਹੁੰਦਾ, ਇੱਕ ਹੁੰਦਾ ਇਹ ਜਿਹੜਾ ਗਿਆਨ ਜਿਹੜਾ ਕਿਤਾਬਾਂ ਤੋਂ ਅਸੀਂ ਲੈਂਦੇ। ਅਨੁਭਵੀ ਗਿਆਨ ਤੁਹਾਨੂੰ ਉਦੋਂ ਹੁੰਦਾ ਜਿਹੜਾ ਜਦੋਂ ਤੁਸੀਂ ਆਪ ਉਸ ਚੀਜ਼ ਨੂੰ ਮਹਿਸੂਸ ਕਰਦੇ ਆ, ਪ੍ਰੈਕਟੀਕਲੀ ਉਹਨਾਂ ਲੋਕਾਂ ਦੇ ਵਿੱਚ ਵਿਚਰਦੇ ਆ। ਜਿਹੜੀ ਤੁਸੀਂ ਗੱਲ ਕੀਤੀ ਮੈਨੂੰ ਕਿੱਦਾਂ ਪਤਾ ਲੱਗਾ, ਇਹ 15 ਸਾਲ ਪਹਿਲਾਂ ਦੀ ਗੱਲ ਵਾ। ਉਦੋਂ ਦਰਬਾਰ ਸਾਹਿਬ 13 ਸਿੰਘ ਜਿਹੜੇ ਸ਼ਹੀਦ ਹੋਏ ਸੀ ਨਿਰੰਕਾਰੀ ਕਾਂਡ ਵੇਲੇ, 13 ਸਿੰਘਾਂ ਦੀ ਯਾਦ ਵਿੱਚ ਉੱਥੋਂ ਮਾਰਚ ਕੱਢਣਾ ਸੀ, ਮਾਰਚ ਦਰਬਾਰ ਸਾਹਿਬ ਤੱਕ ਆਉਣਾ ਸੀ। ਮੈਂ ਤੁਹਾਨੂੰ ਗੱਲ ਦੱਸਾਂ, ਬੜੀ ਇਹ ਦੁੱਖ ਵਾਲੀ ਵੀ ਗੱਲ ਹੈਗੀ ਆ। ਉੱਥੋਂ ਮਾਰਚ ਤੁਰਿਆ, ਦਰਬਾਰ ਸਾਹਿਬ ਆਇਆ, ਜਿੱਥੇ ਦਰਬਾਰ ਸਾਹਿਬ ਐਸਜੀਪੀਸੀ ਦਾ ਦਫ਼ਤਰ ਆ, ਉੱਥੇ ਤੱਕ ਮਾਰਚ ਆ ਕੇ ਸਮਾਪਤ ਹੋ ਗਿਆ। ਜਿੱਥੇ ਮੈਨੂੰ ਹਲੂਣਾ ਕਿੱਥੋਂ ਮਿਲਿਆ, ਮੈਨੂੰ ਇਹ ਚੀਜ਼ ਦਾ ਕਿੱਦਾਂ ਪਤਾ ਲੱਗਾ, ਉੱਥੇ ਇੱਕ ਦਰਬਾਰ ਸਾਹਿਬ ਗੁਰੂ ਰਾਮਦਾਸ ਸਰਾਂ ਦੇ ਵਿੱਚ, ਅਸੀਂ ਗਰਮੀਆਂ ਦੇ ਦਿਨ ਸੀਗੇ, ਆਪਾਂ ਉੱਥੇ ਬੈਠ ਗਏ, ਸਮਾਪਤ ਹੋ ਗਿਆ ਮਾਰਚ। ਉੱਥੇ ਇੱਕ ਮਾਤਾ ਸੀ, ਬਜ਼ੁਰਗ ਮਾਤਾ ਸੀ, ਉਹ ਰੋ ਰਹੀ ਸੀ ਮਾਤਾ, ਤੇ ਮੇਰੇ ਨਾਲ ਮੇਰਾ ਦੋਸਤ ਸੀ ਇੱਕ, ਅਸੀਂ ਦੋਨਾਂ ਨੇ ਉਹ ਮਾਤਾ ਨੂੰ ਪੁੱਛਿਆ ਵੀ ਮਾਤਾ ਜੀ ਤੁਹਾਨੂੰ ਕੀ ਗੱਲ ਹੋਈ, ਤੁਸੀਂ ਰੋ ਕਿਉਂ ਰਹੇ ਹੋ ਤੇ ਜਦੋਂ ਅਸੀਂ ਇਦਾਂ ਮਾਤਾ ਜੀ ਨੂੰ ਹੱਥ ਲਾਇਆ ਤੇ ਉਹ ਸਰੀਰ ਉਹਨਾਂ ਦਾ ਬਿਲਕੁਲ ਤਪਦਾ ਸੀ।
ਮਤਲਬ ਇੰਨੀ ਤੇਜ਼ ਬੁਖਾਰ ਸੀ। ਹੂੰ। ਮੈਂ ਕਿਹਾ ਮਾਤਾ ਜੀ ਵੀ ਕੀ ਗੱਲ ਹੋਈ, ਤੁਸੀਂ ਰੋਂਦੇ ਕਿਉਂ ਆ? ਪਹਿਲੀ ਗੱਲ ਤਾਂ ਉਹਨਾਂ ਨੇ ਦੇਖਦੇ ਸਾਨੂੰ ਦੋਨਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਮਾਤਾ ਬਹੁਤ ਰੋਈ। ਹੂੰ। ਤੇ ਮੈਂ ਕਿਹਾ ਮਾਤਾ ਜੀ ਤੁਸੀਂ ਰੋ ਨਾ, ਤੁਸੀਂ ਦੱਸੋ। ਕਹਿੰਦੇ ਵੀ ਬੇਟਾ ਦਵਾਈ ਜਿਹੜੀ ਆ ਡਾਕਟਰ ਨੇ ਮੈਨੂੰ ਦਵਾਈ ਲਿਖ ਕੇ ਦਿੱਤੀ ਸੀ, ਮੇਰੇ ਕੋਲ ਦਵਾਈ ਲੈਣ ਜੋਗੇ ਪੈਸੇ ਹੈ ਨਹੀਂ। ਹੂੰ। ਮੇਰੇ ਨਾਲ ਮੇਰਾ ਦੋਸਤ ਸੀਗਾ, ਉਹਦੇ ਕੋਲ ਕੁਝ ਪੈਸੇ ਸੀਗੇ। ਹੂੰ। ਅਸੀਂ ਜਾ ਕੇ ਪਰਚੀ ਲੈ ਗਏ ਤਾਂ ਉੱਥੋਂ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਮਾਤਾ ਨੂੰ ਦਿੱਤੀ। ਮੈਂ ਕਿਹਾ ਮਾਤਾ ਜੀ ਤੁਸੀਂ ਦਵਾਈ ਖਾਓ, ਤੁਸੀਂ ਫਿਕਰ ਨਾ ਕਰੋ, ਹੋਰ ਵੀ ਅੱਗੇ ਲੋੜ ਪਈ ਅਸੀਂ ਤੁਹਾਡੇ ਨਾਲ ਆ, ਤੁਸੀਂ ਦੱਸੋ ਗੱਲ ਕੀ ਹੋਈ। ਤੇ ਬੜੀ ਹੈਰਾਨੀ ਵਾਲੀ ਗੱਲ ਆ, ਅੱਜ ਤੁਹਾਡੇ ਮਾਧਿਅਮ ਰਾਹੀਂ ਦੁਨੀਆ ਦੇ ਵਿੱਚ ਜਿਹੜੀ ਸੰਗਤ ਸੁਣ ਰਹੀ ਆ, ਉਹ ਜ਼ਰੂਰ ਇਸ ਗੱਲ ਤੇ ਆ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਇਹ ਤੇ ਜ਼ਰੂਰ ਉਹ ਅਮਲ ਕਰਨ ਜੀ। ਉਹ ਜਿਹੜੀ ਮਾਤਾ ਸੀਗੇ, ਉਹ ਮਾਤਾ ਨੇ ਇੱਕ ਐਡੀ ਕੁ ਫੋਟੋ ਹੋਣੀ ਫਰੇਮ ਦੇ ਵਿੱਚ ਮੜੀ, ਉਹਨੇ ਤਾਂ ਛਾਤੀ ਨਾਲ ਲਾਈ ਸੀ ਮਾਤਾ ਨੇ। ਤੇ ਜਦੋਂ ਮੈਂ ਮਾਤਾ ਜੀ ਨੂੰ ਪੁੱਛਿਆ, ਮੈਂ ਕਿਹਾ ਮਾਤਾ ਜੀ ਵੀ ਇਹ ਫੋਟੋ ਕਿਹਨਾਂ ਦੀ, ਦਿਖਾਓ। ਜਦੋਂ ਮੈਂ ਫੋਟੋ ਦੇਖੀ ਤਾਂ ਮੇਰੇ ਜਿੱਦਾਂ ਨਾ ਮਤਲਬ ਰੌਂਗਟੇ ਖੜੇ ਹੋ ਗਏ, ਇੱਕਦਮ ਅੰਦਰ ਨੂੰ ਏਦਾਂ ਹਲੂਣਾ ਮਿਲਿਆ। ਉਹ ਫੋਟੋ ਵਿੱਚ ਇੱਕ ਸਿੰਘ ਆੜ ਦੇ ਵਿੱਚ ਡਿੱਗਿਆ, ਉਹਦੇ ਮੱਥੇ ਤੇ ਗੋਲੀ ਲੱਗੀ, ਉਹ ਦਸਤਾਰ ਲਿੱਥੀ ਉਹ, ਤੇ ਹੱਥ ਵਿੱਚ ਕੋਈ ਵੈਪਨ ਹੋਣਾ ਜਾਂ ਕੁਝ ਹੋਣਾ, ਸ਼ਹੀਦ ਸਿੰਘ ਸੀਗਾ ਕੋਈ। ਅੱਛਾ। ਉੱਥੇ ਥੱਲੇ ਲਿਖਿਆ ਸੀ, ਨਾਮ ਲਿਖਿਆ ਸੀਗਾ ਸ਼ਹੀਦ ਸਿੰਘ ਦਾ, ਉਹ ਪਿੰਡ ਦਾ ਵੀ ਦੱਸਿਆ ਸੀਗਾ ਵੀ ਇਸ ਪਿੰਡ ਦੇ ਆ। ਮੈਂ ਮਾਤਾ ਜੀ ਨੂੰ ਪੁੱਛਿਆ, ਮੈਂ ਕਿਹਾ ਇਹ ਕੌਣ? ਕਹਿੰਦੇ ਇਹ ਮੇਰਾ ਵੱਡਾ ਬੇਟਾ ਵੀ ਸ਼ਹੀਦ ਹੋ ਗਿਆ। ਤੇ ਬੜਾ ਮਨ ਨੂੰ ਲੱਗਾ। ਕਹਿੰਦੇ ਦੋ ਬੇਟੇ ਮੇਰੇ ਹੋਰ ਸੀ, ਉਹ ਵੀ ਸ਼ਹੀਦ ਹੋ ਗਏ। ਮੇਰੇ ਸਾਹਮਣੇ ਮੁਕਾਬਲਾ ਹੋਇਆ ਮਤਲਬ ਖੇਤਾਂ ਦੇ ਵਿੱਚ, ਤੇ ਮੇਰੇ ਅੱਖਾਂ ਦੇ ਸਾਹਮਣੇ ਮੇਰਾ ਪੁੱਤ ਸ਼ਹੀਦ ਹੋ ਗਿਆ। ਮੈਂ ਕਿਹਾ ਮਾਤਾ ਜੀ ਵੀ ਤੁਹਾਡੀ ਕਿਸੇ ਨੇ ਸਾਰ ਨਹੀਂ ਲਈ? ਤਾਂ ਉਹਨਾਂ ਨੇ ਕਿਹਾ, ਜਿਹੜੀ ਗੱਲ ਉਹਨਾਂ ਨੇ ਕਹੀ, ਅੱਜ ਜੇ ਕਿਤੇ ਸਾਡੀ ਕੌਮ ਉਹ ਚੀਜ਼ ਸੁਣ ਲਵੇ ਜਾਂ ਉਸ ਤੇ ਤੁਰ ਪਵੇ ਤਾਂ ਕਦੀ ਸਾਡੇ ਨੌਜਵਾਨ ਨਸ਼ੇ ਵੱਲ ਨਹੀਂ ਜਾਊਗੇ, ਕਦੀ ਜਿਹੜੇ ਨੌਜਵਾਨ ਸਾਡੇ ਸਿੱਖੀ ਤੋਂ ਪਤਿਤ ਨਹੀਂ ਹੋਊਗੇ। ਉਹ ਮਾਤਾ ਨੇ ਕਿਹਾ ਵੀ ਮੇਰੀ ਸਾਰ ਲਈ SGPC ਨੇ, ਜਿੱਥੇ ਬੀਬੀਆਂ ਇਸ਼ਨਾਨ ਕਰਦੀਆਂ ਸਰੋਵਰ ਦੇ ਵਿੱਚ, ਉਹ ਸਰੋਵਰ ਦੇ ਵਿੱਚ ਆਲੇ ਦੁਆਲੇ ਹਰਿਆਲੀ ਜੰਮ ਜਾਂਦੀ ਆ, ਜਾਂ ਉੱਥੇ ਤਿਲਕਣ ਹੋ ਜਾਂਦੀ ਪੌੜੀਆਂ ਦੇ ਵਿੱਚ ਨਾ ਜਦੋਂ ਬਾਰ-ਬਾਰ, ਤਾਂ ਉੱਥੇ ਪੋਚਾ ਲਾਉਣ ਦੀ ਮੇਰੀ ਡਿਊਟੀ ਦਿੱਤੀ ਮੈਨੂੰ SGPC ਨੇ। ਉਹ ਮਾਤਾ ਦੀ ਉਮਰ 85 ਤੋਂ 90 ਸਾਲ ਦੇ ਵਿੱਚ ਹੋਣੀ ਆ। ਤੇ ਮੈਂ ਹੈਰਾਨ ਹੋ ਗਿਆ ਵੀ ਸ਼ਹੀਦਾਂ ਦੀ, ਸਿੱਖ ਕੌਮ ਦੇ ਜਿਹੜੇ ਸ਼ਹੀਦ ਆ ਉਹਨਾਂ ਦੀਆਂ ਮਾਤਾਵਾਂ ਦੀ ਇਹ ਹਾਲਤ। ਤੇ ਮੈਂ ਕਿਹਾ ਮਾਤਾ ਜੀ ਵੀ ਤੁਹਾਨੂੰ ਕੁਛ SGPC ਮਤਲਬ ਕੋਈ ਖਰਚਾ ਪਾਣੀ ਦਿੰਦੇ ਆ? ਤਾਂ ਉਹਨਾਂ ਨੇ ਕਿਹਾ ਵੀ ਮੈਨੂੰ 3500 ਰੁਪਏ ਮਹੀਨੇ ਦਾ ਉਹ ਦਿੰਦੇ ਆ। ਤਾਂ ਉਹ ਸੁਣ ਕੇ ਉਸ ਵੇਲੇ ਮਨ ਨੂੰ ਇਹ ਧੱਕਾ ਵੱਜਾ ਤੇ ਉਹ ਯੋਧੇ ਜਿਨ੍ਹਾਂ ਨੇ ਮਨੁੱਖਤਾ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਅੱਜ ਅਸੀਂ ਮਹਿਲਾਂ ਵਿੱਚ ਰਹਿ ਰਹੇ ਹਾਂ, ਸਾਰਾ ਕੁਝ ਗੁਰੂ ਸਾਹਿਬ ਨੇ ਦਿੱਤਾ ਹਰ ਇੱਕ ਸਿੱਖ ਨੂੰ, ਹਰੇਕ ਨੂੰ। ਫਿਰ ਤੁਸੀਂ ਉਸ ਪਾਸੇ ਨੂੰ ਜਾਣਨ ਦੀ ਰੁਚੀ ਤੁਹਾਡੇ ਚ ਪੈਦਾ ਹੋਈ, ਉਹ ਜਾਣਨ ਦੇ ਲਈ ਫਿਰ ਮਾਤਾ ਜੀ ਨੂੰ ਮਿਲੇ, ਸਾਰਾ ਕੁਝ ਪੁੱਛਿਆ, ਫਿਰ ਹੋਰ ਵੀ ਕਈਆਂ ਨੂੰ ਪੁੱਛਿਆ। ਉਹਨਾਂ ਨੇ ਕਿਹਾ ਵੀ ਇਹੋ ਜਿਹੇ ਬਹੁਤ ਪਰਿਵਾਰ ਆ। ਜਦੋਂ ਪਰਿਵਾਰਾਂ ਨੂੰ ਮਿਲੇ, ਕਈ ਪ੍ਰੋਗਰਾਮਾਂ ਤੇ ਜਾਣ ਦਾ ਮੌਕਾ ਮਿਲਿਆ, ਜਿੱਥੇ ਕੋਈ ਸ਼ਹੀਦੀ ਸਮਾਗਮ ਸੀਗੇ, ਉਹਨਾਂ ਨੂੰ ਮਿਲੇ ਪਰਿਵਾਰਾਂ ਨੂੰ, ਤੇ ਬੜਾ ਮਨ ਨੂੰ ਮਤਲਬ ਝਟਕਾ ਲੱਗਾ ਵੀ ਕੌਮ ਕਿੱਥੇ ਖੜੀ ਆ ਔਰ ਹਾਲਾਤ ਕੀ ਆ, ਤੇ ਅੱਜ ਨੌਜਵਾਨ ਸਾਡਾ ਕਿੱਧਰ ਨੂੰ ਜਾ ਰਿਹਾ ਜੀ। ਵਾਕਈ। ਤੇ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਹੋਣਾ ਬਾਰੇ ਪੜ੍ਹਨਾ ਸ਼ੁਰੂ ਕੀਤਾ। ਇੱਕ ਹਿੰਦੂ ਵੀਰ ਦੀ ਕਿਤਾਬ ਆ AR ਦਰਸ਼ੀ ਦੀ, ਜਿਹੜੀ ਮੈਂ ਪਹਿਲੀ ਵਾਰ ਪੜ੍ਹੀ, ਉਹ ਜਾਬਾਜ਼ ਰਾਖਾ। ਉਸ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਹੋਣਾ ਦੀ ਸ਼ਖਸੀਅਤ ਬਾਰੇ ਵੱਖ-ਵੱਖ ਮਤਲਬ ਜਿਹੜੇ ਪੱਤਰਕਾਰ ਸੀਗੇ ਜਾਂ ਉਸ ਵੇਲੇ ਜਿਹੜੇ ਕਿਤਾਬਾਂ ਸੀਗੀਆਂ ਜਿਹੜੇ ਲਿਖਦੇ ਸੀ, ਉਹ ਪੜ੍ਹਿਆ, ਫੇਰ ਜਾਣਨ ਦਾ ਜਿਹੜਾ ਹੌਲੀ-ਹੌਲੀ ਉਹ ਜਾਣਨਾ ਸ਼ੁਰੂ ਕੀਤਾ। ਫਿਰ ਪਤਾ ਲੱਗਾ ਵੀ ਜੋ ਸਾਨੂੰ ਅੱਜ ਤੱਕ ਦੱਸਿਆ ਗਿਆ ਉਹ ਤਾਂ ਸਾਰਾ ਹੀ ਝੂਠ ਸੀਗਾ, ਜੋ ਸਾਨੂੰ ਸੁਣਾਇਆ ਗਿਆ ਝੂਠ ਸੀ, ਜੋ ਸਾਨੂੰ ਦਿਖਾਇਆ ਗਿਆ ਝੂਠ ਸੀ। ਜਦੋਂ ਪੜ੍ਹਦਾ ਹਟਿਆ ਫਿਰ ਇਹੋ ਕੁਝ ਪਤਾ ਲੱਗਾ ਵੀ ਜਿਹੜਾ ਸਦੀਵੀ ਸੱਚ ਸੀਗਾ ਉਹ ਸੱਚ ਰਹੂਗਾ, ਆਉਣ ਵਾਲੇ ਸਮੇਂ ਤੱਕ ਸੱਚ ਰਹੂਗਾ। ਜਿਨ੍ਹਾਂ ਨੇ ਮਨੁੱਖਤਾ ਦੇ ਲਈ ਇੰਨਾ ਕੁਝ ਕੀਤਾ ਉਹ ਸਦਾ ਹੀ ਜਿਹੜੇ ਦੁਨੀਆ ਦੇ ਉੱਤੇ ਉਹ ਹਜੇ ਵੀ ਹੈਗੇ ਆ, ਉਹ ਸਦਾ ਹੀ ਰਹੂਗੇ। ਲਵਲੀ ਜੀ, ਜਾਂਦੇ ਜਾਂਦੇ 1 ਮਿੰਟ ਦੇ ਵਿੱਚ, ਸਮਾਂ ਥੋੜ੍ਹਾ ਰਹਿ ਗਿਆ ਹੈਗਾ, ਕੇਵਲ 1 ਮਿੰਟ ਦੇ ਵਿੱਚ, 6 ਜੂਨ ਵਾਲੇ ਦਿਨ ਹਰੇਕ ਸਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਸੰਗਤ ਇਕੱਠੀ ਹੁੰਦੀ ਆ, ਨੌਜਵਾਨ ਵੀ ਇਕੱਠੇ ਹੁੰਦੇ ਨੇ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ 1 ਮਿੰਟ ਦੇ ਵਿੱਚ, ਕੀ ਤੁਹਾਨੂੰ ਲੱਗਦਾ ਕਿ ਕੇਵਲ ਉੱਥੇ ਇਕੱਠੇ ਹੋਣਾ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਲੈਣੇ, ਅਰਦਾਸ ਹੋ ਜਾਣੀ ਤੇ ਕੇਵਲ ਨਾਅਰੇ ਲਾ ਕੇ ਘਰਾਂ ਨੂੰ ਚਲੇ ਜਾਣਾ, ਇੰਨਾ ਹੀ ਕਾਫੀ ਹੈ, ਜਾਂ ਇਸ ਤੋਂ ਅੱਗੇ ਹੋਰ ਕੀ ਕੀਤੇ ਜਾਣ ਦੀ ਲੋੜ ਸਮਝਦੇ? ਦੇਖੋ, ਪਹਿਲੀ ਗੱਲ ਤਾਂ ਜਦੋਂ ਕੋਈ ਸ਼ਹੀਦੀ ਪੁਰਬ ਹੁੰਦਾ, ਕਿਸੇ ਵੀ ਸਥਾਨ ਤੇ ਹੁੰਦਾ, ਜਦੋਂ ਅਸੀਂ ਕਿਸੇ ਆਪਣੀ ਕੌਮ ਦੇ ਸ਼ਹੀਦਾਂ ਨੂੰ ਸਿਜਦਾ ਕਰਦੇ ਹਾਂ ਜੀ, ਪਹਿਲੀ ਗੱਲ ਤਾਂ ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਹੈ ਕਿ ਉਸ ਦਿਨ 6 ਜੂਨ ਵਾਲੇ ਦਿਨ, ਜਿਸ ਦਿਨ ਦਰਬਾਰ ਸਾਹਿਬ ਢਾਇਆ ਗਿਆ, ਉਸ ਦਿਨ ਦੁਨੀਆ ਵਿੱਚ ਬਸਦੇ
ਕਿਸੇ ਵੀ ਕੋਨੇ ਵਿੱਚ ਜਿਹੜੇ ਸਿੱਖ ਵੱਸਦੇ ਆ, ਉਹਨਾਂ ਨੂੰ ਇੱਕ ਦਿਨ ਲਈ ਜੀ ਆਪਣੇ ਸਾਰੇ ਕੰਮਕਾਰ ਸੰਕੋਚ ਕੇ ਜਿਹੜੇ ਉੱਥੇ ਦਰਬਾਰ ਸਾਹਿਬ ਜਾ ਸਕਦੇ ਆ, ਅਕਾਲ ਤਖਤ ਸਾਹਿਬ ਅਰਦਾਸ ਵਿੱਚ ਸ਼ਾਮਲ ਹੋ ਸਕਦੇ ਆ, ਜੀ ਉਹ ਹੋਣ। ਨਹੀਂ ਤਾਂ ਜਿੱਥੇ ਜਿੱਥੇ ਵੀ ਕੋਈ ਦੁਨੀਆ ਦੇ ਵਿੱਚ ਸਿੱਖ ਵੱਸਦਾ, ਉਹ ਆਪਣੇ ਚਾਹੇ ਘਰਾਂ ਦੇ ਵਿੱਚ ਰਹਿ ਕੇ, ਜਿਹੜਾ ਨਹੀਂ ਜਾ ਸਕਦਾ ਉਹ ਜੀ। ਘਰਾਂ 'ਚ ਰਹਿ ਕੇ, ਉਹ ਸ਼ਹੀਦਾਂ ਦੇ ਲਈ, ਕੌਮ ਦੀ ਚੜ੍ਹਦੀ ਕਲਾ ਲਈ, ਮਨੁੱਖਤਾ ਦੇ ਭਲੇ ਲਈ, ਸਰਬੱਤ ਦੇ ਭਲੇ ਲਈ, ਉਹ ਜਿਹੜੀ 6 ਜੂਨ ਨੂੰ ਅਰਦਾਸ ਹੁੰਦੀ ਆ, ਉਹਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਉਣ। ਔਰ ਅਕਾਲ ਤਖਤ ਸਾਹਿਬ ਤੇ ਇੰਨਾ ਇਕੱਠ ਹੋਵੇ ਵੀ ਦੁਨੀਆ ਨੂੰ ਪਤਾ ਲੱਗ ਜਾਵੇ ਵੀ ਸਿੱਖ ਕੌਮ ਜਿਹੜੀ ਭੁੱਲੀ ਨਹੀਂ ਉਹ, ਕਿ ਜਿਹੜਾ ਦਰਬਾਰ ਸਾਹਿਬ ਢਾਇਆ ਗਿਆ, ਔਰ ਜਿਹੜੇ ਸ਼ਹੀਦਾਂ ਨੇ ਮਨੁੱਖਤਾ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਵੀ ਕੌਮ ਜਿਹੜੀ ਭੁੱਲੀ ਨਹੀਂ ਉਹ। ਉਸ ਵੇਲੇ ਤਾਂ ਇੰਨਾ ਇਕੱਠ ਹੋਣਾ ਚਾਹੀਦਾ। ਜਿਹੜੀ ਤੁਸੀਂ ਨਾਅਰਿਆਂ ਦੀ ਗੱਲ ਕਹੀ, ਨਾਅਰੇ ਵੀ ਜਿਹੜੇ ਸਾਡੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵਾ, ਉਹ ਨਾਅਰੇ ਹੀ ਸੀ ਬੋਲੇ ਸੋਨੇ ਹਾਲ ਦੇ। ਜਦੋਂ ਦੁਸ਼ਮਣ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦਾ ਸੀਗਾ ਤਾਂ ਉਹਨੂੰ ਲੱਗਦਾ ਸੀਗਾ ਕਿ ਮੋਰੇ ਪਤਾ ਨਹੀਂ ਕਿੰਨੇ ਸਿੰਘ ਵਾ। ਮੇਰਾ ਕਹਿਣ ਦਾ ਮਤਲਬ ਨਾਅਰਿਆਂ ਦਾ ਤੋਂ ਇਹ ਸੀਗਾ ਕਿ ਕੇਵਲ ਨਾਅਰੇ ਜਾਂ, ਕਿਉਂਕਿ ਦੇਖੋ ਨਾਅਰੇ ਬਹੁਤ ਸਿੰਘ ਇਦਾਂ ਦੇ ਵੀ ਆ, ਜਥੇਬੰਦੀਆਂ ਇਦਾਂ ਦੀਆਂ ਵੀ ਆ ਜਿਹੜੇ ਉਹ ਪਰਿਵਾਰ ਆ ਸ਼ਹੀਦਾਂ ਦੇ, ਉਹਨਾਂ ਦੀ ਸਾਰ ਵੀ ਲੈਂਦੇ ਆ, ਉਹਨਾਂ ਤੱਕ ਸਾਰਾ ਕੁਝ ਜਿੱਥੇ ਜਿੱਥੇ ਕੋਈ ਸੇਵਾ ਕਰ ਰਿਹਾ। ਪਰ ਗੱਲ ਇਹ ਆ, ਅੱਜ ਲੋੜ ਵਾ, ਚਾਹੇ ਐਸਜੀਪੀਸੀ ਆ, ਚਾਹੇ ਸਾਡੇ ਧਾਰਮਿਕ ਸੰਗਠਨ ਆ, ਰਾਜਨੀਤਿਕ ਸੰਗਠਨ ਆ, ਉਹਨਾਂ ਨੂੰ ਚਾਹੀਦਾ ਵੀ ਸਾਰੇ ਜਣੇ ਇਕੱਠੇ ਹੋ ਕੇ ਆਪਣੀ ਜਿਹੜੀ ਪੰਜਾਬ ਦੀ ਜਵਾਨੀ ਆ, ਇਹਨੂੰ ਸੰਭਾਲ ਲਈਏ, ਜਿਹੜੀ ਬਿਲਕੁਲ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਆ, ਸਿੱਖੀ ਤੋਂ ਦੂਰ ਹੋ ਰਹੀ ਆ। ਜੇ ਸਮਾਂ ਰਹਿੰਦੇ ਅਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਾ ਸੰਭਾਲ ਸਕੇ ਤਾਂ ਉਹ ਦਿਨ ਦੂਰ ਨਹੀਂ ਹੋ, ਜਦੋਂ ਹੁਣ ਤੱਕ ਕਿਤੇ ਟਾਵਾਂ ਮਤਲਬ ਨੌਜਵਾਨ ਮਿਲ ਜਾਂਦਾ ਵੀ ਜਿਹੜਾ ਨਸ਼ੇ ਨਹੀਂ ਕਰਦਾ, ਉਹ ਦਿਨ ਦੂਰ ਨਹੀਂ ਵੀ ਜਿਹੜੇ ਹਾਲਾਤ ਬਹੁਤ ਮਾੜੇ ਹੋ ਜਾਊਗੇ, ਨੌਜਵਾਨ ਬਿਲਕੁਲ ਗਰਕ ਜਾਊਗਾ। ਸਾਨੂੰ ਲੋੜ ਆ ਆਪਣਾ ਜਿਹੜਾ ਕੌਮ ਦਾ ਪੈਸਾ, ਕੌਮ ਦੀ ਜਿਹੜੀ ਸੇਵਾ ਵਾ, ਕੌਮ ਦਾ ਜਿਹੜਾ ਕੋਈ ਵੀ ਪੱਖ ਆ, ਚਾਹੇ ਰਾਜਨੀਤਿਕ ਪੱਖ ਆ, ਧਾਰਮਿਕ ਪੱਖ ਆ, ਸੇਵਾ ਦਾ ਪੱਖ ਆ, ਉਹ ਉੱਥੇ ਲਾਉਣ ਦੀ ਲੋੜ ਆ, ਜਿਹਦੇ ਨਾਲ ਕਿ ਪੰਜਾਬ ਦੀ ਜਿਹੜੀ ਸਿੱਖਾਂ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬਚ ਜਾਵੇ। ਤਾਂ ਹੀ ਅੱਗੇ ਅਸੀਂ ਦੁਨੀਆ ਦੇ ਕੋਨੇ ਤੱਕ ਸਿੱਖੀ ਦੀ ਚੜ੍ਹਦੀ ਕਲਾ ਜਾਂ ਕੌਮ ਦੀ ਚੜ੍ਹਦੀ ਕਲਾ, ਮਨੁੱਖਤਾ ਦੇ ਭਲੇ ਦੇ ਲਈ ਕੁਝ ਕਰ ਸਕਾਂਗੇ। ਨਹੀਂ ਤਾਂ ਬਿਲਕੁਲ ਨੌਜਵਾਨ ਜਿਹੜਾ ਗਰਕ ਜਾਊਗਾ ਪੰਜਾਬ ਦਾ। ਜ਼ਰੂਰ ਲਵਲੀ ਜੀ, ਆਸ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਜਿਨ੍ਹਾਂ ਨੇ ਸਾਰੀ ਗੱਲਬਾਤ ਨੂੰ ਸੁਣਿਆ ਹੈਗਾ, ਕਾਫੀ ਜਾਣਕਾਰੀ ਹਾਸਲ ਕੀਤੀ ਹੋਊਗੀ। ਖਾਸ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਵਸਦੇ ਨੇ ਜਾਂ ਪੰਜਾਬ ਦੀ ਧਰਤੀ ਦੇ ਉੱਪਰ ਰਹਿੰਦੇ ਨੇ, ਜਿਹੜੇ ਸਿੱਖ ਨੌਜਵਾਨ ਬੱਚੇ ਬੱਚੀਆਂ, ਉਹਨਾਂ ਨੇ ਵੀ ਜ਼ਰੂਰ ਲਾਹਾ ਲਿਆ ਹੋਊਗਾ। ਕਿਉਂਕਿ ਜਿਹੜੇ ਸੱਜਣ, ਜਿਹੜੇ ਨੌਜਵਾਨ ਉਸ ਵੇਲੇ ਨਹੀਂ ਵੀ ਸੀਗੇ 1984 ਜਾਂ 1984 ਤੋਂ ਬਾਅਦ, ਜਦੋਂ ਹਾਲਾਤਾਂ ਦੇ ਨਾਲ ਜੁੜ ਕੇ ਰਹਿੰਦੇ ਨੇ, ਜੋ ਕੁਝ ਵਾਪਰ ਰਹੀਆਂ ਹੁੰਦੀਆਂ ਘਟਨਾਵਾਂ, ਜਦੋਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਟੱਚ ਰਹਿੰਦੇ ਹੈਗੇ ਆ, ਮਹਿਸੂਸ ਕਰਦੇ ਆ ਸਾਰੇ ਕੁਝ ਨੂੰ, ਤਾਂ ਫਿਰ ਤੁਸੀਂ ਬਹੁਤ ਕੁਝ ਜਿਹੜਾ ਹੈਗਾ ਉਹ ਜਾਣਨ ਦੇ ਸਮਰੱਥ ਹੋ ਜਾਂਦੇ ਹੈਗੇ ਆ। ਲਵਲੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ 'ਚ ਆਏ, ਔਰ ਜਿਹੜੇ ਅਸੀਂ ਪ੍ਰੋਗਰਾਮਾਂ ਦੀ ਲੜੀ ਚਲਾਈ ਹੋਈ ਆ ਉਹਦੇ ਵਿੱਚ ਆ ਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾਈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਟੀਵੀ ASP ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ, ਭੁਪਿੰਦਰ ਸਿੰਘ ਸੱਜਣ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਸਾਡੇ ਮਹਿਮਾਨ ਸਰਦਾਰ ਕਰਨੈਲ ਸਿੰਘ ਜੀ ਲਵਲੀ, ਜਿਹੜੇ ਪ੍ਰੋਗਰਾਮਾਂ ਦੀ ਅਸੀਂ ਲੜੀ ਸ਼ੁਰੂ ਕੀਤੀ ਹੋਈ ਹੈ, ਉਸ ਲੜੀ ਦੇ ਤਹਿਤ ਅੱਜ ਇਹਨਾਂ ਨੇ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ। ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਖੂਬ ਲਾਹਾ ਲਿਆ ਹੋਊਗਾ। ਅਸੀਂ ਜਲਦੀ ਹੀ ਤੁਹਾਡੇ ਰੂਬਰੂ ਫਿਰ ਹੋਵਾਂਗੇ ਕਿਸੇ ਹੋਰ ਮਹਿਮਾਨ ਨੂੰ ਨਾਲ ਲੈ ਕੇ। ਵਿਸ਼ਾ ਇਹੋ ਹੀ ਹੈਗਾ, ਘੱਲੂਘਾਰਾ ਜੂਨ 1984। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।